natural language processing This tools, call is now being recorded. software ਅਤੇ and corpora for the purpose of language teaching। ਇਸ ਵਿਸ਼ੇ ਦੇ ਉੱਪਰ ਸਾਡੇ ਅੱਗੇ ਜਿਹੜਾ ਐਕਸਪਰਟ ਲੈਕਚਰ ਹੈਗਾ ਆ ਉਹ ਡਾਕਟਰ ਵਿਸ਼ਾਲ ਗੋਇਲ ਜੀ ਰੱਖਣਗੇ। ਤੁਹਾਡੇ ਸਨਮੁਖ ਉਹਨਾਂ ਨੂੰ ਪੇਸ਼ ਕਰਨ ਤੋਂ ਪਹਿਲਾਂ ਮੈਂ ਉਹਨਾਂ ਦਾ ਇੱਕ ਸੰਖੇਪ ਜਿਹਾ ਜਿਹੜਾ ਵੇਰਵਾ ਹੈ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਡਾਕਟਰ ਵਿਸ਼ਾਲ ਗੋਇਲ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਐਜ਼ ਅ ਪ੍ਰੋਫੈਸਰ ਕਾਰਜ ਕਰ ਰਹੇ ਨੇ ਤੇ ਆਪ ਦੇ ਕੋਲ ਪਿਛਲੇ 20 ਸਾਲਾਂ ਤੋਂ ਲਗਭਗ ਅਧਿਆਪਨ ਦੇ ਨਾਲ ਜੁੜੇ ਹੋਏ। ਆਪ ਨੇ PhD ਦਾ ਟੌਪਿਕ ਸੀ ਡਿਵੈਲਪਮੈਂਟ ਆਫ ਹਿੰਦੀ ਟੂ ਪੰਜਾਬੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ। ਆਪ ਜੀ ਨੇ ਕੰਪਿਊਟਰ ਦੇ ਵਿੱਚ ਇਹ ਵੱਡਾ ਕੰਮ ਕੀਤਾ ਹੈ, ਜਿਸ ਦੇ ਵਿੱਚ ਆਪ ਜੀ ਨੇ ਕਈ ਸੌਫਟਵੇਅਰ ਆਪ ਜੀ ਨੇ ਡਿਵੈਲਪ ਕੀਤੇ ਨੇ, ਬਹੁਤ ਕੁਛ। ਇਸ ਦੇ ਨਾਲ ਆਪ ਦਾ ਜਿਹੜਾ ਮੁੱਖ ਖੇਤਰ ਨੇ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਐਨਾਲਿਸਿਸ, ਡਾਟਾ ਸਾਇੰਸ, ਮਸ਼ੀਨ ਲਰਨਿੰਗ, ਸਾਈਕੋ ਲਿੰਗੁਇਸਟਿਕਸ ਆਦਿ ਆਪ ਦੇ ਵਿਸ਼ੇਸ਼ ਖੇਤਰ ਜਿਹਦੇ ਵਿੱਚ ਆਪ ਕੰਮ ਕਰ ਰਹੇ ਹੋ। ਇਸ ਦੇ ਨਾਲ ਹੀ ਆਪ UGC ਕੇਅਰ ਸਕੋਪਸ ਦੇ ਬਹੁਤ ਸਾਰੇ ਜਰਨਲ ਦੇ ਸੰਪਾਦਕ ਵੀ ਹੋ। ਆਪ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਚਲਾਏ ਜਾ ਰਹੇ ਪੰਜਾਬੀ ਪੀਡੀਆ ਦੇ ਕੋਆਰਡੀਨੇਟਰ ਵੀ ਹੋ ਤੇ ਇਸ ਦੇ ਨਾਲ ਹੀ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚਲਾਏ ਜਾ ਰਹੇ ਸੈਂਟਰ ਫॉर ਈ ਲਰਨਿੰਗ ਐਂਡ ਟੀਚਿੰਗ ਐਕਸੀਲੈਂਸ ਦੇ ਡਿਪਟੀ ਡਾਇਰੈਕਟਰ ਵੀ ਹੋ। ਇਸ ਦੇ ਨਾਲ ਹੀ ਆਪ ਜੀ ਸੈਂਟਰ ਫॉर ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੋਆਰਡੀਨੇਟਰ ਵੀ ਹੋ ਅਤੇ ਇਸ ਦੇ ਨਾਲ ਹੀ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪੰਜਾਬੀ ਕੰਪਿਊਟਰ ਹੈਲਪ ਸੈਂਟਰ ਦੇ ਕੋਆਰਡੀਨੇਟਰ ਵੀ ਹੋ। ਇਸ ਦੇ ਨਾਲ ਆਪ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਵਿੱਚ IT ਕੰਸਲਟੈਂਟ ਵਜੋਂ ਵੀ ਸੇਵਾਵਾਂ ਪ੍ਰਦਾਨ ਕਰ ਰਹੇ ਹੋ ਤੇ ਇਸ ਦੇ ਨਾਲ ਆਪ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਵਿਖੇ IT ਐਕਸਪਰਟ ਵਜੋਂ ਵੀ ਸੇਵਾਵਾਂ ਦੇ ਰਹੇ ਹੋ। ਪੰਜਾਬ ਸਰਕਾਰ ਵੱਲੋਂ ਆਪ ਜੀ ਨੂੰ ਬਹੁਤ ਸਾਰੇ ਸਨਮਾਨਾਂ ਨਾਲ ਨਵਾਜਿਆ ਜਾ ਚੁੱਕਾ ਹੈ। ਆਪ ਦੇ ਅਧੀਨ 10 ਦੇ ਲਗਭਗ ਵੱਖ-ਵੱਖ ਮੰਤਰਾਲਿਆਂ ਵੱਲੋਂ ਪ੍ਰੋਜੈਕਟ ਚੱਲ ਰਹੇ ਹਨ। ਇਸ ਦੇ ਨਾਲ ਆਪ ਦੇ ਕੋਲ 10 ਦੇ ਲਗਭਗ ਪੇਟੈਂਟ, ਟ੍ਰੇਡਮਾਰਕ ਅਤੇ ਕਾਪੀਰਾਈਟ ਹਨ। ਆਪ ਨੇ ਹੁਣ ਤੱਕ 16 PhD ਕੰਪਲੀਟ ਕਰਵਾ ਚੁੱਕੇ, 17 PhD ਕੰਪਲੀਟ ਕਰਵਾ ਦਿੱਤੀਆਂ ਤੇ 9 ਹੱਲੇ ਵੀ ਜਿਹੜੀਆਂ ਨੇ ਆਪ ਦੀ ਨਿਗਰਾਨੀ ਅਧੀਨ ਚੱਲ ਰਹੀਆਂ ਨੇ। ਇਸ ਦੇ ਨਾਲ ਹੀ ਆਪ ਨੇ ਹੁਣ ਤੱਕ MTech ਤੇ MPhil ਦੇ ਲਗਭਗ 125 ਥੀਸਿਸ ਕੰਪਲੀਟ ਕਰਵਾ ਦਿੱਤੇ ਹਨ। ਆਪ 25 ਦੇ ਲਗਭਗ ਪ੍ਰੋਫੈਸ਼ਨਲ ਬੋਰਡ ਦੇ ਮੈਂਬਰ ਹਨ। ਆਪ ਨੇ 50 ਦੇ ਲਗਭਗ ਸੌਫਟਵੇਅਰ ਡਿਵੈਲਪ ਕੀਤੇ ਹਨ। ਆਪ ਦੀਆਂ 7 ਦੇ ਲਗਭਗ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ 80 ਦੇ ਕਰੀਬ ਆਪ ਦੇ ਕੋਈ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਤੇ ਹੋਰ ਸਮਾਂ ਨਾ ਲੈਂਦਿਆਂ ਮੈਂ ਆਪ ਜੀ ਨੂੰ ਵਿਸ਼ਾਲ ਗੋਇਲ ਜੀ ਨੂੰ ਆਪ ਦੇ ਰੂਬਰੂ ਕਰਦਾ। ਵਿਸ਼ਾਲ ਜੀ, ਜੇ ਆਵਾਜ਼ ਸੁਣ ਰਹੇ ਹੋ ਤੇ ਆਪਣੇ ਆਪ ਨੂੰ ਅਨਮਿਊਟ ਕਰ ਦਿਓ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਬੜੇ ਲਿਖਿਆ ਸੋ ਸੰਖੇਪ 'ਚ ਹੈ ਲੇਕਿਨ ਬੜੀ ਡਿਸਕ੍ਰਿਪਟਿਵ ਤੁਸੀਂ ਜਿਹੜੀ ਹੈ ਮੇਰੀ ਬਾਰੇ ਦੱਸਿਆ ਹੈ। ਸੋ ਬਹੁਤ ਧੰਨਵਾਦ ਤੁਹਾਡਾ। ਸੋ ਹੁਣ ਮੈਨੂੰ ਲੱਗਦਾ ਕਿ ਆਲਰੇਡੀ ਲੇਟ ਹੋ ਚੁੱਕੇ ਹਾਂ ਔਰ ਥੋੜ੍ਹਾ ਜਿਹਾ ਮੈਂ ਆਪਣਾ ਲੈਕਚਰ ਵੀ ਲੰਬਾ ਰੱਖਿਆ ਹੋਇਆ ਹੈ ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸਟਾਰਟ ਕਰ ਸਕਦੇ ਹਾਂ। ਹਾਂਜੀ ਸਰ, ਹਾਂਜੀ। ਓਕੇ ਰਾਈਟ। ਸੋ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਟੀਚਰ ਸਾਹਿਬਾਨ ਜੁੜੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਪੇਸ਼ੈਂਸ ਲਈ। ਔਰ ਜਿਵੇਂ ਕਿ ਤੁਸੀਂ ਸਾਰਿਆਂ ਨੇ ਇੱਕ ਸਰਵੇ ਫਾਰਮ ਭਰਿਆ ਸੀ, ਉਸ ਸਰਵੇ ਫਾਰਮ ਦੌਰਾਨ ਕਾਫੀ ਗੱਲਾਂ ਮੈਂ ਤੁਹਾਡੇ ਤੋਂ ਸਿੱਖੀਆਂ, ਤੁਹਾਡੇ ਤੋਂ ਕਾਫੀ ਗੱਲਾਂ ਮੈਂ ਇਕੱਠੀਆਂ ਕੀਤੀਆਂ ਜਿਹਦੇ ਬਾਰੇ ਅੱਜ ਥੋੜ੍ਹਾ ਜਿਹਾ 10 ਕੁ ਮਿੰਟ ਮੈਂ ਸ਼ੁਰੂਆਤ ਵਿੱਚ ਗੱਲ ਕਰਾਂਗਾ। ਸੋ ਸਭ ਤੋਂ ਪਹਿਲਾਂ ਪ੍ਰੈਜੈਂਟੇਸ਼ਨ ਆਈ ਥਿੰਕ ਮੇਰੀ ਸਭ ਨੂੰ ਵਿਜ਼ੀਬਲ ਹੋਣੀ ਚਾਹੀਦੀ ਹੈ। ਸਕਰੀਨ ਵਿਜ਼ੀਬਲ ਹੈ ਜੀ ਮੇਰੀ? ਹਾਂਜੀ ਸਰ, ਵਿਜ਼ੂਅਲ ਹੈ ਜੀ। ਚਲੋ, ਥੈਂਕ ਯੂ ਵੈਰੀ ਮਚ ਫॉर ਐਕਨੋਲੇਜਿੰਗ। ਸੋ ਜਿਵੇਂ ਕਿ ਟਾਈਟਲ ਮੈਨੂੰ ਇੱਕ ਦਿੱਤਾ ਗਿਆ ਹੈ ਕਿ ਯੂਜ਼ਿੰਗ NLP ਟੂਲਸ ਐਂਡ ਸੌਫਟਵੇਅਰ ਐਂਡ ਕਾਰਪੋਰਾ ਫॉर द ਪਰਪਸ ਆਫ ਲੈਂਗੁਏਜ ਟੀਚਿੰਗ। ਸੋ ਇਹਦੇ ਵਿੱਚ ਅੱਜ ਮੈਂ ਕੋਸ਼ਿਸ਼ ਕਰਾਂਗਾ, ਮਤਲਬ ਮੈਨੂੰ ਜਿਵੇਂ ਜਿੰਨਾ ਕੁ ਸਵਾ ਘੰਟਾ ਦਿੱਤਾ ਗਿਆ ਉਹਦੇ ਵਿੱਚ ਬਹੁਤ ਕੁਝ ਕਰਨ ਕੋਸ਼ਿਸ਼ ਹੈ ਕਿ ਮੇਰੀ ਕਾਫੀ ਗੱਲਾਂ ਤੁਹਾਨੂੰ ਮੈਂ ਟੱਚ ਕਰ ਦੇਵਾਂ। ਲੇਕਿਨ ਬੀਇੰਗ ਤੁਸੀਂ ਟੀਚਰ ਹੋ ਇਸ ਕਰਕੇ ਜੇ ਆਪਾਂ ਥੋੜ੍ਹੀ ਜਿਹੀ ਵੀ ਤੁਹਾਨੂੰ ਨੌਲੇਜ ਦੇ ਦਿੰਦੇ ਹਾਂ ਤਾਂ ਤੁਸੀਂ ਉਹਨੂੰ ਐਕਸਪਲੋਰ ਕਰਕੇ ਬਹੁਤ ਜ਼ਿਆਦਾ ਉਸਨੂੰ ਗੇਨ ਕਰ ਸਕਦੇ ਹੋ। ਸੋ ਮੇਰਾ ਇੰਟੈਂਸ਼ਨ ਇਹ ਨਹੀਂ ਹੋਏਗੀ ਕਿ ਮੈਂ ਇਹਨੂੰ ਬਹੁਤ ਜ਼ਿਆਦਾ ਡੀਪਲੀ ਤੁਹਾਨੂੰ ਐਕਸਪਲੇਨ ਕਰ ਦੇਵਾਂ ਬਿਕੋਜ਼ ਸਮਾਂ ਬਹੁਤ ਘੱਟ ਹੈ, ਬਟ ਮੈਂ ਤੁਹਾਨੂੰ ਇੱਕ ਟੱਚ ਕਰਾਂਗਾ ਹਰੇਕ ਚੀਜ਼ ਨੂੰ
ਤਾਂ ਕਿ ਉਸ ਤੋਂ ਬਾਅਦ ਤੁਸੀਂ ਇਹਨੂੰ ਐਕਸਪਲੋਰ ਕਰ ਪਾਵੋ। ਨੋ ਡਾਊਟ ਮੈਂ ਆਪਣੀ ਪ੍ਰੈਜੈਂਟੇਸ਼ਨ ਵੀ ਪਵਨ ਜੀ ਦੇ ਥਰੂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਵਾ ਦਾਂਗਾ, ਤਾਂ ਕਿ ਬਾਅਦ ਚੋਂ ਵੀ ਤੁਸੀਂ ਇਹਨੂੰ ਰੈਫਰ ਬੈਕ ਕਰ ਸਕਦੇ ਹੋ। ਔਰ ਮੈਨੂੰ ਉਮੀਦ ਹੈ ਕਿ ਇਹ ਕਾਫੀ ਤੁਹਾਡੇ ਵਾਸਤੇ ਲਾਹੇਵੰਦ ਹੋਏਗੀ। ਸੋ ਸਟਾਰਟ ਕਰਦੇ ਹਾਂ ਕਿ ਆਪਾਂ ਇਹ ਇਨਫੋਰਮੇਸ਼ਨ ਜਿਹੜੀ ਹੈ ਮੈਂ ਤੁਹਾਡੇ ਹੀ ਸਰਵੇ ਫਾਰਮ ਤੋਂ ਹੀ ਇਕੱਠੀ ਕੀਤੀ ਹੈ ਕਿ ਕਿਹੜੀਆਂ ਪੰਜਾਬੀ ਦੀਆਂ ਕਿਹੜੀਆਂ ਵੈਬਸਾਈਟਸ ਨੇ ਜਿਨ੍ਹਾਂ ਨੂੰ ਸਾਰੇ ਤੁਸੀਂ ਯੂਜ਼ ਕਰ ਰਹੇ ਹੋ ਪੰਜਾਬੀ ਟੀਚਿੰਗ ਵਾਸਤੇ। ਪੰਜਾਬੀ ਪੀਡੀਆ ਯੂਜ਼ ਕਰ ਰਹੇ ਹੋ, ਨੋ ਡਾਊਟ ਇਹ ਬਹੁਤ ਵੱਡਾ ਇੱਕ ਰਿਸੋਰਸ ਹੈ। ਜਿਵੇਂ ਕਿ ਵਿਕੀਪੀਡੀਆ ਦੀ ਗੱਲ ਕਰਦੇ ਹਾਂ, ਵਿਕੀਪੀਡੀਆ ਤੇ ਤਾਂ ਹਰੇਕ ਲੈਂਗੁਏਜ ਆਪਣੇ ਕੋਲ ਕਵਰ ਹੁੰਦੀ ਹੈ, ਲੇਕਿਨ ਪੰਜਾਬੀ ਦੇ ਰਿਲੇਟਡ ਜਿਹੜਾ ਹੈ ਬਹੁਤ ਘੱਟ ਮਟੀਰੀਅਲ ਅਵੇਲੇਬਲ ਹੈ। ਲੇਕਿਨ ਜਦੋਂ ਪੰਜਾਬੀ ਪੀਡੀਆ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਪੀਡੀਆ ਤੇ ਆਪਾਂ ਮਤਲਬ ਇੱਕ ਆਥੈਂਟਿਕ ਇਨਫੋਰਮੇਸ਼ਨ ਤੁਸੀਂ ਹੈ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਪੰਜਾਬੀ ਦੇ ਸਾਹਿਤ ਦੇ ਰਿਲੇਟਡ, ਸਬਜੈਕਟਸ ਦੇ ਰਿਲੇਟਡ। ਸੋ ਸਾਰੀ ਇਨਫੋਰਮੇਸ਼ਨ ਜਿਹੜੀ ਆਥੈਂਟਿਕ ਬੁੱਕਸ ਦੇ ਵਿੱਚੋਂ ਆਥੈਂਟੀਕੇਟ ਕਰਕੇ ਇਹਦੇ ਉੱਤੇ ਪਾਈ ਜਾਂਦੀ ਹੈ, ਔਰ ਪੰਜਾਬੀ ਯੂਨੀਵਰਸਿਟੀ ਦਾ ਬਹੁਤ ਵੱਡਾ ਉਪਰਾਲਾ ਹੈ। ਸੋ ਪਹਿਲਾਂ ਆਪਣੇ ਕੋਲ ਇੱਕ ਵੈਬਸਾਈਟ ਹੀ ਹੁੰਦੀ ਸੀ ਜਿਹਦੇ ਥਰੂ ਤੁਸੀਂ ਇਸ ਦੀ ਨੌਲੇਜ ਨੂੰ ਤੁਸੀਂ ਯੂਜ਼ ਕਰ ਸਕਦੇ ਸੀ, ਪਰ ਹੁਣ ਮੋਬਾਈਲ ਐਪ ਵੀ ਲਾਂਚ ਕਰ ਦਿੱਤੀ ਗਈ ਹੈ। ਹੁਣੇ ਹਾਲ ਦੀ ਘੜੀ ਜਿਹੜੇ ਨਵੇਂ ਵਾਈਸ ਚਾਂਸਲਰ ਸਾਹਿਬ ਆਏ ਨੇ ਪ੍ਰੋਫੈਸਰ ਅਰਵਿੰਦ, ਉਹਨਾਂ ਨੇ ਇਸ ਮੋਬਾਈਲ ਐਪ ਨੂੰ ਲਾਂਚ ਕੀਤਾ ਵੈ, ਤੇ ਤੁਸੀਂ ਆਪਣੇ ਐਂਡਰੋਇਡ ਮੋਬਾਈਲ ਫੋਨਸ ਤੁਹਾਡੇ ਕੋਲ ਹੋਣ ਤਾਂ ਤੁਸੀਂ ਪੰਜਾਬੀ ਪੀਡੀਆ ਦੀ ਮੋਬਾਈਲ ਐਪ ਨੂੰ ਡਾਊਨਲੋਡ ਕਰਕੇ ਵਰਤ ਸਕਦੇ ਹੋ। ਫਿਰ ਪੰਜਾਬੀ ਕਵਿਤਾ ਮੈਂ ਖੁਦ ਸਾਰੀਆਂ ਵੈਬਸਾਈਟਸ ਨੂੰ ਦੇਖਿਆ ਹੈ। ਪੰਜਾਬੀ ਕਵਿਤਾ ਬਹੁਤ ਅੱਛੀ ਹੈ, ਜਿੱਥੇ ਤੁਸੀਂ ਕਵਿਤਾਵਾਂ ਦੇਖ ਸਕਦੇ ਹੋ, ਬੱਚਿਆਂ ਨੂੰ ਕਵਿਤਾਵਾਂ ਬਾਰੇ ਮਤਲਬ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕਰ ਸਕਦੇ ਹੋ। ਪੰਜਾਬੀ ਲਾਇਬ੍ਰੇਰੀ ਬਹੁਤ ਵੱਡਾ ਰਿਸੋਰਸ ਹੈ। ਵਿਕੀਪੀਡੀਆ ਦੇ ਵਿੱਚ ਪੰਜਾਬੀ ਦਾ ਜਿਹੜਾ ਸਫਾ ਹੈ ਬਹੁਤ ਅੱਛਾ ਹੈ। ਔਰ ਸਭ ਤੋਂ ਮੇਜਰ ਜਿਹੜੀ ਚੀਜ਼ ਮੈਂ ਦੇਖੀ ਹੈ ਕਿ ਪੰਜਾਬ ਐਡੂਕੇਅਰ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ 6ਵੀਂ ਜਮਾਤ ਤੋਂ 10ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਐਡੂਕੇਅਰ ਦੇ ਉੱਤੇ ਬਹੁਤ ਸਾਰੀ ਇਨਫੋਰਮੇਸ਼ਨ ਆਲਰੇਡੀ ਅਵੇਲੇਬਲ ਹੈ, ਜਿਹਨੂੰ ਤੁਸੀਂ ਰੀਯੂਜ਼ ਕਰ ਸਕਦੇ ਹੋ, ਰਾਦਰ ਦੈਨ ਕਿ ਆਪਾਂ ਆਪਣੀਆਂ ਚੀਜ਼ਾਂ ਨੂੰ ਬਣਾਉਂਦੇ ਰਹੀਏ। ਲੇਕਿਨ ਜਿਹੜੀਆਂ ਚੀਜ਼ਾਂ ਆਲਰੇਡੀ ਬਣੀਆਂ ਨੇ ਉਹਨਾਂ ਨੂੰ ਵਰਤ ਕੇ ਤੇ ਆਪਣੇ ਇਨੋਵੇਸ਼ਨ ਨੂੰ ਵਰਤ ਕੇ ਆਪਾਂ ਕਿਵੇਂ ਕੋਈ ਨਵੀਂ ਚੀਜ਼ ਬੱਚਿਆਂ ਅੱਗੇ ਪੇਸ਼ ਕਰ ਸਕਦੇ ਹਾਂ, ਮੇਰੇ ਹਿਸਾਬ ਨਾਲ ਉਹ ਸਭ ਤੋਂ ਬੈਟਰ ਹੋਣੀ ਚਾਹੀਦੀ ਹੈ। ਉਹ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਹੈ। ਔਰ ਪੰਜਾਬ ਐਡੂਕੇਅਰ ਵੈਬਸਾਈਟ ਦੇ ਉੱਤੇ ਬਹੁਤ ਕੁਝ ਅਵੇਲੇਬਲ ਹੈ, ਔਰ ਕਲਾਸਾਂ ਦੇ ਅਕੋਰਡਿੰਗਲੀ ਉੱਥੇ ਸਾਰਾ ਮਟੀਰੀਅਲ ਜਿਹੜਾ ਹੈ ਅਵੇਲੇਬਲ ਹੈ। ਸੋ ਬਹੁਤ ਵੱਡਾ ਰਿਸੋਰਸ ਹੈ ਪੰਜਾਬ ਐਡੂਕੇਅਰ, ਔਰ ਮੈਨੂੰ ਲੱਗਦਾ ਕਾਫੀ ਟੀਚਰਸ ਜਿਹੜੇ ਇਸ ਨੂੰ ਯੂਜ਼ ਵੀ ਕਰ ਰਹੇ ਨੇ। learnpunjabi.org ਨੋ ਡਾਊਟ ਬਹੁਤ ਅੱਛੀ ਵੈਬਸਾਈਟ ਹੈ। ਜੇ ਮੁੱਢਲੀ ਜਾਣਕਾਰੀ ਪੰਜਾਬੀ ਦੀ ਤੁਸੀਂ ਲੈਣੀ ਹੋਵੇ, ਬੱਚਿਆਂ ਨੂੰ ਕੋਈ ਐਨੀਮੇਟਡ ਵੀਡੀਓਜ਼ ਦੇ ਥਰੂ ਤੁਸੀਂ ਕੁਝ ਐਕਸਪਲੇਨ ਕਰਨਾ ਚਾਹੁੰਦੇ ਹੋ, ਤਾਂ ਲਰਨ ਪੰਜਾਬੀ ਬਹੁਤ ਅੱਛੀ ਵੈਬਸਾਈਟ ਹੈ। ਐਬਸੋਲੂਟ ਸਟੱਡੀ ਇੱਕ ਬਹੁਤ ਅੱਛੀ ਵੈਬਸਾਈਟ ਹੈ। ਈ ਲਰਨ ਪੰਜਾਬੀ ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਸਕੂਲ ਆਫ ਐਜੂਕੇਸ਼ਨ ਬੋਰਡ ਵਾਸਤੇ ਬਣਾਈ ਹੈ, ਉਹ ਬਹੁਤ ਅੱਛੀ ਵੈਬਸਾਈਟ ਹੈ ਔਰ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਗਈ ਹੈ। ਲਰਨ ਪੰਜਾਬੀ ਆਨਲਾਈਨ ਵੀ ਅੱਛੀ ਵੈਬਸਾਈਟ ਹੈ। ਪੜ੍ਹੋ ਪੰਜਾਬ, ਵਨ ਆਫ ਦਾ ਗੁੱਡ। ਔਰ ਜੇ ਤੁਸੀਂ ਈ ਬੁੱਕਸ ਦੀ ਗੱਲ ਕਰਦੇ ਹੋ ਤਾਂ PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਦੀਆਂ ਸਾਰੀਆਂ ਜਿਹੜੀਆਂ ਈ ਬੁੱਕਸ ਨੇ ਉਹ pseb.ac.in ਵੈਬਸਾਈਟ ਤੇ ਅਵੇਲੇਬਲ ਨੇ। ਇਹ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਬੜਿਆਂ ਨੇ ਵੱਧ ਚੜ ਕੇ ਇਸ ਬਾਰੇ ਦੱਸਿਆ ਕਿ ਕਿਹੜੇ YouTube ਚੈਨਲ ਦੀ ਯੂਜ਼ ਕਰ ਰਹੇ ਹੋ, ਔਰ ਮੈਂ ਸਭ ਤੋਂ ਪਹਿਲੇ ਨੰਬਰ ਤੇ ਲਰਨ ਪੰਜਾਬੀ ਵਿੱਚ ਜਗਜੀਤ ਸਰ ਨੂੰ ਮੈਂ ਇਹਦੇ ਤੇ ਰੱਖਿਆ ਹੈ, ਕਿਉਂਕਿ ਜਿੰਨੀ ਮੈਂ ਦੇਖਿਆ ਹੈ ਕਿ ਮੋਸਟਲੀ ਇਸ ਨੂੰ ਯੂਜ਼ ਕਰ ਰਹੇ ਨੇ ਔਰ ਬਹੁਤ ਵਧੀਆ ਚੈਨਲ ਹੈ। ਮੈਂ ਵਧਾਈ ਦਿੰਦਾ ਜਗਜੀਤ ਜੀ ਨੂੰ ਕਿ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਹੈ ਔਰ ਸਭ ਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ। ਸੋ ਇਹ ਬਹੁਤ ਵਧੀਆ ਚੈਨਲ ਹੈ ਜਿਹਨੂੰ ਤੁਸੀਂ ਵਰਤ ਰਹੇ ਹੋ ਔਰ ਇਦਾਂ ਹੀ ਵਰਤੇ ਰਹੋ। ਅੱਗੇ ਇਹ ਪੂਰੀ ਲਿਸਟ ਜਿਹੜੀ ਹੈ ਮੈਂ ਇੱਕ ਕੰਪਾਈਲ ਕੀਤੀ ਹੈ, ਜਿਹੜੇ ਕਿ ਤੁਸੀਂ ਯੂਜ਼ ਕਰ ਰਹੇ ਹੋ, ਔਰ ਕੁਝ ਨਵੇਂ ਵੀ ਇਹਦੇ ਚ ਐਡੀਸ਼ਨਸ ਕੀਤੇ ਨੇ, ਜਿਵੇਂ ਪੜ੍ਹੋ ਪੰਜਾਬ ਹੈ। ਸੋ ਇਹਨਾਂ ਦਾ ਤੁਸੀਂ ਸਾਰੇ ਬਹੁਤ ਲਾਇਆ ਕਰ ਸਕਦੇ ਹੋ, ਰਾਦਰ ਦੈਨ ਆਪਣੇ ਆਪਣੇ ਬਣਾਉਣ ਦੇ। ਜੋ ਚੀਜ਼ਾਂ ਨਹੀਂ ਅਵੇਲੇਬਲ, ਸਾਨੂੰ ਉਹ ਚੀਜ਼ਾਂ ਲੱਭ ਕੇ ਬਣਾਉਣੀਆਂ ਚਾਹੀਦੀਆਂ ਨੇ, ਤਾਂ ਕਿ ਆਪਾਂ ਪੰਜਾਬੀ ਵਾਸਤੇ ਜਿੰਨੇ ਰਿਸੋਰਸਿਸ ਜਨਰੇਟ ਕਰ ਸਕੀਏ ਉਨੇ ਘੱਟ ਹੈ। ਸੋ ਮੈਨੂੰ ਬਹੁਤ ਖੁਸ਼ੀ ਹੋਈ ਇਹ ਦੇਖ ਕੇ ਕਿ ਤੁਸੀਂ ਸਾਰੇ ਹੀ IT ਦੇ ਨਾਲ ਜੁੜ ਕੇ ਟੀਚਿੰਗ ਨੂੰ ਕਰ ਰਹੇ ਹੋ, ਔਰ ਇਸ ਕਰੋਨਾ ਨੇ ਬਹੁਤ ਕੁਝ ਸਾਨੂੰ IT ਦੀਆਂ ਚੀਜ਼ਾਂ ਸਿਖਾਈਆਂ ਨੇ। ਟੀਚਿੰਗ ਮੈਥਡੋਲੋਜੀਜ਼ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਪਿਕਚਰਸ ਨੂੰ ਅਪਲੋਡ ਕਰਦੇ ਹੋ, ਐਕਟੀਵਿਟੀ ਬੇਸਡ ਸਟੋਰੀਜ਼ ਕਰਦੇ ਹੋ, ਰੋਲ ਪਲੇ ਕਰਦੇ ਹੋ, ਐਕਟੀਵਿਟੀ ਬੇਸਡ ਸਟੋਰੀਜ਼ ਯੂਜ਼ ਕਰ ਰਹੇ ਹੋ, PPT ਮੇਕਿੰਗ ਵੀਡੀਓਜ਼, ਮੇਕਿੰਗ PDF, YouTube ਲਿੰਕ ਸ਼ੇਅਰ ਕਰਦੇ ਹੋ, ਪਰਸਨਲ ਇੰਟਰੈਕਸ਼ਨ ਕਰਦੇ ਹੋ ਬੱਚਿਆਂ ਦੇ ਨਾਲ, ਬਲੌਗਸ ਦੇ ਥਰੂ ਐਕਸਪਲੇਨ ਕਰਦੇ ਹੋ, ਲੈਸਨ ਪਲਾਨ ਬਣਾਉਂਦੇ ਹੋ, ਅਸਾਈਨਮੈਂਟਸ ਬਣਾਉਂਦੇ ਹੋ, ਕੰਪੀਟੀਸ਼ਨ ਥਰੂ ਗੂਗਲ ਫਾਰਮਸ ਕਰਦੇ ਹੋ, ਰਾਈਟਿੰਗ ਪੈਡਸ ਨੂੰ ਯੂਜ਼ ਕਰਦੇ ਹੋ, ਪਲੇਇੰਗ ਕੁਇਜ਼ਜ਼ ਕਰਦੇ ਹੋ, ਰਾਈਟ, ਪੰਜਾਬੀ ਦੀਆਂ ਬੁੱਕਸ ਸ਼ੇਅਰ ਕਰਦੇ ਹੋ ਬੱਚਿਆਂ ਨਾਲ, ਪੰਜਾਬੀ ਟੀਚਿੰਗ ਬਾਰੇ, ਟਾਈਪਿੰਗ ਬਾਰੇ ਦੱਸਦੇ ਹੋ, ਮਾਡਲ ਬਣਾ ਐਕਸਪਲੇਨ ਕਰਦੇ ਹੋ। ਸੋ ਬੜੀ ਇਨੋਵੇਟਿਵ ਆਈਡੀਆਜ਼ ਨੇ ਤੁਹਾਡੇ ਦਿਮਾਗ ਦੇ ਵਿੱਚ ਜਿਹੜੇ ਕਿ ਤੁਸੀਂ ਕੰਮ ਕਰ ਰਹੇ ਹੋ। ਸੋ ਇਹਦੇ ਨਾਲ ਹੀ ਮੈਂ ਐਡ ਕਰਨਾ ਚਾਹਾਂਗਾ ਕਿ ਅੱਜ ਕੱਲ ਇੱਕ ਫਲਿਪਡ ਕਲਾਸਰੂਮ ਦਾ ਕਨਸੈਪਟ ਆਇਆ ਹੈ ਔਰ ਇੱਕ ਇੰਟਰੈਕਟਿਵ ਵੀਡੀਓਜ਼ ਦਾ ਕਨਸੈਪਟ ਆਇਆ ਹੈ। ਸੋ ਫਲਿਪਡ ਕਲਾਸਰੂਮ ਜਸਟ ਮੈਂ ਬਹੁਤ ਟੱਚ ਹੀ ਕਰਾਂਗਾ ਇਹਨੂੰ, ਬਾਕੀ ਤੁਸੀਂ ਐਕਸਪਲੋਰ ਕਰ ਸਕਦੇ ਹੋ। ਫਲਿਪਡ ਕਲਾਸਰੂਮ ਦਾ ਮਤਲਬ ਇਹ ਹੈ ਕਿ ਜੋ ਅਸੀਂ ਕਲਾਸਰੂਮ 'ਚ ਪੜ੍ਹਾਉਂਦੇ ਸੀਗੇ ਉਹ ਬੱਚੇ ਘਰੇ ਆਪਣੇ ਆਪ ਪੜ੍ਹਨਗੇ,
ਜੋ ਘਰੇ ਕਰਦੇ ਸੀਗੇ ਉਹਨੂੰ ਆਪਾਂ ਕਲਾਸਰੂਮ 'ਚ ਕਰਾਵਾਂਗੇ। ਮਤਲਬ ਕੀ ਹੈ ਕਿ ਜੋ ਅਸੀਂ ਟੀਚਿੰਗ ਕਰਨੀ ਸੀ ਉਹ ਬੱਚਿਆਂ ਨੂੰ ਆਪਾਂ ਪਹਿਲਾਂ ਹੀ YouTube ਲਿੰਕਸ ਵਗੈਰਾ ਦੇ ਰਹੇ ਨੇ, ਉਹ ਪੜ੍ਹ ਕੇ ਆਉਂਦੇ ਆ। ਲੇਕਿਨ ਜਿਹੜਾ ਹੋਮਵਰਕ ਦੇ ਰਹੇ ਆ ਉਹ ਹੋਮਵਰਕ ਆਪਾਂ ਨੂੰ ਜਿਹੜਾ ਹੈ ਉਹ ਆਪਾਂ ਨੂੰ ਕਲਾਸ ਦੇ ਵਿੱਚ ਬੱਚਿਆਂ ਨੂੰ ਕਰਵਾਉਣਾ ਚਾਹੀਦਾ ਹੈ, ਡਿਸਕਸ਼ਨ ਦੇ ਥਰੂ, ਉਹਨਾਂ ਦਾ ਇੰਟਰੈਕਸ਼ਨ ਦੇ ਥਰੂ, ਤਾਂ ਕਿ ਥੋੜਾ ਜਿਹਾ ਪੈਰੈਂਟਸ ਦੇ ਉੱਤੇ ਵੀ ਜਿਹੜਾ ਹੈ ਬੋਝ ਘਟ ਜਾਵੇ ਔਰ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ। ਕਈ ਆਪਣੇ ਕੋਲ ਕਈ ਪੇਰੈਂਟਸ ਨੇ ਜਿਹੜੇ ਇਲਿਟਰੇਟ ਨੇ, ਉਹਨਾਂ ਵਾਸਤੇ ਬਹੁਤ ਬੋਝ ਬਣ ਜਾਂਦਾ, ਉਹਨਾਂ ਨੂੰ ਟਿਊਸ਼ਨਾਂ ਰੱਖਣੀਆਂ ਪੈਂਦੀਆਂ ਨੇ। ਸੋ ਇਸ ਤਰ੍ਹਾਂ ਦੇ ਆਪਾਂ ਉਪਰਾਲੇ, ਨਵੇਂ ਇਨੋਵੇਸ਼ਨ ਆਈਡੀਆਜ਼ ਲੈ ਕੇ ਆ ਸਕਦੇ ਨੇ ਜਿਹਦੇ ਨਾਲ ਟੀਚਿੰਗ ਨੂੰ ਹੋਰ ਇੰਟਰਸਟਿੰਗ ਬਣਾਇਆ ਜਾ ਸਕਦਾ ਹੈ। ਇੰਟਰੈਕਟਿਵ ਵੀਡੀਓਜ਼ ਦੀ ਗੱਲ ਕਰ ਰਿਹਾ ਸੀ, ਜਦੋਂ ਆਪਾਂ YouTube ਵੀਡੀਓ ਸਾਂਝੀ ਕਰਦੇ ਹਾਂ, ਰਾਈਟ, ਉਹਨਾਂ ਨੂੰ ਹੋਰ ਇੰਟਰੈਕਟਿਵ ਕਿਵੇਂ ਬਣਾਇਆ ਜਾ ਸਕਦਾ ਹੈ। ਮੰਨ ਲਓ ਤੁਸੀਂ ਕੋਈ ਡੈਫੀਨੇਸ਼ਨ ਪੜ੍ਹਾਈ, ਜਾਂ ਤੁਸੀਂ ਮੰਨ ਲਓ ਊੜੇ ਬਾਰੇ ਸਮਝਾਇਆ, ਜਾਂ ਇੱਕ ਸਟੋਰੀ ਨੂੰ ਸਮਝਾਇਆ, ਸਟੋਰੀ ਦੇ ਰੋਲ ਨੂੰ, ਸਟੋਰੀ ਦੇ ਵਿੱਚ ਐਕਟਰਸ ਨੂੰ ਸਮਝਾਇਆ। ਥੋੜੀ ਦੂਰ ਬਾਅਦ, ਜਿਵੇਂ ਮੰਨ ਲਓ 2 ਮਿੰਟ ਦੀ ਵੀਡੀਓ ਦੇਖੀ ਉਹਨੇ, ਨਾਲੇ ਹੀ ਉਹਨੂੰ ਇੱਕ ਕੁਐਸਚਨ ਪੌਪਅਪ ਹੋ ਜੇ ਵੀ ਇਹ ਇਹਦਾ ਆਨਸਰ ਕੀ ਹੈ। ਜੇ ਤਾਂ ਉਹਨੇ ਸਹੀ ਆਨਸਰ ਦੇਤਾ ਤਾਂ ਅੱਗੇ ਵੀਡੀਓ ਨੂੰ ਦੇਖ ਸਕੇਗਾ, ਜੇ ਉਹ ਸਹੀ ਆਨਸਰ ਨਹੀਂ ਹੋਏਗਾ ਤਾਂ ਉਹਨੂੰ ਫਿਰ ਉੱਥੋਂ ਹੀ ਸਟਾਰਟ ਕਰਨਾ ਪਏਗਾ ਜਿੱਥੋਂ ਉਹਨੇ ਸ਼ੁਰੂ ਕੀਤਾ ਸੀ, ਤਾਂ ਕਿ ਉਹਨੂੰ ਆਨਸਰ ਜਦ ਤੱਕ ਕੋਈ ਜਵਾਬ ਨਹੀਂ ਦੇਗਾ ਉਹ ਅੱਗੇ ਨਹੀਂ ਵੱਧ ਸਕਦਾ। ਸੋ ਲੋਟ ਆਫ ਸੌਫਟਵੇਅਰ ਆਰ ਦੇਅਰ ਆਨਲਾਈਨ, ਆਪਣੇ ਕੋਲ ਵੈਬਸਾਈਟਸ ਨੇ ਜਿਨ੍ਹਾਂ ਦੇ ਥਰੂ ਜਿਹੜੀਆਂ ਐਗਜ਼ਿਸਟਿੰਗ ਵੀਡੀਓਜ਼ ਨੇ ਉਹਨਾਂ ਨੂੰ ਵੀ ਇੰਟਰੈਕਟਿਵ ਵੀਡੀਓਜ਼ ਬਣਾ ਸਕਦੇ ਹੋ, ਰਾਈਟ। ਸੋ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਚੈਨਲ ਦੇ ਉੱਤੇ ਸਾਰੀਆਂ ਵੀਡੀਓਜ਼ ਅਸੀਂ ਐਜ਼ ਅ ਟਿਊਟੋਰੀਅਲ ਪਾਈਆਂ ਹੋਈਆਂ ਨੇ ਵੀ ਤੁਸੀਂ ਕਿਵੇਂ ਇੰਟਰੈਕਟਿਵ ਵੀਡੀਓਜ਼ ਬਣਾਉਣੀਆਂ ਨੇ, ਕਿਵੇਂ ਤੁਸੀਂ ਸਾਰੀਆਂ ਐਕਟੀਵਿਟੀਜ਼ ਕਰ ਸਕਦੇ ਹੋ। ਸੋ ਯੂ ਕੈਨ ਗੋ ਥਰੂ ਦੈਟ। ਨੋ ਡਾਊਟ ਅੱਜ ਕੱਲ੍ਹ ਸਾਰੇ ਹੀ ਗੂਗਲ ਮੀਟ, ਜ਼ੂਮ ਐਪ, MS ਟੀਮਸ ਨੂੰ ਯੂਜ਼ ਕਰ ਰਹੇ ਨੇ ਟੀਚਿੰਗ ਵਾਸਤੇ। ਸੋ ਕਾਫੀ ਮੋਬਾਈਲ ਐਪਸ ਵੀ ਜਿਹੜੀਆਂ ਨੇ, ਤੁਹਾਡੇ ਤੋਂ ਥੋੜਾ ਜਿਹਾ ਮੈਂ ਗਾਈਡੈਂਸ ਲੈ ਕੇ ਤੁਹਾਡੀ ਜਿਹੜੀ ਤੁਸੀਂ ਦਿੱਤੀ ਸੀ ਉਹਨਾਂ ਨੂੰ ਯੂਜ਼ ਕੀਤਾ। ਬਾਕੀ ਬਹੁਤ ਸਾਰੀਆਂ ਨੇ ਜਿਹੜੀਆਂ ਮੈਂ ਖੁਦ ਵੀ ਐਡ ਕੀਤੀਆਂ ਨੇ, ਜਿੰਨੀਆਂ ਕਿ ਮੈਨੂੰ ਗੂਗਲ ਸਰਚ ਦੇ ਥਰੂ ਮੈਂ ਫਾਈਂਡ ਆਊਟ ਕਰ ਸਕਿਆ। ਸੋ ਇਹ ਮੈਂ ਹੁਣ ਜ਼ਿਆਦਾ ਬਹੁਤ ਡਿਟੇਲ 'ਚ ਨਹੀਂ ਜਾਵਾਂਗਾ, ਬਟ ਇਹ ਹੈ ਕਿ ਇਹ ਜਦੋਂ ਮੈਂ ਇਹ ਸਲਾਈਡਸ ਆਪਣੀਆਂ ਸ਼ੇਅਰ ਕਰਾਂਗਾ ਤਾਂ ਤੁਸੀਂ 1 ਬਾਏ 1 ਸਾਰੀਆਂ ਮੋਬਾਈਲ ਐਪਸ ਨੂੰ ਯੂਜ਼ ਕਰਕੇ ਦੇ ਸਕਦੇ ਹੋ, ਔਰ ਜਿਹੜੀ ਵੀ ਤੁਹਾਡੇ ਕੰਮ ਆ ਸਕਦੀ ਹੈ ਟੀਚਿੰਗ ਵਾਸਤੇ ਉਹਨਾਂ ਨੂੰ ਕਾਈਂਡਲੀ ਯੂਜ਼ ਕਰੋ। ਜਿੰਨੀਆਂ ਐਗਜ਼ਿਸਟਿੰਗ ਰਿਸੋਰਸਿਸ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤ ਕੇ ਆਪਣੇ ਇਨੋਵੇਟਿਵ ਆਈਡੀਆਜ਼ ਨੂੰ ਐਡ ਕਰਕੇ ਟੀਚਿੰਗ ਕਰਨ ਦੀ ਕੋਸ਼ਿਸ਼ ਕਰੋ। ਸੋ ਇੱਕ ਕੁਐਸਚਨ ਸੀਗਾ ਕਿ ਟਾਈਪਿੰਗ ਕਰਨ ਲਈ ਕਿਹੜੇ ਫੌਂਟ ਦੀ ਵਰਤੋਂ ਕਰਦੇ ਹੋ। ਸੋ ਇਹ ਸਾਰਿਆਂ ਨੇ ਬੜਾ ਵੱਧ ਚੜ ਕੇ ਲਿਖਿਆ ਕਿ ਉਹ ਅਸੀਸ, ਗੁਰਬਾਨੀ, ਅਮਰ ਲਿਪੀ, ਅਨਮੋਲ ਲਿਪੀ, ਡਾਕਟਰ ਚਾਤਰਿਕ, ਅਨਮੋਲ ਕਲਮੀ, ਅਮਰ ਬੋਲੀ, ਅੰਮ੍ਰਿਤ ਲਿਪੀ, ਰਾਵੀ, ਨਿਰਮਲਾ, UI। ਸੋ ਇਹਨਾਂ ਵਿੱਚ ਕੁਝ ਯੂਨੀਕੋਡ ਨੇ, ਕੁਝ ਨਾਨ ਯੂਨੀਕੋਡ ਨੇ। ਸੋ ਤੁਸੀਂ ਦੋਨੋਂ ਤਰ੍ਹਾਂ ਦੇ, ਕੁਝ ਲੋਕ ਯੂਨੀਕੋਡ ਤੇ ਟਾਈਪਿੰਗ ਕਰ ਰਹੇ ਨੇ, ਕੁਝ ਨਾਨ ਯੂਨੀਕੋਡ ਤੇ ਟਾਈਪਿੰਗ ਕਰ ਰਹੇ ਨੇ। ਸੋ ਅੱਗੇ ਮੈਂ ਆਵਾਂਗਾ ਕਿ ਯੂਨੀਕੋਡ ਤੇ ਨਾਨ ਯੂਨੀਕੋਡ ਕੀ ਹੁੰਦੇ ਨੇ। ਫਿਰ ਫੌਂਟ ਕਨਵਰਟਰਸ, ਜੇ ਇੱਕ ਫੌਂਟ ਦੇ ਵਿੱਚ ਕੋਈ ਆਪਣੇ ਕੋਲ ਟੈਕਸਟ ਅਵੇਲੇਬਲ ਹੈ ਤਾਂ ਉਹਨੂੰ ਆਪਾਂ ਦੂਜੇ ਫੌਂਟ ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ, ਜਾਂ ਇੱਕ ਫੌਂਟ ਦੇ ਵਿੱਚ ਅਵੇਲੇਬਲ ਹੈ ਤਾਂ ਆਪਾਂ ਯੂਨੀਕੋਡ ਦੇ ਵਿੱਚ ਕਿਵੇਂ ਉਹ ਕਨਵਰਟ ਕਰਨਾ ਹੈ। ਸੋ ਉਹਨਾਂ ਨੂੰ ਆਪਾਂ ਫੌਂਟ ਕਨਵਰਟਰਸ ਕਰਨੇ ਆ। ਸੋ ਕਈਆਂ ਨੇ ਦੱਸਿਆ ਕਿ ਉਹ ਅੱਖਰ ਵਰਤਦੇ ਨੇ, ਗੁਰਮੁਖੀ ਫੌਂਟ ਕਨਵਰਟਰ ਵਰਤਦੇ ਨੇ, fontconverter.in, punjabi.aglsoft.com ਕਰਦੇ ਨੇ। ਸੋ ਇਹ ਅੱਛੇ ਨੇ, ਬਹੁਤ ਵਧੀਆ ਰਿਜ਼ਲਟਸ ਨੇ ਇਹਨਾਂ ਦੇ। ਸੋ ਮੈਂ ਇਹਨਾਂ ਬਾਰੇ ਵੀ ਅੱਗੇ ਡਿਟੇਲਸ ਆਵਾਂਗਾ। ਫਿਰ ਪੰਜਾਬੀ ਟਾਈਪਿੰਗ ਕੀਬੋਰਡਸ ਬਾਰੇ ਪੁੱਛਿਆ ਸੀ ਤਾਂ ਤੁਸੀਂ ਦੱਸਿਆ ਕਿ ਲਿਪਿਕਾ ਪੰਜਾਬੀ ਕੀਬੋਰਡ, ਇੰਡਿਕ ਲੈਂਗੁਏਜ ਕੀਬੋਰਡ, ਗੂਗਲ ਕੀਬੋਰਡ ਯੂਜ਼ ਕਰ ਰਹੇ ਹੋ। ਸੋ ਇੱਕ ਬਾਹਰਾ ਮੈਂ ਆਪਣੇ ਵੱਲੋਂ ਐਡ ਕੀਤਾ, ਇਹ ਵੀ ਬਹੁਤ ਅੱਛਾ ਹੈ, ਤੁਸੀਂ ਟਰਾਈ ਕਰਕੇ ਦੇਖਣਾ। ਇਸ ਦੀ ਵੈਬਸਾਈਟ ਵੀ ਮੈਂ ਇਹਦੇ ਨਾਲ ਸਾਂਝੀ ਕੀਤੀ ਹੈ। ਫਿਰ ਟ੍ਰਾਂਸਲਿਟਰੇਸ਼ਨ ਦਾ ਮਤਲਬ ਕੀ ਹੈ ਕਿ ਮੰਨ ਲਓ ਮੇਰਾ ਨਾਮ ਹੁਣ ਵਿਸ਼ਾਲ ਹੈ, ਜੇ ਇੰਗਲਿਸ਼ 'ਚ ਲਿਖਿਆ ਹੈ ਤਾਂ ਉਹਨੂੰ ਮੈਂ ਪੰਜਾਬੀ 'ਚ ਵਿਸ਼ਾਲ ਲਿਖਣਾ ਹੈ, ਉਹਦੇ ਮਤਲਬ ਨੂੰ ਸਮਝੇ ਬਿਨਾ, ਰਾਈਟ। ਜੇ ਮੈਂ ਕੰਪਿਊਟਰ ਕਹਿੰਦਾ ਤਾਂ ਉਹਨੂੰ ਮੈਂ ਕੰਪਿਊਟਰ ਲਿਖਣਾ ਚਾਹੁੰਦਾ ਪੰਜਾਬੀ ਦੇ ਵਿੱਚ ਜਾਂ ਹਿੰਦੀ ਵਿੱਚ, ਉਹਨੂੰ ਕਹਿੰਦੇ ਟ੍ਰਾਂਸਲਿਟਰੇਸ਼ਨ। ਉਹਨੂੰ ਟ੍ਰਾਂਸਲੇਟ ਨਹੀਂ ਕਰਨਾ, ਟ੍ਰਾਂਸਲਿਟਰੇਟ ਕਰਨਾ ਹੈ। ਸੋ ਗੂਗਲ ਦਾ ਟ੍ਰਾਂਸਲਿਟਰੇਸ਼ਨ ਟੂਲ ਹੈ, ਅੱਖਰ ਦੇ ਵਿੱਚ ਵੀ ਟ੍ਰਾਂਸਲਿਟਰੇਸ਼ਨ ਟੂਲ ਹੈ, ਹੋਰ ਬਹੁਤ ਸਾਰੇ ਨੇ। ਜਦੋਂ ਆਪਾਂ ਟ੍ਰਾਂਸਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਆਪਾਂ ਜ਼ਿਆਦਾਤਰ ਗੂਗਲ ਟ੍ਰਾਂਸਲੇਸ਼ਨ ਦੀ ਗੱਲ ਕਰਦੇ ਹਾਂ, ਬਟ ਤੁਹਾਨੂੰ ਹੋਰ ਵੀ ਵੈਬਸਾਈਟਾਂ ਬਾਰੇ ਮੈਂ ਜਾਣੂ ਕਰਵਾਵਾਂਗਾ ਜਿਨ੍ਹਾਂ ਦੇ ਥਰੂ ਤੁਸੀਂ ਟ੍ਰਾਂਸਲੇਸ਼ਨ ਕਰ ਸਕਦੇ ਹੋ। ਕੁਝ ਕੁਐਸਚਨ ਸੀਗੇ ਕਿ ਤੁਹਾਨੂੰ ਕੰਪਿਊਟਰ ਤੇ ਪੰਜਾਬੀ ਟਾਈਪ ਕਰਨੀ ਆਉਂਦੀ ਹੈ, ਤਾਂ 34.4% ਐਵੇਂ ਦੇ ਨੇ ਜਿਨ੍ਹਾਂ ਨੂੰ ਨਹੀਂ ਆਉਂਦੀ। ਪਰ ਮੇਰੀ ਗੁਜ਼ਾਰਿਸ਼ ਹੈ ਕਿ ਪੰਜਾਬੀ ਟਾਈਪਿੰਗ ਜ਼ਰੂਰ ਸਿੱਖੋ, ਔਰ ਪੰਜਾਬੀ ਟਾਈਪਿੰਗ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਇੰਟਰਨੈਟ ਦੀ ਵਰਤੋਂ ਕਰਨੀ ਹੈ, ਮੋਬਾਈਲ ਐਪ ਦੀ ਵਰਤੋਂ ਕਰਨੀ ਹੈ, ਮੋਬਾਈਲ ਦੀ ਵਰਤੋਂ ਕਰਨੀ ਹੈ, ਤਾਂ ਤੁਹਾਨੂੰ ਟਾਈਪਿੰਗ ਜ਼ਰੂਰੀ ਹੈ ਆਣੀ। ਕੀ ਤੁਸੀਂ ਯੂਨੀਕੋਡ ਬਾਰੇ ਜਾਣਦੇ ਹੋ? ਤਾਂ 27.4% ਨੂੰ ਨਹੀਂ ਪਤਾ, ਸੋ ਮੈਂ ਦੱਸਾਂਗਾ ਤੁਹਾਨੂੰ। ਕੀ ਤੁਸੀਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਫੌਂਟ ਕਨਵਰਟਰ ਬਾਰੇ ਜਾਣਦੇ ਹੋ ਅਤੇ ਇਸ ਦੀ ਵਰਤੋਂ ਕੀਤੀ ਹੈ? ਜੇ ਕੀਤੀ ਹੈ ਤਾਂ ਉਸ ਦਾ ਨਾਮ। ਸੋ ਜ਼ਿਆਦਾਤਰ ਲੋਕਾਂ ਮਤਲਬ ਟੀਚਰਸ ਨੇ ਨੋ ਕਿਹਾ ਹੈ। ਕਈਆਂ ਨੇ ਆਨਸਰ ਦਿੱਤਾ ਤਾਂ ਅੱਖਰ, ਗੁਰਮੁਖੀ ਫੌਂਟ ਕਨਵਰਟਰ, fontconverter.in ਤੇ punjabi.aglsoft.com ਦਾ ਨਾਮ ਲਿੱਤਾ। ਸਪੈਲ ਚੈਕਰ ਬਾਰੇ ਗੱਲ ਕਰੀਏ ਪੰਜਾਬੀ ਦੇ ਤਾਂ ਮੋਸਟਲੀ ਨੇ ਨੋ ਕੀਤੀ ਹੈ, ਮੈਂ ਉਹਦੇ ਬਾਰੇ ਵੀ ਦੱਸੂਗਾ। ਗ੍ਰਾਮਰ ਚੈਕਰ ਮੋਸਟਲੀ ਨੇ ਨੋ ਕੀਤੀ ਹੈ, ਲੇਕਿਨ ਅੱਖਰ ਬੜਾ ਪ੍ਰੋਬਲੈਂਟ ਹੈ। ਸੋ ਇੱਥੋਂ ਦੀ ਮੇਰੀ ਖੁਦ ਦੀ ਪ੍ਰੈਜੈਂਟੇਸ਼ਨ ਸਟਾਰਟ ਹੁੰਦੀ ਹੈ। ਉਸ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗਾ ਕਿ ਜਿਹੜੇ ਟੀਚਰਸ ਦੇ ਕੋਈ ਕੁਐਸਚਨਸ ਨੇ ਉਹ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਲੈ ਲਈਏ, ਉਸ ਤੋਂ ਬਾਅਦ ਅੱਗੇ ਮੈਂ ਆਪਣੀ ਪ੍ਰੈਜੈਂਟੇਸ਼ਨ ਤੇ ਵਧਾਂਗਾ। ਸੋ ਹੁਣ ਮੈਂ
5 ਮਿੰਟ ਦਾ ਇੱਕ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਆਪਣੇ ਆਪਣੇ ਕੁਐਸਚਨ 1 ਬਾय 1 ਜਿਹੜੇ ਹੈ ਉਹ ਮੈਨੂੰ ਪੁੱਟ ਅਪ ਕਰ ਸਕਦੇ ਨੇ ਜਾਂ ਆਪਾਂ ਡਿਸਕਸ਼ਨ ਕਰ ਸਕਦੇ ਹਾਂ। ਉਸ ਤੋਂ ਬਾਅਦ ਮੈਂ ਫਿਰ ਆਪਣੀ ਪ੍ਰੈਜੈਂਟੇਸ਼ਨ ਸ਼ੁਰੂ ਕਰ ਦਾਂਗਾ। ਹਾਂਜੀ ਪਲੀਜ਼, ਹਾਊਸ ਇਜ਼ ਓਪਨ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਤਿ ਸ਼੍ਰੀ ਅਕਾਲ ਹਰਮੀਤ ਮੈਮ। ਹਾਂਜੀ ਸਰ, ਮੈਂ JNV ਕਾਨਪੁਰ ਦੇਹਾਤ ਉੱਤਰ ਪ੍ਰਦੇਸ਼ ਤੋਂ। ਸਰ ਹਾਂਜੀ ਮੇਰਾ ਮੈਮ। ਕੁਐਸਚਨ ਹੈ ਕਿ ਜਦੋਂ ਅਸੀਂ ਅਨਮੋਲ ਲਿਪੀ ਜਾਂ ਅਮਰ ਲਿਪੀ ਦੇ ਵਿੱਚ ਪੰਜਾਬੀ ਟਾਈਪ ਕਰਦੇ ਹਾਂ ਤੇ ਜਦੋਂ ਅਸੀਂ ਫਿਰ ਕਿਸੇ ਸਟੂਡੈਂਟ ਨੂੰ ਭੇਜਦੇ ਹਾਂ ਤੇ ਉਹਨਾਂ ਦੇ ਕੰਪਿਊਟਰ ਤੇ ਜੋ ਫੌਂਟ ਨਹੀਂ ਹੁੰਦਾ ਤਾਂ ਉਹਨਾਂ ਨੂੰ ਮਤਲਬ ਉਸ ਫੌਂਟ ਦੇ ਵਿੱਚ ਪੜ੍ਹਿਆ ਨਹੀਂ ਜਾਂਦਾ, ਉਹ ਚੇਂਜ ਹੋ ਜਾਂਦਾ ਇੰਗਲਿਸ਼ ਵਿੱਚ ਜਾਂ ਕਿਸੇ ਹੋਰ ਫੌਂਟ ਦੇ ਵਿੱਚ। ਤੇ ਬਿਲਕੁਲ ਮੈਮ। ਫਿਰ ਸਾਨੂੰ ਮਤਲਬ ਅਮਰ ਲਿਪੀ ਜਾਂ ਅਨਮੋਲ ਲਿਪੀ ਇਹਨਾਂ ਦੇ ਵਿੱਚ ਸਾਨੂੰ ਟਾਈਪਿੰਗ ਨਹੀਂ ਕਰਨੀ ਚਾਹੀਦੀ? ਮੈਡਮ ਆਪਾਂ ਨੂੰ ਵੈਸੇ ਜੋ ਹੁਣ ਆਪਾਂ ਨੂੰ ਯੂਨੀਕੋਡ ਤੇ ਮੂਵ ਕਰ ਦੇਣਾ ਚਾਹੀਦਾ। ਸੋ ਯੂਨੀਕੋਡ ਅੱਛਾ ਜੀ। ਟਾਈਪਿੰਗ ਹੀ ਕਰਨੀ ਚਾਹੀਦੀ ਹੈ। ਬਾਈ ਚਾਂਸ ਫਿਰ ਵੀ ਜੇ ਤੁਹਾਡੇ ਕੋਲ ਆਲਰੇਡੀ ਇੱਕ ਮਟੀਰੀਅਲ ਪਿਆ ਹੋਇਆ ਜਿਹੜਾ ਕਿ ਨਾਨ ਯੂਨੀਕੋਡ ਫੌਂਟ ਦੇ ਵਿੱਚ ਹੈ ਤਾਂ ਬਹੁਤ ਸਾਰੇ ਆਪਣੇ ਕੋਲ ਇਸ ਵੇਲੇ ਬਹੁਤ ਵਧੀਆ ਫੌਂਟ ਕਨਵਰਟਰਸ ਅਵੇਲੇਬਲ ਨੇ ਜਿਨ੍ਹਾਂ ਨੂੰ ਪਹਿਲਾਂ ਯੂਨੀਕੋਡ ਦੇ ਵਿੱਚ ਤੁਸੀਂ ਕਨਵਰਟ ਕਰ ਲਓ, ਉਸ ਤੋਂ ਬਾਅਦ ਬੱਚਿਆਂ ਨਾਲ ਸਾਂਝਾ ਕਰੋ ਤਾਂ ਫਿਰ ਉਹਨਾਂ ਨੂੰ ਦਿੱਕਤ ਨਹੀਂ ਆਏਗੀ ਖੋਲ੍ਹਣ ਦੇ ਵਿੱਚ। ਸੋ ਤੁਹਾਨੂੰ ਮੈਂ ਫੌਂਟ ਕਨਵਰਟਰਸ ਬਾਰੇ ਦੱਸਾਂਗਾ ਠੀਕ ਜਿਨ੍ਹਾਂ ਹੈ। ਦੇ ਥਰੂ ਜਸਟ ਔਨ ਦਾ ਕਲਿੱਕ ਆਫ ਦਾ ਬਟਨ ਤੁਸੀਂ ਉਹਨਾਂ ਨੂੰ ਕਨਵਰਟ ਕਰ ਲਓ, ਉਸ ਤੋਂ ਬਾਅਦ ਯੂਜ਼ ਕਰ ਲਓ ਔਰ ਬੱਚਿਆਂ ਨੂੰ ਭੇਜ ਦਿਓ। ਅੱਛਾ ਜੀ, ਥੈਂਕ ਯੂ ਸਰ। ਓਕੇ ਜੀ। ਹਾਂਜੀ ਹੋਰ ਕੋਈ ਟੀਚਰ? ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ। ਹਾਂਜੀ मैं ਕੁਲਵੀਰ ਮੈਮ JNV ਸਤਿ ਸ਼੍ਰੀ हाँ ਅਕਾਲ ਜੀ। JNV ਲੋਂਗੋਵਾਲ ਤੋਂ ਬੋਲਦੀ ਹਾਂ। ਸਰ ਕਿਆ ਜੀ ਕੰਪਿਊਟਰ ਦੇ ਉੱਤੇ ਆਪਾਂ ਬੋਲ ਕੇ ਪੰਜਾਬੀ ਦੇ ਵਿੱਚ ਲਿਖ ਸਕਦੇ ਹਾਂ? ਹਾਂਜੀ मतलब ਮੈਮ बोल ਮੈਂ के ਤੁਹਾਨੂੰ लिखना चाहिए। ਉਹਦੇ ਕੰਪਿਊਟਰ ਅੱਛਾ ਕੰਪਿਊਟਰਸ ਤੇ ਕਰਨਾ ਚਾਹੁੰਦੇ ਹੋ हाँ ਮੈਡਮ? जी ਉਹਦੇ हाँ ਵਿੱਚ ਦੇਖੋ बोल के। ਗੂਗਲ ਡਾਕਸ ਹੈ, ਗੂਗਲ ਡਾਕਸ ਹੈ, हाँ ਆਪਾਂ जी सर। ਆਨਲਾਈਨ ਕਰ ਸਕਦੇ ਹਾਂ ਜੀ। ਉਹਦੇ ਵਿੱਚ ਨਾ ਜਿਵੇਂ ਆਪਣੇ ਕੋਲ ਆਪਾਂ docs.google.com ਕਰਦੇ ਹਾਂ, हाँ ਠੀਕ ਹੈ जी ਜੀ, ਉੱਥੇ ਤੁਸੀਂ हाँ जी ਪੰਜਾਬੀ ਚ ਟਾਈਪਿੰਗ ਕਰ ਸਕਦੇ ਹੋ ਜੀ। ओके ਦੂਸਰਾ ਜਿਹੜਾ ਹੈ थैंक यू। ਹੋਰ ਤਰੀਕਾ ਅਪਣਾਉਣਾ ਹੈ ਤਾਂ ਜਿਵੇਂ हाँ ਜੇ जी ਤੁਹਾਡੇ ਕੋਲ ਐਂਡਰਾਇਡ ਦਾ ਤੁਹਾਡਾ ਐਂਡਰਾਇਡ ਦਾ ਫੋਨ ਹੈ ਉਹਦੇ ਤੋਂ ਤੇ ਆਪਣੇ ਕੋਲ ਫੈਸਿਲਿਟੀ ਹੈਗੀ ਹੈ। ਵੈਸੇ ਤਾਂ ਉਹਦੇ ਵਿੱਚੋਂ ਵੀ ਤੁਸੀਂ ਬੋਲ ਕੇ ਟਾਈਪ ਕਰੋ, ਉਸ ਤੋਂ ਬਾਅਦ ਆਪਣੇ ਆਪ ਨੂੰ ਈਮੇਲ ਕਰ ਲਓ ਮੋਬਾਈਲ ਤੋਂ। ਫਿਰ ਵੀ ਤੁਸੀਂ ਜੇ ਕਰਨਾ ਚਾਹੁੰਦੇ ਹੋ हाँ जी ਤਾਂ ਇਹਦੇ ਇੱਕ ਉੱਤੇ ਆਪਣੇ है। ਕੋਲ ਬਲੂ ਸਟੈਕ ਕਰਕੇ हाँ ਆਉਂਦਾ ਜੀ, जी ਠੀਕ ਹੈ ਜੀ। ਉਹ ਕੀ ਹੈ ਕਿ ਜਿਹੜੇ ਵੀ ਐਂਡਰਾਇਡ ਦੇ ਜਿੰਨੇ ਵੀ ਮੋਬਾਈਲ ਐਪ ਨੇ ਉਹ ਤੁਸੀਂ ਆਪਣੇ ਲੈਪਟਾਪ ਤੇ ਇੰਸਟਾਲ ਕਰ ਸਕਦੇ ਹੋ ਤੇ ਫਿਰ ਤਾਂ ਤੁਸੀਂ ਕੋਈ ਇਸ਼ੂ ਹੀ ਨਹੀਂ ਹੈ। ਫਿਰ ਤਾਂ ਤੁਸੀਂ ਜਿਹੜੇ ਵੀ ਆਪਣੇ ਕੋਲ ਸਪੀਕਿੰਗ ਟੂਲਸ ਨੇ हाँ ਉਹਨਾਂ ਨੂੰ ਯੂਜ਼ ਕਰਕੇ ਤੁਸੀਂ ਲੈਪਟਾਪ ਤੇ ਜਾਂ ਆਪਣੇ जी हाँ जी ਸਿਸਟਮ ਤੇ ਵੀ ਕਰ ਸਕਦੇ ਹੋ ਜੀ ਬੋਲ ਕੇ ਟਾਈਪ। ठीक 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 है ਠੀਕ ਹੈ सर। ਜੀ। ਹਾਂਜੀ थैंक यू ਹਾਂਜੀ सर। ਹੋਰ ਕੋਈ ਸਾਥੀ? ਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਰ ਹਾਂਜੀ ਮੈਂ ਸਤਿ ਸ਼੍ਰੀ ਅਕਾਲ JNV ਸੰਗਰੂਰ ਸਤਨਾਮ ਤੋਂ। ਸਿੰਘ ਜੀ। ਹਾਂਜੀ ਹਾਂਜੀ ਮੈਮ ਬੋਲੋ ਮੈਮ ਪਲੀਜ਼ ਬੋਲੋ ਤੁਸੀਂ। ਹਾਂਜੀ ਹਰਮਹਿੰਦਰ ਮੈਮ ਪਲੀਜ਼ ਬੋਲੀਏ। ਸਰ ਮੈਂ JNV ਸੰਗਰੂਰ ਤੋਂ। ਸਰ ਸਾਨੂੰ ਨਾ ਮਾਈਕਰੋਸਾਫਟ ਹਾਂਜੀ ਟੀਮ ਤੇ ਹੀ ਵਰਕ ਕਰਨ ਲਈ ਕਿਹਾ ਗਿਆ ਹੈ, ਪਰ ਮਾਈਕਰੋਸਾਫਟ ਟੀਮ ਤੇ ਓਕੇ ਟਾਈਪਿੰਗ ਨਹੀਂ ਹੁੰਦੀ। ਅਸੀਂ ਕਈ ਵਾਰ ਕੁਐਸਚਨ ਬੋਲ ਕੇ ਲਿਖਦੇ ਹਾਂ ਤਾਂ ਕੁਐਸਚਨ ਬੋਲ ਕੇ ਜਦੋਂ ਅਸੀਂ ਲਿਖਦੇ ਹਾਂ ਦੁਬਾਰੇ ਉਸ ਨੂੰ ਲੈਪਟਾਪ ਤੇ ਖੋਲਦੇ ਹਾਂ ਤਾਂ ਉਹ ਕੁਐਸਚਨ ਪ੍ਰੋਪਰਲੀ ਨਹੀਂ ਹੁੰਦਾ। ਨਹੀਂ ਬੋਲ ਕੇ ਟਾਈਪ ਕਰਨਾ ਮਤਲਬ ਮੈਨੂੰ ਗੱਲ ਨਹੀਂ ਸਮਝ ਆਈ ਕਿ ਮਾਈਕਰੋਸਾਫਟ ਟੀਮਸ ਦੀ ਕੀ ਪ੍ਰੋਬਲਮ ਹੈ। ਹਾਂ ਮਾਈਕਰੋਸਾਫਟ ਟੀਮ ਤੇ ਜਦੋਂ ਅਸੀਂ ਮਾਈਕਰੋਸਾਫਟ ਫਾਰਮ ਤੇ ਕੋਈ ਕੁਇਜ਼ ਸੈੱਟ ਕਰਨਾ ਹੈ, ਮਤਲਬ ਪੰਜਾਬੀ ਦਾ 10 ਮਾਰਕਸ ਦਾ, ਤਾਂ ਓਕੇ ਅਸੀਂ ਓਕੇ ਕੁਐਸਚਨ ਹਾਂਜੀ ਬੋਲ ਕੇ ਦੱਸ ਦਿੰਨੇ ਆ ਤੇ ਆਪਸ਼ਨ ਵੀ ਦੱਸ ਦਿੰਨੇ ਆ ਬੋਲ ਕੇ। ਲੇਕਿਨ ਜਦੋਂ ਅਸੀਂ ਠੀਕ ਹੈ ਉਹਨੂੰ ਓਪਨ ਕਰਦੇ ਹਾਂ, ਜਦੋਂ ਅਸੀਂ ਟੀਮ 'ਚ ਜਾ ਕੇ ਬੱਚਿਆਂ ਨੂੰ ਸੈਂਡ ਕਰਨਾ ਹੁੰਦਾ ਤਾਂ ਕਈ ਵਾਰ ਉਹਦਾ ਫੌਂਟ ਜਿਹੜਾ ਹੈ ਚੇਂਜ ਹੋ ਜਾਂਦਾ, ਕੁਐਸਚਨ ਚੇਂਜ ਹੋ ਜਾਂਦਾ ਤੇ ਜਿਹਦੇ ਕਰਕੇ ਸਾਨੂੰ ਬੜੀ ਸਮੱਸਿਆ ਆ ਜਾਂਦੀ ਹੈ। ਮੈਮ ਯੂਨੀਕੋਡ ਵਰਤੋ ਨਾ ਮੈਮ, ਯੂਨੀਕੋਡ 'ਚ ਕੋਈ ਸਮੱਸਿਆ ਨਹੀਂ ਆਉਂਦੀ। ਸਰ ਮਾਈਕਰੋਸਾਫਟ ਟੀਮ ਤੇ ਯੂਨੀਕੋਡ? ਮੈਮ ਯੂਨੀਕੋਡ ਤਾਂ ਤੁਹਾਡੇ ਕੰਪਿਊਟਰ ਨੇ ਟਾਈਪ ਕਰਨਾ ਹੈ ਨਾ, ਤੁਸੀਂ ਕੀਬੋਰਡ ਕਿਹੜਾ ਯੂਜ਼ ਕਰ ਰਹੇ ਹੋ। ਜਿਵੇਂ ਮੈਂ ਓਕੇ ਅੱਜ ਸਰ। ਇਨਸਕ੍ਰਿਪਟ ਕੀਬੋਰਡ ਬਾਰੇ ਦੱਸਾਂਗਾ ਤੁਹਾਨੂੰ। ਸੋ ਇਨਸਕ੍ਰਿਪਟ ਅੱਛਾ ਜੀ। ਕੀਬੋਰਡ ਨੂੰ ਯੂਜ਼ ਕਰੋ। ਹਫਤਾ ਕੁ ਲੱਗੇਗਾ ਮੈਡਮ ਟ੍ਰੇਨਿੰਗ ਨੂੰ ਤੁਹਾਨੂੰ, ਅਦਰਵਾਈਜ਼ ਓਕੇ ਮਤਲਬ ਸਰ। ਉਹਦੇ ਨਾਲ ਤੁਹਾਨੂੰ ਬਹੁਤ ਈਜ਼ੀ ਹੋ ਜਾਏਗਾ। ਓਕੇ ਸੋ ਸਰ। ਓਕੇ ਹਾਂਜੀ ਠੀਕ ਹੈ ਸਰ। ਹਾਂਜੀ 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 ਸਤਨਾਮ ਜੀ। ਹਾਂਜੀ ਸਰ, ਮੇਰਾ ਵੀ ਇਹੀ ਕੁਐਸਚਨ ਸੀ ਜਿਹੜਾ ਮੈਡਮ ਨੇ ਕੀਤਾ ਤੇ ਸੋਲਵ ਹੋ ਗਿਆ। ਦੱਸ ਦੋਗੇ ਤੁਸੀਂ ਬਾਅਦ ਵਿੱਚ ਨਾ? ਅੱਛਾ ਅੱਛਾ ਧੰਨਵਾਦ। ਠੀਕ ਹੈ ਜੀ। ਫਾਈਨ ਸਰ। ਹਾਂਜੀ ਕੋਈ ਹੋਰ ਟੀਚਰ ਕੁਝ ਗੱਲ ਕਰਨਾ ਚਾਹਣਗੇ? ਨਹੀਂ ਤਾਂ ਆਪਾਂ ਅੱਗੇ ਵੱਧ ਸਕਦੇ ਹਾਂ ਜੀ।
ਓਕੇ, ਸੋ ਹੁਣ ਮੈਂ ਪ੍ਰੈਜੈਂਟੇਸ਼ਨ ਵੱਲ ਆਪਣਾ ਮੂਵ ਕਰਾਂਗਾ। ਪੰਜਾਬੀ ਇਨਪੁਟ ਟੂਲਸ, ਬਿਕੋਜ਼ ਦੇਖੋ ਜਦੋਂ ਵੀ ਤੁਸੀਂ ਕੋਈ ਵੀ ਪੰਜਾਬੀ ਨੂੰ ਦੀ ਵਰਤੋਂ ਦੀ ਗੱਲ ਕਰਦੇ ਹੋ ਕੰਪਿਊਟਰਸ ਦੇ ਉੱਤੇ, ਇੱਕੋ ਹੀ ਚੀਜ਼ ਹੈ ਕਿ ਸਭ ਤੋਂ ਪਹਿਲਾਂ ਬੇਸਿਕ ਚੀਜ਼ ਹੈ ਤੁਹਾਨੂੰ ਪੰਜਾਬੀ ਦੀ ਟਾਈਪਿੰਗ ਕਰਨੀ ਆਣੀ। ਕੰਪਿਊਟਰਸ ਦੇ ਉੱਤੇ ਪੰਜਾਬੀ ਦੀ ਟਾਈਪਿੰਗ ਕਿਵੇਂ ਕਰਨੀ ਹੈ, ਬਿਕੋਜ਼ ਉਹੀ ਸਭ ਤੋਂ ਵੱਡਾ ਤੁਹਾਡਾ ਬੇਸ ਹੈ। ਤੁਸੀਂ ਪੰਜਾਬੀ ਦੀ ਟਾਈਪਿੰਗ ਕਿਵੇਂ ਕਰ ਸਕਦੇ ਹੋ? ਦੇਖੋ ਬਹੁਤ ਹੀ ਸਿੰਪਲ ਹੈ। ਜਦੋਂ ਜੇ ਤਾਂ ਤੁਸੀਂ ਇਨਸਕ੍ਰਿਪਟ ਕੀਬੋਰਡ ਦੀ ਯੂਜ਼ ਕਰੋਗੇ, ਹਫਤਾ 10 ਦਿਨ ਲਗਾ ਲਓ ਜੀ, ਤੁਹਾਨੂੰ ਸਭ ਕੁਝ ਆ ਜਾਏਗਾ ਟਾਈਪ ਕਰਨਾ। ਇੱਕ ਵਾਰੀ ਟਾਈਪ ਕਰਨਾ ਆ ਗਿਆ ਤੁਹਾਡੇ ਵਾਸਤੇ ਕੁਝ ਵੀ ਨਹੀਂ ਹੈ ਜੀ, ਬਾਕੀ ਮਤਲਬ ਸਭ ਕੁਝ ਈਜ਼ੀ ਹੈ, ਹਾਈਲੀ ਈਜ਼ੀ। ਬਟ ਯੂਨੀਕੋਡ ਟਾਈਪ ਕਰਨਾ ਆਪਾਂ, ਨॉन यूनिकोड फॉन्ट ਤੇ ਨਹੀਂ ਜਾਣਾ। ਹੁਣ ਆਪਾਂ ਯੂਨੀਕੋਡ ਟਾਈਪਿੰਗ ਹੀ ਸਿੱਖਣੀ ਹੈ ਔਰ ਬਹੁਤ ਈਜ਼ੀ ਹੈ ਉਹ ਸਿੱਖਣੀ। ਸੋ ਜਦੋਂ ਆਪਾਂ ਟਾਈਪਿੰਗ ਦੀ ਗੱਲ ਕਰਦੇ ਹਾਂ, ਆਪਾਂ ਕੀਬੋਰਡ ਦੇ ਥਰੂ ਵੀ ਟਾਈਪਿੰਗ ਕਰ ਸਕਦੇ ਹਾਂ, ਆਪਾਂ ਬੋਲ ਕੇ ਵੀ ਟਾਈਪਿੰਗ ਕਰ ਸਕਦੇ ਹਾਂ, ਈਵਨ ਹੱਥ ਨਾਲ ਲਿਖ ਕੇ ਵੀ ਟਾਈਪਿੰਗ ਕਰ ਸਕਦੇ ਹਾਂ, ਰਾਈਟ। ਸੋ ਜਦੋਂ ਆਪਾਂ ਟਾਈਪਿੰਗ ਦੀ ਗੱਲ ਕਰਦੇ ਹਾਂ, ਕੀਬੋਰਡਸ ਦੀ ਗੱਲ ਕਰਦੇ ਹਾਂ, ਤਾਂ ਆਪਣੇ ਕੋਲ 3 ਤਰ੍ਹਾਂ ਦੇ ਕੀਬੋਰਡ ਹੁੰਦੇ ਨੇ। ਇੱਕ ਰੈਮਿੰਗਟਨ ਕੀਬੋਰਡ, ਇੱਕ ਫੋਨੈਟਿਕ ਕੀਬੋਰਡ, ਇੱਕ ਇਨਸਕ੍ਰਿਪਟ ਕੀਬੋਰਡ। ਰਿਮਿੰਗਟਨ ਕੀਬੋਰਡ ਆਪਣੇ ਕੋਲ ਹੁੰਦੇ ਨੇ ਜਿਹੜੇ ਕਿ ਮੈਡਮ ਨੇ ਕਿਹਾ ਕਿ ਮੈਂ ਮੰਨ ਲਓ ਗੁਰਮੁਖੀ ਫੌਂਟ ਯੂਜ਼ ਕਰਦੇ ਆ ਜਾਂ ਫਿਰ ਮੈਂ ਅਸੀਸ ਫੌਂਟ ਯੂਜ਼ ਕਰ ਰਿਹਾ। ਸੋ ਇਸ ਸਾਰੇ ਨॉन यूनिकोड ਫੌਂਟ ਨੇ ਜਿਨ੍ਹਾਂ ਨੂੰ ਵਰਤ ਕੇ ਆਪਾਂ ਟਾਈਪਿੰਗ ਕਰਦੇ ਆ। ਸੋ ਹੁਣ ਉਹ ਜ਼ਮਾਨਾ ਚਲਾ ਗਿਆ, ਹੁਣ ਆਪਾਂ ਨੂੰ ਮੂਵ ਕਰਨਾ ਚਾਹੀਦਾ ਹੈ ਕਿ ਆਪਾਂ ਯੂਨੀਕੋਡ ਟਾਈਪਿੰਗ ਕਰੀਏ, ਯੂਨੀਕੋਡ ਫੌਂਟ ਦੇ ਨਾਲ ਟਾਈਪਿੰਗ ਕਰੀਏ। ਸੋ ਨੈਕਸਟ ਆਪਣੇ ਕੋਲ ਕੀਬੋਰਡ ਹੈ ਫੋਨੈਟਿਕ ਕੀਬੋਰਡ। ਫੋਨੈਟਿਕ ਕੀਬੋਰਡ ਦੇ ਵਿੱਚ ਕੀ ਹੈ ਕਿ ਜਿਵੇਂ ਆਪਾਂ ਆਪਣੇ ਮੋਬਾਈਲ ਦੇ ਉੱਤੇ ਮੈਸੇਜ ਲਿਖਦੇ ਆ, ਤੁਹਾਡਾ ਕੀ ਹਾਲ ਹੈ, TUHADA ਤੁਹਾਡਾ, ਕੀ KEE ਕੀ, HAAL ਹਾਲ ਹੈ, HAI। ਸੋ ਇਹ ਫੋਨੈਟਿਕ ਹੋ ਗਿਆ, ਰਾਈਟ। ਤੀਸਰਾ ਆਪਣੇ ਕੋਲ ਹੈ ਇਨਸਕ੍ਰਿਪਟ ਕੀਬੋਰਡ, ਜਿਹੜੇ ਕਿ ਮਤਲਬ ਗਵਰਨਮੈਂਟ ਨੇ ਅਪਰੂਵ ਕੀਤਾ ਹੋਇਆ ਹੈ ਔਰ ਕੋਈ ਵੀ ਟਾਈਪਿੰਗ ਟੈਸਟ ਹੁੰਦੇ ਨੇ ਉਹਦੇ ਵਿੱਚ ਇਨਸਕ੍ਰਿਪਟ ਕੀਬੋਰਡ ਦੀ ਹੀ ਵਰਤੋਂ ਕਰਨ ਲਈ ਕਿਹਾ ਜਾਂਦਾ ਹੈ, ਰਾਈਟ। ਸੋ ਇਹਨਾਂ ਤਿੰਨਾਂ ਦੀ ਜਸਟ ਮੈਂ ਤੁਹਾਨੂੰ ਇੱਕ ਰੂਪਰੇਖਾ ਦੱਸ ਦਾਂਗਾ। ਇਹ ਆਪਣੇ ਕੋਲ ਰੈਮਿੰਗਟਨ ਕੀਬੋਰਡ ਹੈ। ਇਹ ਜਿਹੜੀਆਂ ਕੀਜ਼ ਨੇ ਟਾਈਪਰਾਈਟਰ ਦੇ ਨਾਲ ਬਿਲਕੁਲ ਮੈਚ ਕਰਦੀਆਂ ਨੇ। ਸੋ ਸਾਰਿਆਂ ਨੇ ਟ੍ਰੈਡੀਸ਼ਨਲ ਟਾਈਪਰਾਈਟਰ ਦੇਖਿਆ ਹੋਣਾ, ਨੋ ਡਾਊਟ, ਕਿਉਂਕਿ ਕਈਆਂ ਦਾ ਹੱਥ ਹੈ ਜਿਹੜਾ ਉਹਦੇ ਤੇ ਹੀ ਭੱਜਦਾ ਹੈ, ਇਸ ਕਰਕੇ ਬਈ ਕਈਆਂ ਨੂੰ ਫਾਸਟ ਲੱਗਦਾ, ਈਜ਼ੀ ਵੀ ਇਹਨੂੰ। ਸੋ ਇਹਦੇ ਵਿੱਚ ਜਿਵੇਂ ਨॉन यूनिकोड ਕੀਬੋਰਡਸ ਨੇ, ਉਹਦੇ ਚ ਅਸੀਸ ਆ ਜਾਂਦਾ ਹੈ, ਗੁਰਮੁਖੀ ਆ ਜਾਂਦਾ ਹੈ। ਸੋ ਹਰੇਕ ਦੇ ਆਪਣੇ ਟਾਈਪਿੰਗ ਸਟਾਈਲਸ ਨੇ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਟਾਈਪ ਕਰ ਸਕਦੇ ਹੋ। ਪਰ ਇਹਨੂੰ ਹੁਣ ਅਬਸਲੀਟ ਕਰਤਾ ਆਪਾਂ, ਹੁਣ ਇਹਨੂੰ ਨਹੀਂ ਵਰਤਣਾ ਤਾਂ ਕਿ ਆਪਾਂ ਨॉन यूनिकोड ਟਾਈਪਿੰਗ ਨਾ ਕਰੀਏ ਤੇ ਆਪਾਂ ਯੂਨੀਕੋਡ ਟਾਈਪਿੰਗ ਵੱਲ ਮੂਵ ਕਰੀਏ। ਫਿਰ ਆਪਣੇ ਕੋਲ ਆ ਜਾਂਦਾ ਫੋਨੈਟਿਕ ਕੀਵਰਡਸ। ਉਹਦੇ ਵਿੱਚ ਇਹ ਬਹੁਤ ਈਜ਼ੀ ਹੈ ਬਿਗਨਰਸ ਵਾਸਤੇ, ਜਿਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਉਸ ਐਗਜ਼ਾਮਪਲ ਦੇ ਥਰੂ ਤੁਸੀਂ ਟਾਈਪਿੰਗ ਕਰ ਸਕਦੇ ਹੋ। ਤੇ ਇਹਨਾਂ ਦੀ ਤੁਸੀਂ ਦੇਖ ਵੀ ਸਕਦੇ ਹੋ ਕਿ ਏ ਐੜਾ, ਸਮਾਲ ਏ ਊੜਾ, ਸੋ ਸ ਕੈਪੀਟਲ ਐਸ ਪਾਉਂਗੇ ਸ਼ ਪਏਗਾ, ਸਮਾਲ ਐਸ ਪਾਉਂਗੇ ਸ। ਸੋ ਫੋਨੈਟਿਕਸ ਫੋਨੀਮਸ ਦੇ ਨਾਲ ਇਹਨੂੰ ਰਿਲੇਟ ਕੀਤਾ ਗਿਆ ਹੈ। ਇਹ ਹੈ ਇਨਸਕ੍ਰਿਪਟ। ਇਨਸਕ੍ਰਿਪਟ ਕੀਬੋਰਡ ਕੀ ਹੈ ਕਿ ਇਹ ਸਟੈਂਡਰਡਾਈਜ਼ ਕੀਤਾ ਗਿਆ ਇੰਡੀਅਨ ਗਵਰਨਮੈਂਟ ਦੁਆਰਾ ਟਾਈਪਿੰਗ ਵਾਸਤੇ। ਸੋ ਇਹਦੇ ਵਿੱਚ ਕੀ ਹੈ ਕਿ ਜਿਹੜੇ ਵੋਵਲਸ ਨੇ ਉਹ ਲੈਫਟ ਸਾਈਡ ਤੇ ਨੇ ਔਰ ਜਿਹੜੇ ਕੰਸੋਨੈਂਟਸ ਨੇ ਉਹ ਰਾਈਟ ਸਾਈਡ ਤੇ ਨੇ। ਤੇ ਇਹ ਆਪਣੇ ਕੋਲ ਜਦੋਂ ਵੀ ਟਾਈਪ ਕਰੋਗੇ ਇਨਸਕ੍ਰਿਪਟ ਕੀਬੋਰਡ ਨੂੰ ਯੂਜ਼ ਕਰਕੇ, ਉਦੋਂ ਤੁਹਾਡਾ ਰਾਵੀ ਮਤਲਬ ਯੂਨੀਕੋਡ ਦੇ ਵਿੱਚ ਹੀ ਟਾਈਪ ਹੋਏਗਾ। ਸੋ ਇਸ ਕਰਕੇ ਅੱਜ ਤੋਂ ਇਹ ਤੁਸੀਂ ਧਾਰ ਲਓ ਕਿ ਆਪਾਂ ਇਨਸਕ੍ਰਿਪਟ ਕੀਬੋਰਡ ਨੂੰ ਹੀ ਵਰਤਣਾ ਵਾ। ਜ਼ਰੂਰ ਥੋੜਾ ਸਮਾਂ ਲੱਗੇਗਾ, ਲੇਕਿਨ ਇੱਕ ਵਾਰੀ ਜਦੋਂ ਇਨਸਕ੍ਰਿਪਟ ਕੀਬੋਰਡ ਤੇ ਤੁਹਾਨੂੰ ਆਦਤ ਪੈ ਗਈ, ਬਹੁਤ ਸੌਖੇ ਹੋ ਜਾਓਗੇ। ਤੁਹਾਡੀ ਸਾਰੀ ਸਮੱਸਿਆ ਕੰਪਿਊਟਰ ਦੇ ਉੱਤੇ ਪੰਜਾਬੀ ਵਰਤੋਂ ਦੀ ਸਾਰੀ ਸਮੱਸਿਆ ਖਤਮ ਹੋ ਜਾਏਗੀ। ਸੋ ਇਹਦੇ ਤੇ ਜ਼ਿਆਦਾ ਟਾਈਮ ਨਹੀਂ ਲਵਾਂਗਾ, ਬਟ ਮੈਂ ਆਈਡੀਆ ਦਿੱਤਾ ਹੈ, ਐਕਸਪਲੋਰ ਕਰ ਸਕਦੇ ਹੋ, ਪ੍ਰੈਕਟਿਸ ਕਰ ਸਕਦੇ ਹੋ ਔਰ ਅੱਗੇ ਤੋਂ ਪੰਜਾਬੀ ਇਨਸਕ੍ਰਿਪਟ ਕੀਬੋਰਡ ਨੂੰ ਹੀ ਫੋਲੋ ਕਰੋ। ਚਲੋ ਹੁਣ ਆਪਾਂ ਚੱਲਦੇ ਹਾਂ ਕਿ ਯੂਨੀਕੋਡ ਕੀ ਹੁੰਦਾ ਹੈ। ਜਿਵੇਂ ਕਿ ਮੈਮ ਨੇ ਸਟਾਰਟਿੰਗ ਦੇ ਵਿੱਚ ਕੁਐਸਚਨ ਪੁੱਛਿਆ ਸੀਗਾ ਕਿ ਜੇ ਮੈਂ ਮੰਨ ਲਓ ਅਸੀਸ ਦੇ ਵਿੱਚ ਟਾਈਪ ਕੀਤਾ ਹੋਇਆ, ਉਹ ਮੈਂ ਬੱਚਿਆਂ ਨੂੰ ਭੇਜਦੀ ਹਾਂ ਤਾਂ ਉਹ ਉਹਨਾਂ ਨੂੰ ਨਹੀਂ ਦਿਖਦਾ ਜੇ ਉਹਨਾਂ ਦੇ ਲੈਪਟਾਪ ਦੇ ਉੱਤੇ ਅਸੀਸ ਫੌਂਟ ਇੰਸਟਾਲਡ ਨਹੀਂ ਹੁੰਦਾ। ਇਹਦਾ ਮਤਲਬ ਅਸੀਸ ਆਪਣੇ ਕੋਲ ਕੀ ਹੈ, ਇੱਕ ਨॉन यूनिकोड ਫੌਂਟ ਹੈ, ਠੀਕ ਹੈ। ਔਰ ਉਹਲਾ ਫੌਂਟ ਦੂਸਰੇ ਦੇ ਸਿਸਟਮ ਤੇ ਵੀ ਹੋਣਾ ਜ਼ਰੂਰੀ ਹੈ। ਉਹ ਇੱਕ ਡਿਪੈਂਡੈਂਸੀ ਹੋ ਜਾਂਦੀ ਹੈ। ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਆਪਣੇ ਕੋਲ ਯੂਨੀਕੋਡ ਆਇਆ, ਜਿਹਨੂੰ ਆਪਾਂ ਕਹਿੰਦੇ ਆ ਯੂਨੀਵਰਸਲ ਕਰੈਕਟਰ ਐਨਕੋਡਿੰਗ। ਇਹਦੇ ਵਿੱਚ ਦੁਨੀਆ ਦੀ ਹਰੇਕ ਲੈਂਗੁਏਜ ਦੇ ਕਰੈਕਟਰ ਦੀ ਮੈਪਿੰਗ ਅਵੇਲੇਬਲ ਹੈ, ਰਾਈਟ। ਸੋ ਪੰਜਾਬੀ ਵਾਸਤੇ ਵੀ ਹਰੇਕ ਕਰੈਕਟਰ ਦੇ ਕੋਰਸਪੋਂਡਿੰਗ ਇੱਕ ਮੈਪਿੰਗ ਹੈ। ਜੇ ਆਪਾਂ ਯੂਨੀਕੋਡ ਦੇ ਵਿੱਚ ਟਾਈਪ ਕਰ ਲਿਆ ਤਾਂ ਉਹ ਜਿਹੜੇ ਮਰਜ਼ੀ ਸਿਸਟਮ ਤੇ ਲੈ ਜਾਓ, ਉਸ ਸਿਸਟਮ ਤੇ ਪੰਜਾਬੀ ਪ੍ਰੋਪਰਲੀ ਪੜ੍ਹੀ ਜਾਏਗੀ। ਆਪਾਂ ਨੂੰ ਕੋਈ ਸਪੈਸੀਫਿਕ ਐਕਸਟਰਾ ਫੌਂਟ ਇੰਸਟਾਲ ਕਰਨ ਦੀ ਲੋੜ ਨਹੀਂ ਪਏਗੀ। ਇਹ ਬਿਊਟੀ ਹੈ। ਔਰ ਪੰਜਾਬੀ ਦਾ ਜਿਹੜਾ ਯੂਨੀਕੋਡ ਫੌਂਟ ਦਾ ਨਾਮ ਹੈ, ਉਹਦਾ ਨਾਮ ਹੈ ਰਾਵੀ। ਜੇ ਤੁਸੀਂ MS ਵਰਡ ਓਪਨ ਕਰੋਗੇ, ਉਹਦੇ ਵਿੱਚ ਰਾਵੀ ਨੂੰ ਸਰਚ ਕਰ ਸਕਦੇ ਹੋ, ਰਾਵੀ ਤੁਹਾਨੂੰ ਅਵੇਲੇਬਲ ਹੋਏਗਾ। ਸੋ ਉਹ ਯੂਨੀਕੋਡ ਫੌਂਟ ਹੈ। ਯੂਨੀਕੋਡ ਦੂਸਰਿਆਂ ਨਾਲੋਂ ਕਿਵੇਂ ਡਿਫਰੈਂਟ ਹੈ? ਸੋ ਇਸ ਟੇਬਲ ਦੇ ਥਰੂ ਦੇਖੋ, ਜੇ ਤੁਸੀਂ ਮਤਲਬ
ਜੇ ਟਾਈਮਸ ਨੂੰ ਰੋਮਨ ਦੇ ਵਿੱਚ ਆਪਾਂ ਇੰਗਲਿਸ਼ ਦੇ ਵਿੱਚ ਆ ਲੈਟਰਸ ਨੂੰ ਟਾਈਪ ਕਰ ਲਿਆ, ਅਸੀਸ ਦੇ ਵਿੱਚ ਇਹਨੂੰ ਇਸ ਤਰ੍ਹਾਂ ਆਪਣੀ ਮੈਪਿੰਗ ਹੈ, ਅੰਮ੍ਰਿਤ ਬੋਲੀ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਦੀ ਟਾਈਪਿੰਗ ਹੈ, ਅਨਮੋਲ ਹਿੰਦੀ ਵਿੱਚ ਇਸ ਤਰ੍ਹਾਂ ਟਾਈਪਿੰਗ ਹੈ। ਸੋ ਇਹ ਸਾਰੇ ਨਾਨ ਯੂਨੀਕੋਡ ਫੌਂਟਸ ਨੇ, ਠੀਕ ਹੈ। ਸੋ ਕੀਬੋਰਡ ਲੇਆਊਟਸ ਦੀ ਆਪਾਂ ਆਲਰੇਡੀ ਗੱਲ ਕੀਤੀ ਹੈ, ਉਹਨੂੰ ਮੈਂ ਹੁਣ ਦੱਸਾਂਗਾ ਵੀ ਜੇ ਆਪਾਂ ਇਨਸਕ੍ਰਿਪਟ ਕੀਬੋਰਡ ਨੂੰ ਇੰਸਟਾਲ ਕਰਨਾ ਹੋਵੇ ਆਪਣੇ ਲੈਪਟਾਪ ਤੇ ਜਾਂ ਡੈਸਕਟਾਪ ਤੇ ਕਿਵੇਂ ਕਰਾਂਗੇ। ਆਪਣੇ ਕੋਲ ਵਿੰਡੋਜ਼ 7 ਦੇ ਵਿੱਚ ਕੰਟਰੋਲ ਪੈਨਲ ਹੁੰਦਾ ਹੈ। ਕੰਟਰੋਲ ਪੈਨਲ ਦੇ ਵਿੱਚ ਤੁਸੀਂ ਲੱਭ ਲੈਣਾ ਕਿ ਇੱਕ ਤੁਹਾਡੇ ਕੋਲ ਰੀਜਨ ਐਂਡ ਲੈਂਗੁਏਜਸ ਕਰਕੇ ਲੱਭੇਗਾ, ਉਹਦੇ ਵਿੱਚ ਤੁਹਾਡੇ ਕੋਲ ਕੀਬੋਰਡਸ ਐਂਡ ਲੈਂਗੁਏਜਸ ਲੱਭ ਜਾਏਗਾ, ਉਹਦੇ ਵਿੱਚ ਚੇਂਜ ਕੀਬੋਰਡਸ ਲੱਭੇਗਾ, ਤੇ ਫਿਰ ਤੁਸੀਂ ਉਹਦੇ ਵਿੱਚ ਪੰਜਾਬੀ ਲੈਂਗੁਏਜ ਨੂੰ ਐਡ ਕਰ ਲਓਗੇ। ਇਹਨੂੰ ਮੈਂ ਦੇਖੋ ਇਸ ਤਰ੍ਹਾਂ ਦਿਖਾਣਾ, ਤੁਸੀਂ ਕੰਟਰੋਲ ਪੈਨਲ 'ਚ ਜਾਣਾ ਹੈ, ਇਹ ਸਟੈਪ 1 ਹੈ ਜਿੰਦੇ ਵਿੱਚ ਆਪਣੇ ਕੋਲ ਰੀਜਨ ਐਂਡ ਲੈਂਗੁਏਜਸ ਆ ਰਿਹਾ। ਸਰ ਤੁਹਾਡੀ ਸਕਰੀਨ ਨਹੀਂ ਸ਼ੇਅਰ ਹੋ ਰਹੀ। ਸਕਰੀਨ ਨਹੀਂ ਸ਼ੇਅਰ ਹੋ ਰਹੀ? ਨਹੀਂ ਜੀ। ਹੁਣ ਆ ਰਹੀ ਹੈ ਮੈਮ? सर हो रही है जी, स्क्रीन आ रही है सर, हो रही है। ਓਕੇ ਓਕੇ ਫਾਈਨ ਫਾਈਨ। ਮੈਮ ਤੁਹਾਡੇ ਨੈਟ ਕਨੈਕਸ਼ਨ ਨੂੰ ਪਲੀਜ਼ ਚੈੱਕ ਕਰ ਲਓ, ਕਈ ਵਾਰ ਆਪਣੇ ਕੋਲ ਨੈਟ ਕਨੈਕਸ਼ਨ ਸਲੋ ਹੁੰਦਾ ਹੈ। ਆ ਦੇਖੋ ਜੀ, ਆਪਣੇ ਕੋਲ ਇਹ ਸਟੈਪ 1 ਹੈ ਜਿੰਦੇ ਵਿੱਚ ਆਪਾਂ ਕੰਟਰੋਲ ਪੈਨਲ ਦੇ ਵਿੱਚ ਆਪਾਂ ਰੀਜਨ ਐਂਡ ਲੈਂਗੁਏਜਸ ਨੂੰ ਦੇਖਿਆ। ਸਟੈਪ 2 ਦੇ ਵਿੱਚ ਦੇਖੋ ਜੀ, ਆਪਣੇ ਕੋਲ ਇੱਥੇ ਕੀਬੋਰਡਸ ਐਂਡ ਲੈਂਗੁਏਜਸ ਨੂੰ ਆਪਾਂ ਦੇਖ ਲਿਆ। ਸਟੈਪ 3 ਦੇ ਵਿੱਚ ਆਪਾਂ ਐਡ ਕਰ ਲਿਆ ਕੀਬੋਰਡ ਨੂੰ। ਫਿਰ ਸਟੈਪ 4 ਦੇ ਵਿੱਚ ਇੱਥੇ ਆਪਾਂ ਪੰਜਾਬੀ ਐਡ ਕਰ ਲਿਆ ਜੀ, ਤੇ ਸਟੈਪ 5 ਤੇ ਆਪਾਂ ਓਕੇ ਪ੍ਰੈਸ ਕੀਤਾ। ਇਹਦੇ ਨਾਲ ਆਪਣੇ ਕੋਲ ਕੀਬੋਰਡ ਆਪਾਂ ਐਡ ਕਰ ਸਕਦੇ ਹਾਂ। ਜੇ ਉਹ ਵਿੰਡੋਜ਼ 7 ਸੀ, ਵਿੰਡੋਜ਼ 10 ਦੀ ਗੱਲ ਕਰਦੇ ਹਾਂ ਤਾਂ ਆਪਾਂ ਸੈਟਿੰਗਸ ਤੇ ਜਾਵਾਂਗੇ, ਉਹਦੇ ਚ ਲੈਂਗੁਏਜ ਸੈਟਿੰਗਸ ਨੂੰ ਲੱਭ ਲਓਗੇ, ਐਡ ਲੈਂਗੁਏਜ ਕਰੋਗੇ, ਉਹਦੇ ਵਿੱਚ ਪੰਜਾਬੀ ਲੈਂਗੁਏਜ ਐਡ ਕਰ ਲੈਣਾ, ਤੇ ਫਿਰ ਤੁਸੀਂ ਪੰਜਾਬੀ ਨੂੰ ਐਡ ਕਰ ਲਓਗੇ। ਸੋ ਜੇ ਤੁਹਾਡੇ ਕੋਲ ਮਲਟੀਪਲ ਲੈਂਗੁਏਜਸ ਇੰਸਟਾਲਡ ਨੇ ਤੁਹਾਡੇ ਉਹਦੇ ਤੇ ਲੈਪਟਾਪ ਤੇ ਜਾਂ ਡੈਸਕਟਾਪ ਤੇ, ਤਾਂ ਤੁਸੀਂ ਵਿੰਡੋਜ਼ ਕੀ ਪਲੱਸ ਸਪੇਸ ਬਾਰ ਨੂੰ ਦੱਬੋਗੇ ਤਾਂ ਲੈਂਗੁਏਜ ਬਦਲਣੀ ਸ਼ੁਰੂ ਹੋ ਜਾਏਗੀ, ਜੇ ਮਤਲਬ ਜਿੰਨੀਆਂ ਵੀ ਲੈਂਗੁਏਜਸ ਤੁਹਾਡੇ ਕੋਲ ਇੰਸਟਾਲਡ ਨੇ। ਸੋ ਇਹ ਵਿੰਡੋਜ਼ 10 ਦਾ ਹੈ ਜਿੰਦੇ ਵਿੱਚ ਤੁਸੀਂ ਐਡ ਲੈਂਗੁਏਜ ਕਰ ਲਿਆ ਔਰ ਤੁਸੀਂ ਫਿਰ ਪੰਜਾਬੀ ਨੂੰ ਐਡ ਕਰ ਲਿਆ। ਪੰਜਾਬੀ ਤੋਂ ਬਾਅਦ ਤੁਸੀਂ ਇੰਸਟਾਲ ਨੂੰ ਕਲਿੱਕ ਕੀਤਾ ਔਰ ਇਸ ਤਰ੍ਹਾਂ ਤੁਹਾਡੇ ਕੋਲ ਇੰਸਟਾਲ ਹੋ ਗਿਆ। ਸੋ ਇਹ ਕੀਬੋਰਡ ਆ ਜਾਏਗਾ। ਫਿਰ ਫੋਨੈਟਿਕ ਕੀਬੋਰਡ ਐਡ ਕਰਨਾ ਹੈ ਤਾਂ ਉਹੀ ਸੇਮ ਪ੍ਰੋਸੀਜਰ ਕਰੋਗੇ। ਇਹਦੇ ਵਿੱਚ ਐਡ ਕੀਬੋਰਡ ਆਏਗਾ, ਉਹਦੇ ਵਿੱਚ ਪੰਜਾਬੀ ਫੋਨੈਟਿਕ ਕੀਬੋਰਡ ਤੁਸੀਂ ਉੱਥੇ ਸਿਲੈਕਟ ਕਰਨਾ ਹੈ, ਤਾਂ ਤੁਸੀਂ ਫੋਨੈਟਿਕ ਕੀਬੋਰਡ ਜਿਹੜਾ ਹੈ ਤੁਹਾਡਾ ਇੰਸਟਾਲ ਹੋ ਜਾਏਗਾ। ਪ੍ਰੋਸੈਸ ਉਹੀ ਹੈ, ਸਭ ਤੋਂ ਪਹਿਲਾਂ ਸੈਟਿੰਗਸ ਤੇ ਜਾਣਾ ਹੈ, ਫਿਰ ਲੈਂਗੁਏਜ ਸੈਟਿੰਗਸ ਤੇ ਜਾਣਾ ਹੈ, ਫਿਰ ਉਹਦੇ ਵਿੱਚ ਤੁਸੀਂ ਪੰਜਾਬੀ ਨੂੰ ਚੂਜ਼ ਕਰਨਾ ਹੈ, ਫਿਰ ਉਹਦੇ ਤੁਸੀਂ ਕਹੋਗੇ ਕੀਬੋਰਡ ਨੂੰ ਐਡ ਕਰਨਾ ਚਾਹੁੰਦੇ ਹੋ, ਪਰ ਕਿਹੜਾ ਕੀਬੋਰਡ ਐਡ ਕਰਨਾ ਹੈ, ਤੁਸੀਂ ਪੰਜਾਬੀ ਫੋਨੈਟਿਕ ਕੀ ਹੈ। ਸੋ ਇਸ ਤਰ੍ਹਾਂ ਪੰਜਾਬੀ ਫੋਨੈਟਿਕ ਕੀਬੋਰਡ ਹੈ ਜਿਹੜਾ ਉਹ ਲੈਂਗੁਏਜ ਬਾਰ ਦੇ ਉੱਤੇ ਡਿਸਪਲੇ ਹੋਣਾ ਸ਼ੁਰੂ ਹੋ ਜਾਏਗਾ। ਤੇ ਉਹੀ ਜੇ ਮਲਟੀਪਲ ਤੁਹਾਡੇ ਕੋਲ ਕੀਬੋਰਡ ਇੰਸਟਾਲ ਨੇ ਤਾਂ ਵਿੰਡੋਜ਼ ਪਲੱਸ ਸਪੇਸ ਕੀ ਦੇ ਨਾਲ ਤੁਸੀਂ ਆਪਣੀ ਲੈਂਗੁਏਜਸ ਨੂੰ ਸ਼ਿਫਟ ਕਰ ਸਕਦੇ ਹੋ। ਸੋ ਇਹ ਦੇਖੋ ਦਿਖਾਇਆ ਹੋਇਆ ਐਡ ਕੀਬੋਰਡ, ਤੇ ਉਹਦੇ ਵਿੱਚ ਪੰਜਾਬੀ ਫੋਨੈਟਿਕ ਕੀਬੋਰਡ, ਤੇ ਇਸ ਤਰ੍ਹਾਂ ਐਡ ਕਰ ਲਿਆ ਤੁਸੀਂ। ਪੰਜਾਬੀ ਫੋਨੈਟਿਕ ਕੀਬੋਰਡ ਜਿਹੜਾ ਐਕਟੀਵੇਟ ਹੋ ਗਿਆ ਤੁਹਾਡੇ ਕੀਬੋਰਡਸ ਦੇ ਵਿੱਚ। ਸੋ ਜਦੋਂ ਪੰਜਾਬੀ ਫੋਨੈਟਿਕ ਕੀਬੋਰਡ ਦੀ ਗੱਲ ਕਰੋਗੇ, ਜੇ ਤੁਸੀਂ ਲਿਖੋਗੇ PATIALA ਪਟਿਆਲਾ ਤਾਂ ਆਪਣੇ ਆਪ ਹੀ ਉਹਨੇ ਪਟਿਆਲਾ ਤੁਹਾਨੂੰ ਲਿਖ ਦੇਣਾ। ਜੇ ਤੁਸੀਂ ਯੂਨੀਵਰਸਿਟੀ ਇਦਾਂ ਲਿਖੋਗੇ ਤਾਂ ਉਹਨੇ ਪੰਜਾਬੀ ਦੇ ਵਿੱਚ ਆਲਰੇਡੀ ਯੂਨੀਵਰਸਿਟੀ ਲਿਖ ਦੇਣਾ। ਸੋ ਇਹ ਦੇਖ ਸਕਦੇ ਹੋ ਕਿ ਤੁਹਾਡੇ ਕੋਲ ਮਲਟੀਪਲ ਕੀਵਰਡ ਜਿਹੜੇ ਨੇ ਅਵੇਲੇਬਲ ਨੇ। ਇਹ ਆਪਾਂ ਇਨਸਕ੍ਰਿਪਟ ਵਾਲਾ ਐਡ ਕੀਤਾ ਸੀਗਾ ਤੇ ਇਹ ਆਪਣੇ ਕੋਲ ਫੋਨੈਟਿਕਸ ਵਾਲਾ ਐਡ ਹੋ ਗਿਆ। ਸੋ ਦੋ ਤਰ੍ਹਾਂ ਦੇ ਨੇ। ਸੋ ਵਿੰਡੋਜ਼ ਪਲੱਸ ਸਪੇਸ ਕੀ ਦੇ ਨਾਲ ਤੁਸੀਂ ਮੂਵ ਕਰ ਸਕਦੇ ਹੋ, ਸ਼ਿਫਟ ਕਰ ਸਕਦੇ ਹੋ ਇੱਕ ਲੈਂਗੁਏਜ ਤੋਂ ਦੂਜੇ ਲੈਂਗੁਏਜ ਦੇ ਵਿੱਚ। ਫੌਂਟ ਬੇਸਡ ਕੀਬੋਰਡਸ, ਜਿਵੇਂ ਆਪਾਂ ਗੱਲ ਕਰ ਰਹੇ ਸੀ ਰੈਮਿੰਗਟਨ, ਰਾਈਟ। ਸੋ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ, ਕਿਉਂਕਿ ਆਪਾਂ ਨੂੰ ਉਹ ਵੀ ਆਪਾਂ ਨੂੰ ਇੰਸਟਾਲ ਕਰਨੇ ਪੈਣੇ ਨੇ ਕੀਬੋਰਡਸ। ਕੀਬੋਰਡ ਛੋਟੇ ਜਿਹੇ ਆਪਾਂ ਕਹਿ ਸਕਦੇ ਹਾਂ ਸੌਫਟਵੇਅਰ ਟਾਈਪ ਦੇ ਹੁੰਦੇ ਨੇ, ਡਰਾਈਵਰ ਟਾਈਪ ਦੇ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਇੰਸਟਾਲ ਕਰਨਾ ਪੈਂਦਾ ਹੈ। ਸੋ ਇਹ ਵੈਬਸਾਈਟਸ ਨੇ ਜਿਨ੍ਹਾਂ ਦੇ ਥਰੂ, ਜਿਨ੍ਹਾਂ ਤੇ ਜਾ ਕੇ ਤੁਸੀਂ ਜਿਹੜੇ ਵੀ ਫੌਂਟ ਦੇ ਸਪੈਸੀਫਿਕ ਕੀਬੋਰਡ ਇੰਸਟਾਲ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ। ਸੋ ਤੁਹਾਨੂੰ ਜ਼ਿਪ ਫਾਈਲਾਂ ਮਿਲਣਗੀਆਂ, ਉਹਨਾਂ ਜ਼ਿਪ ਫਾਈਲਾਂ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹੋ, ਰਾਈਟ। ਸੋ ਇਹ ਰੈਮਿੰਗਟਨ ਹੋ ਗਏ ਤੁਹਾਡੇ। ਸੋ ਇਹ ਅਸੀਸ ਦਾ ਕੀਬੋਰਡ ਹੈ। ਚਲੋ ਇਹ ਆਪਣੇ ਕੋਲ ਸੀਗਾ। ਜੇ ਤੁਸੀਂ ਲੈਪਟਾਪ ਜਾਂ ਡੈਸਕਟਾਪ ਯੂਜ਼ ਕਰ ਰਹੇ ਹੋ ਤਾਂ ਤੁਸੀਂ ਕਿਵੇਂ ਪੰਜਾਬੀ ਦੇ ਕੀਬੋਰਡ ਐਡ ਕਰਨੇ ਨੇ। ਜੇ ਹੁਣ ਤੁਸੀਂ ਮੋਬਾਈਲ ਫੋਨ ਦੀ ਗੱਲ ਕਰਦੇ ਹੋ ਤਾਂ ਕਿਵੇਂ ਕਰੋਗੇ। ਸਭ ਤੋਂ ਪਹਿਲਾਂ ਤੁਹਾਡੇ ਕੋਲ ਗੂਗਲ ਇੰਡਿਕ ਕੀਬੋਰਡ ਹੈ, ਆਈ ਥਿੰਕ ਕਾਫੀ ਜਣੇ ਤੁਸੀਂ ਯੂਜ਼ ਵੀ ਕਰ ਰਹੇ ਹੋ। ਜੀ ਬੋਰਡ ਹੈ, ਗੂਗਲ ਕੀਬੋਰਡ ਹੈ, ਤੁਸੀਂ ਕਾਫੀ ਯੂਜ਼ ਕਰ ਰਹੇ ਹੋ। ਔਰ ਲਿਪਿਕਾਰ ਆਪਣੇ ਕੋਲ ਪੰਜਾਬੀ ਕੀਬੋਰਡ ਹੈ, ਜਿਨ੍ਹਾਂ ਨੂੰ ਵੀ ਕਾਫੀ ਤੁਹਾਡੇ ਸਾਡੇ ਟੀਚਰਸ ਨੇ ਜੋ ਯੂਜ਼ ਕਰ ਰਹੇ ਨੇ। ਸੋ ਇਹ ਤਿੰਨਾਂ ਨੂੰ ਤੁਸੀਂ ਕਿਸੇ ਨੂੰ ਵੀ ਇੰਸਟਾਲ ਕਰਕੇ ਯੂਜ਼ ਕਰ ਸਕਦੇ ਹੋ, ਜਿੰਦੇ ਥਰੂ ਤੁਸੀਂ ਪੰਜਾਬੀ ਟਾਈਪ ਕਰ ਸਕਦੇ ਹੋ ਬੜੇ ਸੁਖਾਲੇ ਢੰਗ ਦੇ ਨਾਲ ਮੋਬਾਈਲ ਤੇ ਵੀ। ਜੇ ਗੂਗਲ ਇੰਡਿਕ ਕੀਬੋਰਡ ਨੂੰ ਇੰਸਟਾਲ ਕਰਨਾ ਹੈ ਤਾਂ ਤੁਸੀਂ ਪਹਿਲਾਂ ਤਾਂ ਨੋ ਡਾਊਟ ਉਹਨੂੰ ਡਾਊਨਲੋਡ ਕਰਨਾ ਪੈਣਾ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਤੁਸੀਂ ਅਨੇਬਲ ਇਨ ਸੈਟਿੰਗਸ ਕਰੋਗੇ, ਤੁਸੀਂ ਅਨੇਬਲ ਕਰੋਗੇ ਗੂਗਲ ਇੰਡਿਕ ਕੀਬੋਰਡ ਨੂੰ। ਸੋ ਉਹਦੇ ਵਿੱਚ ਤੁਸੀਂ ਸਿਲੈਕਟ ਇਨਪੁਟ ਮੈਥਡ ਕਰੋਗੇ
ਤੇ ਇੰਗਲਿਸ਼ ਐਂਡ ਇੰਡਿਕ ਲੈਂਗੁਏजेस ਨੂੰ ਕਲਿੱਕ ਕਰ ਲਓਗੇ। ਸੋ ਇਹਦੇ ਵਿੱਚ ਇੰਗਲਿਸ਼ ਐਂਡ ਇੰਡਿਕ ਆ ਰਿਹਾ ਤਾਂ ਇੰਗਲਿਸ਼ ਐਂਡ ਇੰਡਿਕ ਨੂੰ ਤੁਸੀਂ ਇੱਥੇ ਸਿਲੈਕਟ ਕਰ ਲਓਗੇ। ਫਿਰ ਉਸ ਤੋਂ ਬਾਅਦ ਤੁਸੀਂ ਪਰਮਿਸ਼ਨਸ ਕਰ ਲਓਗੇ, ਆਪਣੀਆਂ ਪਰਮਿਸ਼ਨਸ ਨੂੰ ਸੈੱਟ ਕਰ ਲਿਆ। ਫਿਰ then ticked on the check box to accept, ਤੁਸੀਂ accept ਉਹਨੇ ਵੈਸੇ ਹਰੇਕ ਮੋਬਾਈਲ ਐਪ ਨੂੰ ਕਰਦਾ, ਕਿਹੜੀ ਲੈਂਗੁਏਜ ਤੁਸੀਂ ਇਨਪੁਟ ਕਰਨੀ ਹੈ ਉਹ ਤੁਸੀਂ ਪੰਜਾਬੀ ਐਂਡ ਇੰਗਲਿਸ਼ ਨੂੰ ਚੂਜ਼ ਕਰ ਲਿਆ। ਸੋ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਫੋਨੈਟਿਕ ਕੀਬੋਰਡ ਹੈ, ਪੰਜਾਬੀ ਕੀਬੋਰਡ ਹੈ, ਸੋ ਕੋਈ ਵੀ ਚੂਜ਼ ਕਰਕੇ ਤੁਸੀਂ ਕਰ ਸਕਦੇ ਹੋ। ਇਸੇ ਤਰ੍ਹਾਂ ਲਿਪੀਕਾਰ ਦੀ ਗੱਲ ਕਰਦੇ ਹਾਂ। ਲਿਪੀਕਾਰ ਇੱਕ ਹੋਰ ਆਪਣੇ ਕੋਲ ਫ੍ਰੀ ਫੋਨੈਟਿਕ ਕੀਬੋਰਡ ਹੈ। ਉਹਦੇ ਵਿੱਚ ਕੀ ਸੁਵਿਧਾਵਾਂ ਨੇ ਆਪਣੇ ਕੋਲ, ਤੁਸੀਂ ਇੰਗਲਿਸ਼ ਟਾਈਪਿੰਗ ਕਰ ਸਕਦੇ ਹੋ, ਵੌਇਸ ਟੂ ਇੰਗਲਿਸ਼ ਕਰ ਸਕਦੇ ਹੋ, ਫੋਨੈਟਿਕ ਪੰਜਾਬੀ ਇੰਗਲਿਸ਼ ਕਰ ਸਕਦੇ ਹੋ, ਵੌਇਸ ਟੂ ਪੰਜਾਬੀ ਵੀ ਕਰ ਸਕਦੇ ਹੋ। ਸੋ ਇਹ ਲਿਪੀਕਾਰ ਦੇ ਵਿੱਚ ਆਪਣੇ ਕੋਲ ਫੈਸਿਲਿਟੀਜ਼ ਅਵੇਲੇਬਲ ਨੇ। ਲਿਪੀਕਾਰ ਪੰਜਾਬੀ ਕੀਬੋਰਡ ਤੁਸੀਂ ਇੰਸਟਾਲ ਕਰਕੇ ਪੰਜਾਬੀ ਬਹੁਤ ਸੁਖਾਲੇ ਢੰਗ ਦੇ ਨਾਲ ਮੋਬਾਈਲ ਤੇ ਟਾਈਪ ਕਰ ਸਕਦੇ ਹੋ। ਸੋ ਇਹ ਆਪਣੇ ਕੋਲ ਪ੍ਰੋਸੀਜਰ ਨੇ ਜਿਨ੍ਹਾਂ ਦੇ ਥਰੂ ਆਪਾਂ ਲਿਪੀਕਾਰ ਪੰਜਾਬੀ ਕੀਬੋਰਡ, ਪਹਿਲਾਂ ਇੰਸਟਾਲ ਕੀਬੋਰਡ ਹੋ ਗਿਆ, ਲਿਪੀਕਾਰ ਪੰਜਾਬੀ ਕੀਬੋਰਡ ਨੂੰ ਤੁਸੀਂ ਅਨੇਬਲ ਕਰੋਗੇ, ਇਸ ਨੂੰ ਬਟਨ ਨੂੰ ਇੱਧਰ ਥੋੜਾ ਜਿਹਾ ਟਿਲਟ ਕਰਕੇ ਫਿਰ ਕੀਬੋਰਡ ਨੂੰ ਅਨੇਬਲ ਕਰ ਲਿਆ। ਫਿਰ ਆਪਣੇ ਕੋਲ ਲਿਪੀਕਾਰ ਪੰਜਾਬੀ ਕੀਬੋਰਡ ਅਨੇਬਲ ਹੋ ਗਿਆ ਆਪਣੇ ਕੋਲ। ਸੋ ਉਹਦੇ ਬੇਸਿਸ ਤੇ ਫਿਰ ਤੁਸੀਂ ਜੇ ਵੌਇਸ ਟਾਈਪਿੰਗ ਕਰਨੀ ਹੈ ਤਾਂ ਉਹਨੂੰ ਅਨੇਬਲ ਕਰਨਾ ਪਏਗਾ, ਅਨੇਬਲ ਵੌਇਸ ਟਾਈਪਿੰਗ, ਰਾਈਟ। ਸੋ ਜਦੋਂ ਵੌਇਸ ਟਾਈਪਿੰਗ ਨੂੰ ਅਨੇਬਲ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕੀ ਹੈ, ਆਪਣਾ ਮਾਈਕਰੋਫੋਨ ਅਲਾਉ ਕਰਨਾ ਪੈਂਦਾ ਹੈ, ਤੇ ਤੁਸੀਂ ਆਪਣੇ ਮਾਈਕਰੋਫੋਨ ਨੂੰ ਅਲਾਉ ਕਰ ਦੋਗੇ। ਸੋ ਇਸ ਤਰ੍ਹਾਂ ਤੁਸੀਂ ਟਾਈਪਿੰਗ ਕਰ ਸਕਦੇ ਹੋ ਬੋਲ ਕੇ। ਸੋ ਇਸ ਮਾਈਕਰੋਫੋਨ ਦੇ ਥਰੂ ਤੁਸੀਂ ਬੋਲ ਕੇ ਵੀ ਟਾਈਪ ਕਰ ਸਕਦੇ ਹੋ। ਸੋ ਫੋਨੈਟਿਕ ਕੀਬੋਰਡ ਵੀ ਲਿਪੀਕਾਰ ਦੇ ਵਿੱਚ ਹੈ, ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਕਰ ਸਕਦੇ ਹੋ। ਸੋ ਇਸ ਤਰ੍ਹਾਂ ਤੁਸੀਂ ਫਿਰ ਜੀ ਬੋਰਡ ਤੇ ਆ ਜਾਂਦੇ ਆ। ਜੀ ਬੋਰਡ ਇੱਕ ਅਨਦਰ ਫ੍ਰੀ ਮਲਟੀਲਿੰਗੁਅਲ ਕੀਬੋਰਡ ਹੈ। ਸੋ ਇਹ ਮਲਟੀਲਿੰਗੁਅਲ ਫੋਨੈਟਿਕ ਟਾਈਪਿੰਗ ਹੈ, डायरेक्ट मल्टीलिंगुअल टाइपिंग कीबोर्ड है, वॉइस टू मल्टीलिंगुअल है, हैंड रिटन टू मल्टीलिंगुअल है और गूगल ट्रांसलेटर भी ਇਹਦੇ ਵਿੱਚ ਨਾਲ ਦੇ ਨਾਲ ਦਿੱਤਾ ਹੋਇਆ ਹੈ। ਸੋ ਕਾਫੀ ਫੀਚਰਸ ਨੇ ਜਿਹੜੇ ਕਿ ਆਪਾਂ ਨੂੰ ਜੀਬੋਰਡ ਨੂੰ ਇੰਸਟਾਲ ਕਰਨ ਤੇ ਮਿਲ ਜਾਂਦੇ ਆ। ਸੋ ਅਨੇਬਲ ਸੈਟਿੰਗਸ, ਫਿਰ ਤੁਹਾਡੇ ਕੋਲ ਜਦੋਂ ਆ ਜਾਏਗਾ ਜੀਬੋਰਡ ਮਲਟੀਲਿੰਗੁਅਲ ਟਾਈਪਿੰਗ ਨੂੰ ਇਹਨੂੰ ਅਨੇਬਲ ਕਰਨਾ ਪਏਗਾ ਤੁਹਾਨੂੰ ਜੀ। ਇਹਨੂੰ ਅਨੇਬਲ ਕਰ ਲਓ। ਅਨੇਬਲ ਕਰਨ ਤੋਂ ਬਾਅਦ ਤੁਸੀਂ ਸਿਲੈਕਟ ਇਨਪੁਟ ਮੈਥਡ ਕਿਹੜਾ ਯੂਜ਼ ਕਰਨਾ ਚਾਹੁੰਦੇ ਹੋ, ਤੁਸੀਂ ਜੀਬੋਰਡ ਨੂੰ ਇਹਦੇ ਵਿੱਚ ਕਲਿੱਕ ਕਰੋਗੇ। ਫਿਰ ਇਹ ਲੈਂਗੁਏजेस ਬਾਰੇ ਪੁੱਛੇਗਾ, ਤੁਸੀਂ ਇਹਦੇ ਵਿੱਚ ਕੀਬੋਰਡ ਐਡ ਕਰ ਸਕਦੇ ਹੋ। ਕੀਬੋਰਡ ਦੇ ਵਿੱਚ ਤੁਸੀਂ ਪੰਜਾਬੀ ਨੂੰ ਚੂਜ਼ ਕਰ ਲਓਗੇ। ਉਸ ਤੋਂ ਬਾਅਦ ਤੁਸੀਂ ਕੀਬੋਰਡ ਨੂੰ ਚੇਂਜ ਵੀ ਕਰ ਸਕਦੇ ਹੋ। ਸੋ ਪੰਜਾਬੀ ਫੋਨੈਟਿਕ ਕੀਬੋਰਡ ਆ ਗਿਆ ਤੁਹਾਡੇ ਕੋਲ। ਮਾਈਕ ਨੂੰ ਕਲਿੱਕ ਕਰਕੇ ਵੌਇਸ ਟਾਈਪਿੰਗ ਕਰ ਸਕਦੇ ਹੋ। ਮਾਈਕ ਨੂੰ ਯੂਜ਼ ਕਰਕੇ ਤੁਸੀਂ ਬੋਲ ਕੇ ਵੀ ਕਰ ਸਕਦੇ ਹੋ। हैंड रिटन ਦੇ ਕਰਨੇ ਹੋਵੇ ਤਾਂ हैंड रिटन ਵਾਸਤੇ ਇਹ ਦੇਖੋ ਊੜਾ ਐੜਾ ਤੁਸੀਂ ਇੱਥੇ ਟਾਈਪ ਹੱਥ ਨਾਲ ਲਿਖ ਸਕਦੇ ਹੋ। ਆਪਣੇ ਆਪ ਇਹ ਪਛਾਣ ਜਾਏਗਾ ਕਿ ਤੁਸੀਂ ਕੀ ਟੁੱਟੀ ਫੁੱਟੀ ਰਾਈਟਿੰਗ ਦੇ ਵਿੱਚ ਇੱਥੇ ਲਿਖ ਪਾਏ, ਔਰ ਉਹਨੂੰ ਆਪਣੇ ਆਪ ਹੀ ਪਹਿਚਾਣ ਕੇ ਤੁਹਾਨੂੰ ਆਪਸ਼ਨਸ ਦੇ ਦੇਗਾ ਵੀ ਇਹ ਤੁਸੀਂ ਟਾਈਪ ਕਰਨਾ ਚਾਹੁੰਦੇ ਸੀ, ਕੀ ਇਹ ਠੀਕ ਹੈ। ਜੇ ਠੀਕ ਹੈ ਤਾਂ ਉਹਨੂੰ ਤੁਸੀਂ ਐਕਸੈਪਟ ਕਰ ਸਕਦੇ ਹੋ। ਸੋ ਹੈਂਡ ਰਾਈਟਿੰਗ ਪੈਡ ਵੀ ਅਵੇਲੇਬਲ ਹੈ ਆਪਣੇ ਕੋਲ, ਰਾਈਟ। ਸੋ ਇਸ ਦੇ ਥਰੂ ट्रांसलेटर भी है ਇਹਦੇ ਵਿੱਚ, ਤੁਸੀਂ ਕੁਝ ਵੀ ਟਾਈਪ ਕਰੋਗੇ ਉਹਨੂੰ ਟਰਾਂਸਲੇਟ ਕਰ ਸਕਦੇ ਹੋ। ਆ ਦੇਖੋ ਇਹ ਆਪਸ਼ਨ ਆਪਣੇ ਕੋਲ ਟਰਾਂਸਲੇਟਰ ਦੀ ਅਵੇਲੇਬਲ ਹੈ। ਜਦੋਂ ਜੀ ਬੋਰਡ ਨੂੰ ਯੂਜ਼ ਕਰੋਗੇ ਤਾਂ ਇਹ ਟਰਾਂਸਲੇਟ ਵੀ ਕਰਕੇ ਦਿਖਾ ਦੇਗਾ। ਤੁਸੀਂ ਇਹਦੇ ਵਿੱਚ ਲੈਂਗੁਏजेस ਦੱਸ ਸਕਦੇ ਹੋ ਵੀ ਕਿਹੜੀ ਲੈਂਗੁਏਜ ਤੋਂ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਟਰਾਂਸਲੇਟ ਕਰਨਾ ਚਾਹੁੰਦੇ ਹੋ। ਸੋ ਫੌਂਟ ਬਾਰੇ ਆਪਾਂ ਨੂੰ ਪਤਾ ਚੱਲ ਗਿਆ, ਯੂਨੀਕੋਡ ਨਾਨ ਯੂਨੀਕੋਡ ਬਾਰੇ ਪਤਾ ਚੱਲ ਗਿਆ। ਸੋ ਇਹ ਪੰਜਾਬੀ ਦੇ ਯੂਨੀਕੋਡ ਫੌਂਟਸ ਨੇ ਜਿਨ੍ਹਾਂ ਨੂੰ ਆਪਾਂ ਵਰਤ ਸਕਦੇ ਹਾਂ। ਆਕਾਸ਼ ਹੈ, ਅਮਰ ਕਲਮੀ ਹੈ, ਅਨਮੋਲ ਯੂਨੀ ਬਾਣੀ ਹੈ, ਚਾਤਰਿਕ ਯੂਨੀ ਹੈ, ਗੁਰਮੁਖੀ UCSB ਯੂਨੀ ਹੈ, ਲੋਹਿਤ ਪੰਜਾਬੀ ਹੈ, ਸਾਬ ਹੈ, ਸਖਲ ਭਾਰਤੀ ਹੈ। ਬਾਕੀ ਬਹੁਤ ਸਾਰੇ ਗੁਰਮੁਖੀ ਫੌਂਟਸ ਅਵੇਲੇਬਲ ਨੇ ਇਸ ਵੈਬਸਾਈਟ ਤੇ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਕਹੋਗੇ ਤਾਂ ਇਹ ਫੌਂਟਸ ਅਸੀਂ ਡਾਊਨਲੋਡ ਵੀ ਕੀਤੇ ਹੋਏ ਆ, ਤੁਹਾਡੇ ਸਾਰਿਆਂ ਨਾਲ ਅਸੀਂ ਸਾਂਝੇ ਵੀ ਕਰ ਸਕਦੇ ਹਾਂ। ਸੋ ਇਹ ਜਿਹੜੀ ਨੀਚੇ ਤੁਸੀਂ ਵੇਖ ਰਹੇ ਹੋ ਵੈਬਸਾਈਟ ਬਿਲਕੁਲ ਬਾਟਮ ਤੇ ਦੇਖੋ, ਇੱਥੇ ਬਹੁਤ ਸਾਰੇ ਹੋਰ ਵੀ ਪੰਜਾਬੀ ਦੇ ਯੂਨੀਕੋਡ ਫੌਂਟਸ ਅਵੇਲੇਬਲ ਨੇ ਜਿਹੜੇ ਤੁਸੀਂ ਵਰਤ ਸਕਦੇ ਹੋ, ਔਰ ਆਰਟਿਸਟਿਕ ਵੀ ਨੇ ਬਹੁਤ ਜ਼ਿਆਦਾ। ਸੋ ਬੜੇ ਜਲਦੀ ਮੈਂ ਤੁਹਾਨੂੰ ਦੱਸਾਂਗਾ। ਦੇਖੋ ਇੱਕ ਬੁਲਾਰਾ ਹੈ, ਇਹਦੀ ਸ਼ੇਪ ਤੋਂ ਤੁਸੀਂ ਪਹਿਚਾਨ ਸਕਦੇ ਹੋ ਕਿ ਤੁਸੀਂ ਇਹ ਫੌਂਟ ਅੱਜ ਕੱਲ ਆਪਾਂ ਜਿਵੇਂ ਆਪਣੇ ਕੋਲ MS ਵਰਡ ਦੇ ਵਿੱਚ ਇੰਗਲਿਸ਼ ਦੇ ਵਿੱਚ ਆਪਾਂ ਬਹੁਤ ਸਾਰੇ ਬੰਤਰ ਦੇ ਨਾਲ ਲਿਖ ਸਕਦੇ ਹਾਂ, ਉਵੇਂ ਇਹਦੇ ਵਿੱਚ ਵੀ ਆਪਾਂ ਕਾਫੀ ਜ਼ਿਆਦਾ ਸਟਾਈਲ ਦੇ ਨਾਲ ਲਿਖ ਸਕਦੇ ਹਾਂ ਪੰਜਾਬੀ ਨੂੰ। ਸੋ ਉਹਲੇ ਫੌਂਟ ਨੂੰ ਸਿਲੈਕਟ ਕਰਨਾ ਹੈ। ਸੋ ਇਹਦੇ ਵਿੱਚ ਦੇਖ ਸਕਦੇ ਹੋ ਕਿ ਇਹ ਨਵੀਂ ਤਰ੍ਹਾਂ ਦਾ ਇੱਕ ਫੌਂਟ ਉਹਨਾਂ ਨੇ ਦਿੱਤਾ ਹੈ, ਜਿੰਦੀ ਕਿ ਇਸ ਤਰ੍ਹਾਂ ਦੀ ਰੂਪ ਰੇਖਾ ਹੈ। ਜੇ ਆਰਟਿਸਟਿਕ ਦੀ ਗੱਲ ਕਰਦੇ ਹੋ ਤਾਂ ਦੇਖੋ ਥੋੜੇ ਜਿਹੇ ਆਰਟਿਸਟਿਕ ਰੂਪ ਦੇਤਾ ਇਹਨਾਂ ਨੇ, ਦੇਣਾ ਚਾਹੋਗੇ। ਜੇ ਇਹ ਦੇਖੋ ਫੈਮਿਲੀ ਇੱਕ ਅਲੱਗ ਤਰ੍ਹਾਂ ਦਾ ਫੌਂਟ ਹੈ, ਜਿੰਦੀ ਇੱਕ ਬੰਤਰ ਤੁਹਾਨੂੰ ਹੋਰ ਤਰ੍ਹਾਂ ਦੀ ਦਿਖ ਰਹੀ ਹੈ। ਜੇ ਤੁਸੀਂ ਹੋਰ ਸਟਾਈਲ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ ਆਹ ਦੇਖੋ ਆਪਣੇ ਕੋਲ ਬੜੇ ਸਟਾਈਲ ਦੇ ਨਾਲ ਦਵਾਰਕਾ ਵਾਲੇ ਦਿਖ ਰਹੇ ਨੇ। ਜੇ ਤੁਸੀਂ ਹੋਰ ਤਰ੍ਹਾਂ ਦੇ ਸਟਾਈਲ ਦੇਖਣੇ, ਮਗਜ਼ ਥਿਨ ਹੈ, ਇਹ ਹਰ ਤਰ੍ਹਾਂ ਦੇ ਨੇ, ਇਹ ਅਲੱਗ ਸਟਾਈਲ ਦੇ ਨੇ, ਆਰਟਿਸਟਿਕ ਨੇ। ਇਹ ਹੋਰ ਆਰਟਿਸਟਿਕ ਟਾਈਪ ਦੇ ਨੇ, ਇਹ ਵੀ ਇੱਕ ਆਰਟਿਸਟਿਕ ਟਾਈਪ ਦੇ ਨੇ, ਯੂਨੀਕੋਡ ਫੌਂਟ ਹੀ ਹੈ। ਸੋ ਇਹ ਵੀ ਆਰਟਿਸਟਿਕ ਫਾਈਂਡ ਹੈ।
सो मैं जस्ट स्टाइलिश देखना चाहते हो, स्टाइलिश पंजाबी यूनिकोड फॉन्ट्स ने, ये होर भी स्टाइलिश ने। सो इस तरह देख सकते हो कि होर भी स्टाइलिश फॉन्ट्स तुसी यूनिकोड से देख सकते हो। सो ईवन ये हैंड राइटिंग वाला भी अवेलेबल है इन्हां दा। सो जे तुसी आ देखना चाहोगे तो दुकानदार इन्होंने नाम रखा जी, ठीक है जी। सो ये अलग तरह का जोत पंजाबी है, भोजनशाला करके एक है पंजाबी, GHP फुल है, PG मानसा पंजाबी यूनिकोड है, PG मुस्कान है, 35 अखरी है, पुरानी पंजाबी है। सो इस तरह तुसी देख सकते हो कि ये बहुत सारे फॉन्ट्स ने जिहड़े कि बहुत अवेलेबल ने, जिन्हां नूं तुसी डाउनलोड करके अपने सिस्टम ते इंस्टॉल करके ਜਦੋਂ ਵੀ ਜੇ ਮੰਨ ਲਓ ਕੋਈ ਲੇਖ ਲਿਖ ਰਹੇ ਹੋ ਜਾਂ ਕੋਈ ਵੀ ਆਪਾਂ ਕਈ ਵਾਰ ਸਜਾਵਟ ਲਈ ਆਪਾਂ ਕਿਤੇ ਕੋਈ ਪੋਸਟਰ ਲਗਾਉਣਾ ਹੈ ਤਾਂ ਫੌਂਟਸ ਨੂੰ ਚੂਜ਼ ਕਰਕੇ ਜਿਵੇਂ ਆਪਾਂ MS ਵਰਡ ਦੇ ਵਿੱਚ ਇੰਗਲਿਸ਼ ਨੂੰ ਫੌਂਟਸ ਨੂੰ ਯੂਜ਼ ਕਰਦੇ ਹਾਂ, ਜਿੱਥੇ ਵੱਡਾ ਉਹਨੂੰ ਦਿਖਾਣਾ ਹੈ, ਕੋਈ ਸਟਾਈਲਿਸ਼ ਲਿਖਣਾ ਹੈ ਤਾਂ ਆਪਾਂ ਫੌਂਟਸ ਨੂੰ ਚੂਜ਼ ਕਰਕੇ ਸਿੰਪਲੀ ਲਿਖ ਸਕਦੇ ਹਾਂ। ਇਹਦੇ ਵਿੱਚ ਕੋਈ ਮੈਜਿਕ ਨਹੀਂ ਹੈ ਜਾਂ ਕੋਈ ਬਹੁਤ ਕੰਪਲੈਕਸਿਟੀ ਨਹੀਂ ਹੈ ਕਿ ਪੰਜਾਬੀ ਨੂੰ ਕਿਵੇਂ ਕੰਪਿਊਟਰ ਦੇ ਵਿੱਚ ਵਰਤਣਾ ਹੈ। ਸੋ ਮੇਨ ਕੀ ਹੈ, ਉਹੀ ਪੰਜਾਬੀ ਦੇ ਫੌਂਟਸ ਨੂੰ ਵੀ ਤੁਸੀਂ ਆਪਣੇ ਤਰੀਕੇ ਦੇ ਨਾਲ ਵਰਤਣਾ ਵੀ ਕਿਹੜੀ ਥਾਂ ਤੇ ਕਿਹੜਾ ਵਰਤਣਾ ਹੈ ਤਾਂ ਕਿ ਉਹ ਸੋਹਣਾ ਡਾਕੂਮੈਂਟ ਬਣ ਜੇ। ਸੋ ਤੁਹਾਡੇ ਕੋਲ ਫੌਂਟਸ ਹੋਣੇ ਚਾਹੀਦੇ ਨੇ ਜਿਹੜੇ ਕਿ ਮੈਂ ਤੁਹਾਨੂੰ ਲਿਸਟ ਪ੍ਰੋਵਾਈਡ ਕਰਤੀ ਹੈ, ਤੁਸੀਂ ਡਾਊਨਲੋਡ ਕਰ ਸਕਦੇ ਨੇ, ਉਹਨਾਂ ਨੂੰ ਯੂਜ਼ ਕਰਕੇ ਦੇਖ ਸਕਦੇ ਹੋ ਔਰ ਬਹੁਤ ਈਜ਼ੀ ਹੈ ਇਸ ਨੂੰ ਯੂਜ਼ ਕਰਨਾ, ਬਹੁਤ ਵੱਡੀ ਗੱਲ ਨਹੀਂ ਹੈ। ਸੋ MS ਆਫਿਸ ਤੋਂ ਸਾਰਿਆਂ ਨੇ ਵਰਤੇ ਆ। MS ਆਫਿਸ ਆਪਾਂ ਪੰਜਾਬੀ ਕਿਵੇਂ MS ਆਫਿਸ ਦੇ ਵਿੱਚ ਪੰਜਾਬੀ ਨੂੰ ਵਰਤ ਸਕਦੇ ਹਾਂ, ਉਵੇਂ ਹੀ ਸੇਮ ਜਿਵੇਂ ਕਿ ਆਪਾਂ ਇੰਗਲਿਸ਼ ਨੂੰ ਵਰਤਦੇ ਹਾਂ, ਬਸ ਤੁਹਾਨੂੰ ਪੰਜਾਬੀ ਟਾਈਪਿੰਗ ਕਰਨੀ ਆਣੀ ਜ਼ਰੂਰੀ ਹੈ, ਰਾਈਟ। ਸੋ ਕੀਬੋਰਡ ਨੂੰ ਸਵਿਚ ਕਿਵੇਂ ਕਰਨਾ ਹੈ ਉਹ ਆਪਾਂ ਆਲਰੇਡੀ ਦੇਖ ਸਕਦੇ ਹਾਂ, ਵਿੰਡੋਜ਼ ਪਲੱਸ ਸਪੇਸ ਬਾਰ ਨੂੰ ਯੂਜ਼ ਕਰਕੇ, ਠੀਕ ਹੈ। ਸੋ ਉਹਦੇ ਨਾਲ ਤੁਸੀਂ ਆਪਣੀ ਪੰਜਾਬੀ ਦੇ ਕੀਬੋਰਡਸ ਨੂੰ ਚੂਜ਼ ਕਰ ਲਓਗੇ ਔਰ ਪੰਜਾਬੀ ਨੂੰ ਟਾਈਪ ਕਰਨਾ ਸ਼ੁਰੂ ਕਰ ਦੋਗੇ। ਜਦੋਂ ਪੰਜਾਬੀ ਨੂੰ ਟਾਈਪ ਕਰ ਲਿਆ ਤਾਂ ਤੁਹਾਡੇ ਕੋਲ ਬਹੁਤ ਸਾਰੇ ਫੌਂਟਸ ਜਿਹੜੇ ਇੰਸਟਾਲਡ ਨੇ, ਤੁਸੀਂ ਆਪਣੇ ਆਪਣੇ ਸਟਾਈਲ ਦੇ ਫੌਂਟ ਯੂਜ਼ ਕਰ ਸਕਦੇ ਹੋ ਔਰ ਬਹੁਤ ਸੋਹਣਾ ਡਾਕੂਮੈਂਟ ਬਣਾ ਸਕਦੇ ਹੋ। ਸੋ ਇਹ ਇੰਗਲਿਸ਼ ਕੀਬੋਰਡ ਐਕਟੀਵੇਟ ਹੋ ਗਿਆ। ਫਿਰ ਆਪਾਂ ਪੰਜਾਬੀ ਗੁਰਮੁਖੀ ਸਪੇਸ ਵਿੰਡੋ ਸਪੇਸ ਕੀਬੋਰਡ ਨੂੰ ਜਦੋਂ ਕਲਿੱਕ ਕੀਤਾ ਤਾਂ ਤੁਸੀਂ ਦੇਖਦੇ ਹੋ ਕਿ ਆਪਣੇ ਕੋਲ ਪੰਜਾਬੀ ਦਾ ਕੀਬੋਰਡ ਆ ਗਿਆ, ਕਰ ਲਿਆ। ਆ ਟੌਪ ਤੇ ਦੇਖੋ ਆਪਣੇ ਕੋਲ ਫੌਂਟ ਆ ਗਿਆ ਤਾਂ ਰਾਵੀ ਫੌਂਟ ਹੈ। ਰਾਵੀ ਕੀ ਹੈ? यूनिकोड फॉन्ट है अपने को। सो जे सॉर्टिंग करनी है तो वही इंग्लिश जिवें आपां सॉर्टिंग करते हैं उवें इहदे सॉर्टिंग करनी है। अपने को A ते Z हाई सॉर्ट वाला ऑप्शन हुंदा है और टॉप ते, सो इहनूं आपां यूज करके आपां सॉर्टिंग कर सकते हैं। देखो सो उवें जिवें आपां इंग्लिश दे टैक्सट नूं पैराग्राफ करते हैं उवें इहनूं भी आपां उवें करना है, फॉर्मेटिंग करनी है। सो इहदे विच कोई डिफरेंट नहीं है। MS वर्ड दे विच सब कुछ उवें ही है जिवें कि इंग्लिश नूं आपां यूज करते हैं। इहदे च है कि बस एक टैक्सट पंजाबी च है, अदरवाइज जिहड़े फीचर तुसीं MS वर्ड दे विच इंग्लिश च सीखे ने ਉਹੀ ਇਹ कर सकते हो। इत्थे तुसीं देख सकते हो कि डिक्टेट दी ऑप्शन है। सो ये डिक्टेट ऑप्शन यूज कर सकते हो टाइपिंग लई बोल के। हाउ टू सर्च पंजाबी टैक्सट इन द टैक्सट। सो आपां नूं ये पता ही है कि पंजाबी टैक्सट आपां सर्च करना होवे तो फाइंड एंड रिप्लेस है। जिथे तुसीं इंग्लिश दा अखर लभण वास्ते इंग्लिश टाइप करते सी, उत्थे हुण पंजाबी नूं टाइप करन लभण वास्ते अखर। सो इहदे विच आपां गंगा टाइप कीता तो गंगा वाले उन्हें शो करते सारे। सो सेम प्रोसीजर है जिवें आपां इंग्लिश नूं वरतदे हैं। सो वही फाइंड एंड रिप्लेस वाला भी सेम प्रोसीजर है जिहड़ा कि आपां इंग्लिश वरतदे हैं। सो ਐਵੇਂ ਐਕਸਲ ਦੇ ਵਿੱਚ ਜਦੋਂ ਪੰਜਾਬੀ ਨੂੰ ਵਰਤਣਾ ਹੈ ਤੇ ਪਾਵਰ ਪੁਆਇੰਟ 'ਚ ਵਰਤਣਾ, ਉਹਦੇ ਵਿੱਚ ਵੀ ਕੋਈ ਵੱਡੀ ਗੱਲ ਨਹੀਂ ਹੈ। ਜਿੱਥੇ ਤੁਸੀਂ ਪੰਜਾਬੀ ਟਾਈਪ ਕਰਨਾ ਚਾਹੁੰਦੇ ਹੋ, ਆਣਾ ਕੀ ਚਾਹੀਦਾ ਤੁਹਾਨੂੰ? ਪੰਜਾਬੀ ਟਾਈਪਿੰਗ ਕਰਨੀ। ਕੀਬੋਰਡ ਕੀ ਹੈ ਆਪਣਾ? ਪੰਜਾਬੀ ਦਾ ਕੀਬੋਰਡ ਵਰਤਣਾ ਹੈ। ਟਾਈਪਿੰਗ ਕਰ ਲਓ ਪੰਜਾਬੀ ਦੇ ਵਿੱਚ, ਤੁਹਾਡੀ ਐਕਸਲ ਦੇ ਵਿੱਚ ਪੰਜਾਬੀ ਟਾਈਪ ਕਰ ਪਾਓਗੇ, ਕੋਈ ਵੱਡੀ ਗੱਲ ਤਾਂ ਹੈ ਨਹੀਂ। ਐਕਸਲ ਯੂਜ਼ ਕੀਤੀ ਹੋਈ ਹੈ ਜੇ ਤੁਸੀਂ, ਤੇ ਜਿਵੇਂ ਇੰਗਲਿਸ਼ 'ਚ ਟਾਈਪ ਕਰਦੇ ਹੋ ਬਸ ਟਾਈਪਿੰਗ ਪੰਜਾਬੀ 'ਚ ਕਰਨੀ ਹੈ, ਬਾਕੀ ਕੰਮ ਤਾਂ ਸਾਰਾ ਸੇਮ ਐਕਸਲ ਦਾ ਵੀ ਰਹਿਣਾ। ਇੱਦਾਂ ਹੀ ਜਦੋਂ ਤੁਸੀਂ ਆਪਣੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣਾ ਰਹੇ ਹੋ ਤਾਂ ਉਹਦੇ ਵਿੱਚ ਵੀ ਤੁਸੀਂ ਕੀ ਕਰਨਾ ਹੈ? ਆਪਣੀ ਟਾਈਪਿੰਗ ਪੰਜਾਬੀ 'ਚ ਕਰਨੀ ਹੈ। ਬਾਕੀ ਹੋਰ ਤਾਂ ਸਾਰੀਆਂ ਗੱਲਾਂ ਉਹੀ ਨੇ ਜਿਹੜੀਆਂ ਕਿ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਵਿੱਚ ਆਪਾਂ ਇੰਗਲਿਸ਼ ਤੇ ਟਾਈਪਿੰਗ ਦੇ ਵਿੱਚ ਵਰਤਦੇ ਹਾਂ, ਸਲਾਈਡਸ ਨੂੰ ਬਣਾਉਣ ਵਾਸਤੇ ਕਰਦੇ ਹਾਂ, ਪਰ ਤੁਹਾਨੂੰ ਪੰਜਾਬੀ ਦੀ ਟਾਈਪਿੰਗ ਆਣੀ ਜ਼ਰੂਰੀ ਹੈ। ਜੇ ਤੁਸੀਂ ਪੰਜਾਬੀ ਦੇ ਵਿੱਚ ਆਪਣੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣਾਉਣੀ ਹੈ ਤਾਂ ਪੰਜਾਬੀ ਦੇ ਵਿੱਚ ਤੁਸੀਂ ਟਾਈਪ ਕਰਨਾ ਜਾਣਦੇ ਹੋਣਾ ਜ਼ਰੂਰੀ ਹੈ। ਇਹ ਬਹੁਤ ਇੱਕ ਪਾਵਰਫੁਲ ਟੂਲ ਹੈ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਦੇਣ ਹੈ। ਅੱਖਰ फ्री ऑफ कॉस्ट है। जिवें MS वर्ड है उवें ही एक अखर इंडिक वर्ड प्रोसेसर है। तुसीं इहनूं सिंपली डाउनलोड कर लो akhariwp.com ते जाके, ठीक है। वो की है? अखर AKHAR अखर IWP.com इस वैबसाइट ते जाके जब तुसीं अखर नूं डाउनलोड करो, ये फ्री ऑफ कॉस्ट है, इहनूं तुसीं वरत सकते हो। और मैं फीचर्स देखो इहदे च की है, पहला तो उपर तुहानूं बिल्कुल MS वर्ड की तरह लगेगा सारा कुछ जो भी तुसीं आए। इहदे विच नवीं चीज़ जिहड़ी तुहानूं दिखेगी है लैंग्वेज टूल्स।
ਲੈਂਗੁਏਜ ਟੂਲਸ ਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਟਾਈਪਿੰਗ ਕਰਨੀ ਹੈ, ਟਾਈਪਿੰਗ ਤੁਸੀਂ ਫੋਨੇਟਿਕ ਵੀ ਕਰ ਸਕਦੇ ਹੋ। ਉੱਪਰ ਦੇਖੋ ਤੁਹਾਡੇ ਕੋਲ ਰੋਮਨਾਈਜ਼ਡ ਟਾਈਪਿੰਗ ਆ ਰਹੀ ਹੈ, ਤੁਸੀਂ ਚੂਜ਼ ਕੀਤਾ ਗੁਰਮੁਖੀ। ਜੇ ਪੰਜਾਬੀ ਦੇ ਵਿੱਚ ਕੁਝ ਟਾਈਪ ਕਰਨਾ ਤਾਂ ਬਹੁਤ ਸੌਖੇ ਤਰੀਕੇ ਦੇ ਨਾਲ ਟਾਈਪ ਕਰ ਸਕਦੇ ਹੋ, ਜਿਵੇਂ ਕਿ ਆਪਾਂ ਮੈਸੇਜ ਟਾਈਪ ਕਰਦੇ ਹਾਂ, ਰਾਈਟ। ਸੋ ਇਹਦੇ ਵਿੱਚ ਜੇ ਮੈਂ ਲੈਂਗੁਏਜ ਟੂਲਸ ਨੂੰ ਸਿਲੈਕਟ ਕੀਤਾ ਤਾਂ ਆ ਦੇਖੋ ਫੌਂਟ ਕਨਵਰਟਰ ਤੁਹਾਡੇ ਕੋਲ ਇੱਥੇ ਹੀ ਅਵੇਲੇਬਲ ਹੈ। ਜੇ ਤੁਹਾਡੇ ਕੋਲ ਨॉन ਯੂਨੀਕੋਡ ਫੌਂਟ ਦੇ ਵਿੱਚ ਕੋਈ ਮੈਟਰ ਅਵੇਲੇਬਲ ਹੈ, ਇੱਥੇ ਕਾਪੀ ਕਰੋ, ਇਹਨੂੰ ਕਲਿੱਕ ਕਰੋ, ਇਹ ਆਪਣੇ ਆਪ ਹੀ ਉਹਨੂੰ ਯੂਨੀਕੋਡ ਚ ਕਨਵਰਟ ਕਰਕੇ ਦੇ ਦੇਗਾ। ਟਾਈਪਿੰਗ ਕਰਨੀ ਹੈ ਇੱਥੋਂ ਦੀ ਸਿੰਪਲੀ ਇਹ ਗੁਰਮੁਖੀ ਪੰਜਾਬੀ ਚ ਟਾਈਪਿੰਗ ਕਰਨੀ ਹੈ, ਰੋਮਨਾਈਜ਼ਡ ਟਾਈਪਿੰਗ ਕਰਨੀ ਹੈ, ਟਾਈਪਿੰਗ ਕਰਨਾ ਸ਼ੁਰੂ ਕਰ ਦਿਓ, ਇਹ ਟਾਈਪਿੰਗ ਕਰ ਦੇਗਾ। ਫਿਰ ਗ੍ਰਾਮਰ ਚੈਕਰ, ਇਹਦੇ ਵਿੱਚ ਸਪੈਲ ਚੈਕਰ ਅਵੇਲੇਬਲ ਹੈ। ਜਦੋਂ ਤੁਹਾਡੇ ਕੋਲ ਕੋਈ ਪੰਜਾਬੀ ਦਾ ਡਾਕੂਮੈਂਟ ਹੈ, ਉਹਨੂੰ ਜਦੋਂ ਸਪੈਲ ਚੈਕਰ ਕਰੋਗੇ ਤਾਂ ਗਲਤੀਆਂ ਦੱਸ ਦੂਗਾ ਵੀ ਜਿੱਥੇ ਗਲਤੀਆਂ ਨੇ, ਨਾਲ ਸੁਜੈਸ਼ਨ ਵੀ ਦੱਸੇਗਾ ਵੀ ਇਹ ਗਲਤੀਆਂ ਨੇ, ਇਹਦੀ ਇਹ ਕਰੈਕਸ਼ਨ ਬਣਦੀ ਹੈ, ਇਹਨੂੰ ਠੀਕ ਕਰ ਲਓ। ਜੇ ਕੋਈ ਇੰਗਲਿਸ਼ ਦੇ ਨੰਬਰ ਨੇ ਜਾਂ ਜਿਵੇਂ 1 2 3 ਲਿਖਿਆ ਹੋਇਆ, ਉਹਨਾਂ ਨੂੰ ਤੁਸੀਂ ਵਰਡਸ ਕਰਨਾ ਚਾਹੁੰਦੇ ਹੋ ਤਾਂ ਇਹ ਵਰਡਸ ਦੇ ਵਿੱਚ ਵੀ ਨਾਲ ਹੀ ਕਰ ਦੂਗਾ। ਇੱਥੇ ਟ੍ਰਾਂਸਲਿਟਰੇਸ਼ਨ ਦੀ ਆਪਸ਼ਨ ਵੀ ਹੈਗੀ ਹੈ, ਸਾਰੇ ਡਾਕੂਮੈਂਟ ਨੂੰ ਟ੍ਰਾਂਸਲਿਟਰੇਟ ਕਰ ਦੇਗਾ। OCR ਆਪਟੀਕਲ ਕਰੈਕਟਰ ਰੈਕਗਨੀਸ਼ਨ, ਮੰਨ ਲਓ ਕੋਈ ਤੁਹਾਡੇ ਕੋਲ ਇੱਕ ਇਮੇਜ ਹੈ, ਪੰਜਾਬੀ ਦੀ ਕੋਈ ਕਿਤਾਬ ਮਿਲ ਗਈ, ਉਹ ਕਿਤਾਬ ਨੂੰ ਇਹ ਡਿਜੀਟਾਈਜ਼ਡ ਕਨਵਰਟ ਕਰ ਦੇਗਾ, ਉਹਨਾਂ ਚੋਂ ਮੈਟਰ ਨੂੰ ਐਕਸਟ੍ਰੈਕਟ ਕਰਕੇ ਵਰਡ ਦੀ ਫਾਈਲ ਬਣਾ ਕੇ ਦੇ ਦੇਗਾ ਤੁਹਾਨੂੰ। ਡਿਕਸ਼ਨਰੀ ਅਵੇਲੇਬਲ ਹੈ, ਕੋਈ ਤੁਸੀਂ ਡਿਕਸ਼ਨਰੀ ਲੱਭਣਾ ਚਾਹੁੰਦੇ ਹੋ, ਕੋਈ ਅਕਸ਼ਰ ਲੱਭਣਾ ਚਾਹੁੰਦੇ ਹੋ ਪੰਜਾਬੀ ਦੇ, ਇੰਗਲਿਸ਼ ਟੂ ਪੰਜਾਬੀ ਡਿਕਸ਼ਨਰੀ ਅਵੇਲੇਬਲ ਹੈ, ਤੁਸੀਂ ਯੂਜ਼ ਕਰ ਸਕਦੇ ਹੋ। ਔਨ ਸਕਰੀਨ ਕੀਬੋਰਡ, ਜੇ ਤੁਹਾਨੂੰ ਟਾਈਪ ਕਰਨਾ ਔਖਾ ਲੱਗਦਾ ਤਾਂ ਕੀਬੋਰਡ ਇਹ ਸਾਹਮਣੇ ਦੇਖ ਦੂਗਾ, ਤੁਸੀਂ ਉਹਨੂੰ ਕਲਿੱਕ ਕਰਕੇ ਕਰ ਸਕਦੇ ਹੋ। ਸੋ ਇਸ ਤਰ੍ਹਾਂ ਬਹੁਤ ਸਾਰੇ ਫੀਚਰਸ ਨੇ, ਬਹੁਤ ਹੀ ਸੁਖਾਲੇ ਢੰਗ ਦੇ ਨਾਲ ਤੁਸੀਂ ਪੰਜਾਬੀ ਦੀ ਪ੍ਰੋਸੈਸਿੰਗ ਜਿਹੜੀ ਹੈ ਇਸ ਅੱਖਰ ਸੌਫਟਵੇਅਰ ਦੇ ਥਰੂ ਕਰ ਸਕਦੇ ਹੋ। ਸੋ ਇੰਟੈਲੀਜੈਂਟ ਫੌਂਟ ਕਨਵਰਟਰ ਹੈ ਇਹਦੇ ਵਿੱਚ, ਯੂਨੀਕੋਡ ਟਾਈਪਿੰਗ ਬਹੁਤ ਸੁਖੇਲੇ ਤਰੀਕੇ ਦੇ ਨਾਲ ਕਰ ਸਕਦੇ ਹੋ, ਰੋਮਨਾਈਜ਼ਡ ਟਾਈਪਿੰਗ, ਗ੍ਰਾਮਰ ਚੈਕਰ, ਸਪੈਲ ਚੈਕਰ, ਟ੍ਰਾਂਸਲਿਟਰੇਸ਼ਨ, ਟ੍ਰਾਂਸਲੇਸ਼ਨ, OCR ਮਤਲਬ ਇਮੇਜ ਦੇ ਵਿੱਚੋਂ ਟੈਕਸਟ ਨੂੰ ਐਕਸਟ੍ਰੈਕਟ ਕਰਨਾ, ਡਿਕਸ਼ਨਰੀਜ਼ ਨੂੰ ਯੂਜ਼ ਕਰਨਾ, ਇਹ ਸਾਰਾ ਕੁਝ ਤੁਸੀਂ ਇਹਦੇ ਵਿੱਚ ਬਹੁਤ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹੋ। ਸੋ ਇਹ ਪੰਜਾਬੀ ਯੂਨੀਕੋਡ ਟਾਈਪਿੰਗ ਫੈਸਿਲਿਟੀ ਹੈ ਅੱਖਰ ਦੇ ਵਿੱਚ, ਇਹ ਰੋਮਨਾਈਜ਼ਡ ਪੰਜਾਬੀ ਟਾਈਪਿੰਗ ਫੈਸਿਲਿਟੀ ਹੈ। ਇਹਦੇ ਚ ਇੰਟੈਲੀਜੈਂਟ ਕਿਉਂ ਆ, ਦੇਖੋ ਸਲਮਾਨ ਖਾਨ ਨੇ ਖਾਣਾ ਖਾਨ, ਸੋ ਆਪਣੇ ਆਪ ਹੀ ਤੁਹਾਨੂੰ ਆਪਸ਼ਨ ਦੇਗਾ ਕਿ ਇਹ ਖਾਣ ਇਹਲਾ ਖਾਣ ਆਣਾ ਚਾਹੀਦਾ ਹੈ। ਸੋ ਇਹ ਔਨ ਸਕਰੀਨ ਪੰਜਾਬੀ ਦੇ ਕੀਬੋਰਡਸ ਨੇ ਜਿਹੜੇ ਕਿ ਆਪਣੇ ਕੋਲ ਅੱਖਰ ਦੇ ਵਿੱਚ ਅਵੇਲੇਬਲ ਨੇ, ਪੰਜਾਬੀ ਦੇ ਫੌਂਟ ਕਨਵਰਟਰ ਨੇ, ਤੁਸੀਂ ਟੈਕਸਟ ਪਾਓਗੇ ਇਹ ਆਪਣੇ ਆਪ ਫੌਂਟ ਨੂੰ ਵੀ ਆਇਡੈਂਟੀਫਾਈ ਕਰ ਲੇਗਾ ਵੀ ਕਿਹੜੇ ਫੌਂਟ ਦੇ ਵਿੱਚ ਤੁਸੀਂ ਤੁਹਾਡਾ ਮੈਟਰ ਹੈ ਤੇ ਤੁਸੀਂ ਕਿਵੇਂ ਇਹਨੂੰ ਟ੍ਰਾਂਸਲੇਟ ਫੌਂਟ ਦੇ ਵਿੱਚ ਯੂਨੀਕੋਡ 'ਚ ਕਨਵਰਟ ਕਰਨਾ ਚਾਹੁੰਦੇ ਹੋ। ਸੋ ਸਪੈਲ ਚੈਕਰ ਇਹ ਬਹੁਤ ਵਧੀਆ ਦੱਸੇਗਾ। ਦੇਖੋ ਲਾਸਟ ਦੇ ਵਿੱਚ ਸਿਫਾਰਿਸ਼ ਇੱਕ ਗਲਤੀ ਸੀਗੀ, ਇਹਨੇ ਤੁਹਾਨੂੰ ਦੱਸਿਆ ਵੀ ਆਹ ਸਿਫਾਰਿਸ਼ ਤੇ ਹੋਣੇ ਚਾਹੀਦੇ ਨੇ, ਤੁਸੀਂ ਚੂਜ਼ ਕਰਕੇ ਆਪਣਾ ਠੀਕ ਕਰ ਸਕਦੇ ਹੋ। ਸੋ ਗ੍ਰਾਮਰ ਚੈਕਰ ਵੀ ਇਹ ਠੀਕ ਕਰਕੇ ਦੱਸ ਦਿੰਦਾ ਹੈ, ਨੰਬਰਾਂ ਨੂੰ ਵਰਡਸ ਦੇ ਵਿੱਚ ਕਨਵਰਟ ਕਰਨਾ ਹੋਵੇ, ਵਰਡ ਨੂੰ ਨੰਬਰਾਂ 'ਚ ਕਨਵਰਟ ਕਰਨਾ ਹੋਵੇ, ਕਨਵਰਟ ਕਰਕੇ ਤੁਹਾਨੂੰ ਦੇ ਦੇਗਾ। ਟੂਲ ਟਿਪ ਡਿਕਸ਼ਨਰੀ, ਕਿਸੇ ਵੀ ਵਰਡ ਦੇ ਉੱਤੇ ਤੁਸੀਂ ਆਪਣਾ ਮਾਊਸ ਨੂੰ ਲੈ ਕੇ ਜਾਓਗੇ ਤਾਂ ਉਹਦਾ ਮਤਲਬ ਦੱਸੇਗਾ ਸਾਰਾ ਇਹ। ਫਿਰ ਗੁਰਮੁਖੀ ਟੂ ਸ਼ਾਹਮੁਖੀ ਤੁਸੀਂ ਟ੍ਰਾਂਸਲਿਟਰੇਟ ਕਰਨਾ ਚਾਹੁੰਦੇ ਹੋ ਤਾਂ ਇੱਕ ਕਲਿੱਕ ਬਟਨ ਤੇ ਇਹ ਪੰਜਾਬੀ ਦੇ ਪੂਰੇ ਟੈਕਸਟ ਨੂੰ ਇਹ ਸ਼ਾਹਮੁਖੀ ਦੇ ਵਿੱਚ ਦੇਖੋ ਟ੍ਰਾਂਸਲਿਟਰੇਟ ਕਰਕੇ ਦੇ ਦੇਗਾ। ਗੁਰਮੁਖੀ ਟੂ ਦੇਵਨਾਗਰੀ, ਜੇ ਤੁਹਾਡੇ ਕੋਲ ਕੋਈ ਗੁਰਮੁਖੀ ਦਾ ਟੈਕਸਟ ਹੈ ਉਹਨੂੰ ਤੁਸੀਂ ਟ੍ਰਾਂਸਲਿਟਰੇਟ ਕਰਨਾ ਚਾਹੁੰਦੇ ਹੋ ਦੇਵਨਾਗਰੀ ਦੇ ਵਿੱਚ ਤਾਂ ਕਲਿੱਕ ਆਫ ਦਾ ਬਟਨ ਤੇ ਨੇ ਦੇਵਨਾਗਰੀ ਦੇ ਵਿੱਚ ਇਹਨੂੰ ਟ੍ਰਾਂਸਲਿਟਰੇਟ ਕਰਤਾ। ਫਿਰ ਤੁਹਾਡੇ ਕੋਲ ਕੋਈ ਹਿੰਦੀ ਦਾ ਟੈਕਸਟ ਹੈ ਉਹਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਕਰਨਾ ਹੈ, ਪਹਿਲਾਂ ਮੈਂ ਟ੍ਰਾਂਸਲਿਟਰੇਸ਼ਨ ਵਰਡ ਯੂਜ਼ ਕਰ ਰਿਹਾ ਸੀ, ਹੁਣ ਟ੍ਰਾਂਸਲੇਸ਼ਨ ਵਰਡ ਯੂਜ਼ ਕਰ ਰਿਹਾ। ਸੋ ਔਨ ਦਾ ਕਲਿੱਕ ਆਫ ਦਾ ਬਟਨ ਇਹਨੇ ਟ੍ਰਾਂਸਲੇਟ ਕਰਕੇ ਤੁਹਾਨੂੰ ਰਿਟਰਨ ਕਰ ਦੇਣਾ। ਸੋ ਅਪਰੋਕਸੀਮੇਟਲੀ 95% ਇਹਦੀ ਐਕੂਰੇਸੀ ਹੈ ਟ੍ਰਾਂਸਲੇਸ਼ਨ ਦੀ। ਫਿਰ ਗੁਰਮੁਖੀ ਟੂ ਰੋਮਨ ਕਰਨਾ ਹੈ ਤੁਸੀਂ ਤਾਂ ਗੁਰਮੁਖੀ ਟੂ ਰੋਮਨ ਵੀ ਕਰਕੇ ਦੇ ਦੇਗਾ ਇਹ ਤੁਹਾਨੂੰ। ਫਿਰ ਪੰਜਾਬੀ ਟੂ ਹਿੰਦੀ ਟ੍ਰਾਂਸਲੇਸ਼ਨ ਕਰਨੀ ਹੈ ਤਾਂ ਕਿਸੇ ਵੀ ਪੰਜਾਬੀ ਟੈਕਸਟ ਨੂੰ ਦੇ ਦਿਓ, ਇਹ ਉਹਨੂੰ ਟ੍ਰਾਂਸਲੇਟ ਕਰ ਦੇਗਾ ਹਿੰਦੀ 'ਚ ਔਨ ਦਾ ਕਲਿੱਕ ਆਫ ਦਾ ਬਟਨ। ਪੰਜਾਬੀ ਦਾ ਬਹੁਤ ਵੱਡਾ ਮੈਟਰ ਹੈ, ਉਹਨੂੰ ਸਮਰਾਈਜ਼ ਕਰਨਾ ਚਾਹੁੰਦੇ ਹੋ ਤਾਂ ਇਹ ਸਮਰਾਈਜ਼ ਵੀ ਤੁਹਾਨੂੰ ਕਰਕੇ ਦੇ ਦੇਗਾ। ਔਰ ਤੁਸੀਂ ਇਸ ਵੈਬਸਾਈਟ ਤੇ ਜਾਣਾ ਪਏਗਾ ਪੰਜਾਬੀ ਟੈਕਸਟ ਸਮਰਾਈਜ਼ੇਸ਼ਨ pts.learnpunjabi.org। ਪੰਜਾਬੀ ਟੈਕਸਟ ਸਮਰਾਈਜ਼ੇਸ਼ਨ ਦਾ ਅਗਲਾ ਰੂਪ ਹੈ। ਇਹਦੇ ਚ ਮੰਨ ਲਓ ਇਹ ਇੱਕ ਟੈਕਸਟ ਅਸੀਂ ਪ੍ਰੋਵਾਈਡ ਕੀਤਾ OCR ਨੂੰ, ਇਹਨੇ ਉਹਦੇ ਵਿੱਚ ਵੇਖੋ ਕਿ ਇਹ ਮੈਟਰ ਜਿਹੜਾ ਹੈ ਉਹ ਵਰਡ ਦੇ ਫਾਰਮ ਦੇ ਵਿੱਚ ਕਨਵਰਟ ਕਰਕੇ ਸਾਨੂੰ ਦੇਤਾ, ਜਿਹਨੂੰ ਕਿ ਤੁਸੀਂ ਅੱਗੇ ਵਰਤ ਸਕਦੇ ਹੋ। ਬਹੁਤ ਸਾਰੀ ਡਿਕਸ਼ਨਰੀਜ਼ ਅਵੇਲੇਬਲ ਨੇ, ਜਿਵੇਂ ਕਿ ਆਪਾਂ ਕਹਿੰਦੇ ਆ ਕਿ ਆਪਣੇ ਕੋਲ ਗੁਰਮੁਖੀ ਸ਼ਾਹਮੁਖੀ ਇੰਗਲਿਸ਼ ਡਿਕਸ਼ਨਰੀ ਅਵੇਲੇਬਲ ਹੈ, ਆਨਲਾਈਨ ਟੌਪਿਕ ਡਿਕਸ਼ਨਰੀ ਅਵੇਲੇਬਲ ਹੈ ਜਿਹੜੇ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਵਰਤ ਸਕਦੇ ਹੋ, ਰਾਈਟ, ਜਿੰਦੇ ਵਿੱਚ ਇਹਨੇ ਜਿਵੇਂ ਪਿਕਚਰ ਦੇ ਨਾਲ ਹੀ ਐਕਸਪਲੇਨੇਸ਼ਨ ਸਾਰੀ ਦਿੱਤੀ ਹੋਈ ਹੈ। ਫਿਰ ਤੁਸੀਂ ਟੂਲ ਟਿਪ ਡਿਕਸ਼ਨਰੀ ਆਲਰੇਡੀ ਮੈਂ ਦੱਸ ਚੁੱਕਿਆ ਕਿ ਕੋਈ ਮੈਟਰ ਹੈ ਉਹਦੇ ਉੱਤੇ ਜੇ ਤੁਸੀਂ ਆਪਣਾ ਮਾਊਸ ਲੈ ਕੇ ਜਾਓਗੇ ਤਾਂ ਇਹ ਉਹਦੇ ਬਾਰੇ ਰੂਟ ਵਰਡ ਦੱਸੇਗਾ, ਉਹਦੀ ਗ੍ਰਾਮੈਟੀਕਲ ਇਨਫੋਰਮੇਸ਼ਨ ਦੱਸੇਗਾ, ਉਹਦਾ ਮਤਲਬ ਦੱਸੇਗਾ। ਸੋ ਇਹ ਸਾਰੀਆਂ ਇਹਨੂੰ ਕਹਿੰਦੇ ਟੂਲ ਟਿਪ। ਇੰਗਲਿਸ਼ ਟੂ ਪੰਜਾਬੀ ਡਿਕਸ਼ਨਰੀ ਅਵੇਲੇਬਲ ਹੈ, ਪੰਜਾਬੀ ਇੰਗਲਿਸ਼ ਡਿਕਸ਼ਨਰੀ ਅਵੇਲੇਬਲ ਹੈ, ਪੰਜਾਬੀ ਦੇ ਐਡਮਿਨਿਸਟ੍ਰੇਟਿਵ ਟਰਮਸ ਦੀ ਡਿਕਸ਼ਨਰੀ ਅਵੇਲੇਬਲ ਹੈ। ਫਿਰ ਮਸ਼ੀਨ ਟ੍ਰਾਂਸਲਿਟਰੇਸ਼ਨ ਬਾਰੇ ਗੱਲ ਕਰ ਚੁੱਕੇ ਹਾਂ, ਜਿਵੇਂ ਗੁਰਮੁਖੀ ਟੂ ਰੋਮਨ ਹੈ ਆਪਣੇ ਕੋਲ,
संगम लाइक गुरमुखी टू शाहमुखी ट्रांसलिटरेशन सॉफ्टवेयर अवेलेबल है अपने कोल। संगम कहते हैं ਆਪਾਂ पंजाबी टू शाहमुखी, शाहमुखी टू गुरमुखी। then machine translation ਦੇ ਵਿੱਚ हिंदी टू पंजाबी एंड पंजाबी टू हिंदी machine translation system अवेलेबल है। सो ਇਹ ਇੱਕ ਝਲਕ ਹੈ ਹਿੰਦੀ ਟੂ ਪੰਜਾਬੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ ਵੈਬਸਾਈਟ ਦੀ। ਸੋ ਇਹ ਵੈਬਸਾਈਟ ਹੈ ਜਿੰਦੇ ਤੇ ਜਾ ਕੇ ਤੁਸੀਂ ਹਿੰਦੀ ਦੇ ਮੈਟਰ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰ ਸਕਦੇ ਹੋ। ਪੰਜਾਬੀ ਟੂ ਹਿੰਦੀ, ਤੁਸੀਂ ਕੋਈ ਵੀ ਮੈਟਰ ਪੰਜਾਬੀ ਦੇ ਵਿੱਚ ਹੈ ਤੁਹਾਡਾ ਤਾਂ ਉਹਨੂੰ ਹਿੰਦੀ ਦੇ ਵਿੱਚ ਔਨ ਦਾ ਕਲਿੱਕ ਆਫ ਦ ਬਟਨ ਟ੍ਰਾਂਸਲੇਟ ਜਾਂ ਟ੍ਰਾਂਸਲਿਟਰੇਟ ਵੀ ਕਰ ਸਕਦੇ ਹੋ। ਫੌਂਟ ਕਨਵਰਟ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਆਨਲਾਈਨ ਫੌਂਟ ਕਨਵਰਟਰ ਵੀ ਅਵੇਲੇਬਲ ਹੈ ਜਿੰਦੇ ਵਿੱਚ FC ਮਤਲਬ ਫੌਂਟ ਕਨਵਰਟਰ fc.learnpunjabi.org ਤੇ ਜਾ ਕੇ ਤੁਸੀਂ ਫੌਂਟ ਨੂੰ ਕਨਵਰਸ਼ਨ ਕਰ ਸਕਦੇ ਹੋ। ਸਪੈਲ ਚੈਕਰ ਆਲਰੇਡੀ ਗੱਲ ਚ ਓਮਨੀ ਫੌਂਟ ਪੰਜਾਬੀ ਸਪੈਲ ਚੈਕਰ ਜਿਹਨੂੰ ਸੋਧਕ ਦਾ ਨਾਮ ਦਿੱਤਾ ਗਿਆ ਹੈ। ਪੰਜਾਬੀ ਗ੍ਰਾਮਰ ਚੈਕਰ ਵੀ ਅਵੇਲੇਬਲ ਹੈ ਆਪਣੇ ਕੋਲ ਜਿਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਮਲਟੀਲਿੰਗੁਅਲ ਈਮੇਲ ਹੈ, ਜੇ ਤੁਸੀਂ ਮੰਨ ਲਓ ਕਿਸੇ ਨੂੰ ਈਮੇਲ ਭੇਜਣੀ ਹੈ, ਤੁਸੀਂ ਹਿੰਦੀ ਚ ਲਿਖਣਾ ਚਾਹੁੰਦੇ ਹੋ ਤੁਹਾਨੂੰ, ਪਰ ਤੁਸੀਂ ਸਿਸਟਮ ਨੂੰ ਕਹਿ ਸਕਦੇ ਹੋ ਭੇਜ ਪੰਜਾਬੀ ਦੇ ਵਿੱਚ ਈਮੇਲ, ਸੋ ਬੈਕਗਰਾਉਂਡ ਤੇ ਪੰਜਾਬੀ ਚ ਟ੍ਰਾਂਸਲੇਟ ਕਰਕੇ ਈਮੇਲ ਨੂੰ ਪੰਜਾਬੀ ਚ ਭੇਜੇਗਾ। सर्च इंजन भी अवेलेबल है, ਤੁਸੀਂ ਪੰਜਾਬੀ ਚ ਟਾਈਪ ਕਰਨਾ ਚਾਹੁੰਦੇ ਹੋ, ਸ਼ਾਹਮੁਖੀ ਚ ਕਰਨਾ ਚਾਹੁੰਦੇ ਹੋ, ਦੇਵਨਾਗਰੀ ਚ ਕਰਨਾ ਚਾਹੁੰਦੇ ਹੋ, ਸੋ ਟਾਈਪ ਕਰੋ, ਨੀਚੇ ਰਿਜ਼ਲਟਸ ਤੁਹਾਨੂੰ ਸ਼ਾਹਮੁਖੀ ਗੁਰਮੁਖੀ ਦੇ ਵਿੱਚ ਆ ਜਾਣਗੇ ਸਾਰੇ। तो ਉਹਦਾ ਆਪਣੇ ਕੋਲ ਵੈਬਸਾਈਟ ਕੀ ਹੈ punjabikhooj.com। ਗੁਰੂ ਗ੍ਰੰਥ ਸਾਹਿਬ ਵਾਸਤੇ ਵੀ ਤੁਸੀਂ ਸਰਚ ਕਰ ਸਕਦੇ ਹੋ, ਸਰਚ ਇੰਜਨ ਬਣਾਇਆ ਟੈਕਸਟ ਸਮਰਾਈਜ਼ੇਸ਼ਨ। ਸੋ ਸਪੀਚ ਟੂ ਟੈਕਸਟ ਵੀ ਹੈ, ਆਈ ਥਿੰਕ ਇਹ ਨਹੀਂ ਹਲੇ ਅਵੇਲੇਬਲ ਕਰਾਇਆ ਗਿਆ ਨੈਟ ਤੇ। ਆਨਲਾਈਨ ਪੰਜਾਬੀ ਲਰਨਿੰਗ ਜਿਵੇਂ learnpunjabi.org ਬਹੁਤ ਸਾਰੇ ਲੋਕ ਯੂਜ਼ ਕਰ ਰਹੇ ਨੇ, ਮਲਟੀਮੀਡੀਆ ਬੇਸਡ ਇੰਟਰੈਕਟਿਵ ਵੈਬਸਾਈਟ ਹੈ ਪੰਜਾਬੀ ਲਰਨਿੰਗ ਵਾਸਤੇ। ਜੇ ਬੱਚਿਆਂ ਨੂੰ ਆਪਾਂ ਊੜਾ ਐੜਾ ਸਿਖਾਉਣਾ ਚਾਹੁੰਦੇ ਹਾਂ ਤਾਂ ਆਪਣੇ ਕੋਲ ਇਹ ਪੂਰਾ ਐਨੀਮੇਸ਼ਨ ਦੇ ਨਾਲ ਦੱਸੇਗਾ ਕਿ ਆਪਾਂ ਪੈਨ ਨੂੰ ਕਿਵੇਂ ਚਲਾਉਣਾ ਹੈ। ਸੋ ਊੜਾ ਐੜਾ ਬਾਰੇ ਐਕਸਪਲੇਨ ਕਰ ਸਕਦੇ ਹਾਂ। ਨੀਚੇ ਤੁਸੀਂ ਦੇਖ ਸਕਦੇ ਹੋ ਕਿ ਪੈਨ ਨੂੰ ਆਪਾਂ ਕਿਸ ਡਾਇਰੈਕਸ਼ਨ ਦੇ ਵਿੱਚ ਕਿੰਨਵੇਂ ਨੰਬਰ ਤੇ, ਜਿਵੇਂ ਇਹ ਪਹਿਲੇ ਨੰਬਰ ਤੇ ਹੈ, ਫਿਰ ਦੂਜਾ ਨੰਬਰ ਐਰੋ ਹੈ, ਤੀਜਾ ਨੰਬਰ ਐਰੋ ਹੈ, ਚੌਥਾ ਨੰਬਰ ਐਰੋ ਹੈ। ਸੋ ਇਹਨਾਂ ਨੇ ਡਾਇਰੈਕਸ਼ਨਸ ਵੀ ਦੱਸੀਆਂ ਹੋਈਆਂ ਨੇ। ਸੋ ਈਵਨ ਆਪਣੇ ਕੋਲ ਕੁਇਜ਼ਿਸ ਵੀ ਨੇ, ਜੇ ਬੱਚੇ ਨੇ ਕੁਝ ਸਿੱਖ ਲਿਆ ਤਾਂ ਉਹ ਆਪਣੇ ਆਪ ਨੂੰ ਕੁਇਜ਼ ਦੇ ਥਰੂ ਟੈਸਟ ਕਰ ਸਕਦਾ ਹੈ ਕਿ ਮੈਂ ਕਿੰਨਾ ਕੁ ਊੜਾ ਐੜਾ ਸਿੱਖ ਗਿਆ ਹਾਂ। ਫਿਰ ਆਪਾਂ ਇੱਕ ਹੋਰ ਗੇਮ ਹੈ ਪਿਕਚਰ ਆਇਡੈਂਟੀਫਿਕੇਸ਼ਨ ਦੀ, ਇਹ ਹੈਂਗਿੰਗ ਮੈਨ ਪ੍ਰੋਬਲਮ ਹੈ ਜਿਹਦੇ ਚ ਊੜਾ ਐੜਾ ਵਗੈਰਾ ਆਪਾਂ ਸਿੱਖ ਸਕਦੇ ਹਾਂ। ਫਿਰ ਤੁਸੀਂ ਮਲਟੀਮੀਡੀਆ ਬੇਸਡ ਆਪਾਂ ਪੋਇਮਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਇਹਦੇ ਥਰੂ ਸਿਖਾ ਸਕਦੇ ਹਾਂ, ਜਿਵੇਂ ਪਿਆਸਾ ਕਾਂ ਹੈ। ਫਿਰ ਇਹ ਆਪਣੇ ਕੋਲ ਮਾਨੋ ਬਿੱਲੀ ਹੈ, ਉਹਨੂੰ ਸਿਖਾ ਸਕਦੇ ਹਾਂ, ਬਹੁਤ ਅੱਛੀ ਪੋਇਮ ਹੈ। ਸੋ ਈ ਬੁੱਕਸ ਨੇ ਅਵੇਲੇਬਲ ਨੇ। ਪੰਜਾਬੀ ਲਰਨਿੰਗ ਵਾਸਤੇ ਵੀਡੀਓ ਲੈਕਚਰਸ ਵੀ ਬੈਕਬੋਰਡ ਰਾਹੀਂ ਸਟੋਰ ਕੀਤੇ ਗਏ ਨੇ, ਰਿਕਾਰਡ ਕੀਤੇ ਗਏ ਨੇ ਜਿਹੜੇ ਕਿ ਨੈਟ ਤੇ ਅਵੇਲੇਬਲ ਨੇ। ਫਿਰ ਆਪਣੇ ਕੋਲ ਕਈ ਤਰ੍ਹਾਂ ਦੇ ਸੋ ਮੈਂ 2 ਮਿੰਟ ਵਾਸਤੇ ਬ੍ਰੇਕ ਲਵਾਂਗਾ ਔਰ ਤੁਹਾਡੇ ਤੋਂ ਕੁਐਸਚਨ ਆਨਸਰਿੰਗ ਲੈਣਾ ਚਾਹਾਂਗਾ ਕਿ ਕਿਸੇ ਦੇ ਕੋਈ ਕੁਐਸਚਨਸ ਹੋਣ ਇੱਥੋਂ ਤੱਕ ਤਾਂ ਆਪਾਂ ਮੈਂ ਲੈਣਾ ਚਾਹਾਂਗਾ। ਹਾਂ ਸਰ, ਇਹ ਪੰਜਾਬੀ ਲਰਨਿੰਗ ਵੈਬਸਾਈਟ ਸੀ ਜਿਹੜੀ ਹੁਣੇ ਦੱਸੀ ਸੀ ਨਾ। ਹਾਂਜੀ ਹਾਂਜੀ, ਜਿਹਦੇ ਤੋਂ ਆਪਾਂ ਬੱਚਿਆਂ ਨੂੰ ਕਿੱਦਾਂ ਗੁਰਮੁਖੀ ਨੂੰ ਲਿਖਣਾ ਹੈ, ਮੰਨ ਲਓ ਪੰਜਾਬੀ ਲਰਨਿੰਗ ਵੈਬਸਾਈਟ learnpunjabi.org learnpunjabi.org ਹੈ ਨਾ। ਹਾਂਜੀ ਹਾਂਜੀ, ਹਾਂ ਇਹ ਸਾਡੇ ਲਈ, ਅਸੀਂ ਆਊਟ ਆਫ ਸਟੇਟ ਜਿਹੜੇ ਬੈਠੇ ਉਹਨਾਂ ਨੂੰ ਬੜੀ ਹੈਲਪਫੁਲ ਹੋਏਗੀ। ਨਹੀਂ ਨਹੀਂ, ਬਹੁਤ ਅੱਛੀ ਵੈਬਸਾਈਟ ਹੈ। ਠੀਕ ਹੈ ਜੀ, ਠੀਕ ਹੈ, ਚਲੋ ਬਹੁਤ ਵਧੀਆ। ਥੋੜੀ ਜਿਹੀ ਸਰ ਸਪੀਡ ਥੋੜੀ ਜੀ ਨਾ ਹੌਲੀ ਰੱਖੋ, ਜਿੰਨੀ ਦੇਰ ਨੂੰ ਅਸੀਂ ਲਿਖਦੇ ਲੁਖਦੇ ਹਾਂ ਤੁਸੀਂ ਤੁਹਾਨੂੰ ਲਿਖਣ ਦੀ ਸਰ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ, ਇਹ ਸਾਰੀ ਪ੍ਰੈਜੈਂਟੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ। ਹਾਂ ਠੀਕ ਹੈ, ਚਲੋ ਬਹੁਤ ਵਧੀਆ। ਕਿਉਂਕਿ ਇਸ ਕਰਕੇ ਮੈਂ ਫਾਸਟ ਕਰ ਰਿਹਾ ਕਿਉਂਕਿ ਮੇਰੇ ਕੋਲ ਸਮਾਂ ਘੱਟ ਦਿੱਤਾ ਗਿਆ ਹੈ ਔਰ ਮੈਂ ਕਵਰ ਚੀਜ਼ਾਂ ਬਹੁਤ ਕਰਨੀਆਂ ਨੇ ਤੇ ਤੁਹਾਨੂੰ ਮੈਂ ਜਸਟ ਕਿਉਂਕਿ ਸਾਰੇ ਤੁਸੀਂ ਟੀਚਰ ਹੋ, ਤੁਸੀਂ ਮਾੜਾ ਜਿਹਾ ਤੁਹਾਨੂੰ ਦੱਸ ਦਾਂਗਾ, ਤੁਸੀਂ ਬਹੁਤ ਕੁਝ ਸਿੱਖ ਲਓਗੇ ਜੀ। ਹਾਂ ਨਹੀਂ, ਮੈਂ ਹੁਣੇ ਹੀ ਰਾਵੀ ਕਰ ਵੀ ਲਿਆ ਉਹਦੇ ਤੇ ਨਾ ਲੈਪਟਾਪ ਤੇ। ਰਾਵੀ ਦੇ ਵਿੱਚ ਮੈਂ ਕਦੇ ਨਹੀਂ ਸੀ ਟਾਈਪ ਕੀਤਾ ਤੇ ਹੁਣੇ ਨਾਲ ਦੀ ਨਾਲ ਫਿਰ ਬੱਚੇ ਨੂੰ ਕੋਲ ਬਿਠਾ ਕੇ ਨਾ ਕਰਿਆ, ਕਰਕੇ ਦੇਖਿਆ, ਮਤਲਬ ਥੋੜਾ ਜਿਹਾ ਤੇ ਬੜਾ ਮਜ਼ਾ ਆ ਰਿਹਾ ਉਹਦੇ ਤੇ। ਚਲੋ ਯੂਨੀਕੋਡ ਦੀ ਸਮੱਸਿਆ ਦਾ ਹੱਲ ਹੋ ਗਿਆ, ਪ੍ਰੈਕਟਿਸ ਦੀ ਲੋੜ ਹੈ ਬਸ, ਹੋਰ ਕੁਝ ਨਹੀਂ ਹੈ। ਬਸ ਚੱਲ ਗਿਆ, ਚਲੋ ਨਾਲ ਦੀ ਨਾਲ ਹੀ ਕਰੀ ਜਾਂਦੇ ਹਾਂ। ਗ੍ਰੇਟ ਗ੍ਰੇਟ। ਨਹੀਂ ਤੁਹਾਨੂੰ ਮੈਂ ਪ੍ਰੈਜੈਂਟੇਸ਼ਨ ਸਾਂਝੀ ਕਰਾਂਗਾ, ਯੂ ਕੈਨ ਲਰਨ ਅ ਲੋਟ ਫਰਮ ਇਟ। ਠੀਕ ਹੈ, ਬਹੁਤ ਵਧੀਆ, ਠੀਕ ਹੈ, ਓਕੇ, ਥੈਂਕ ਯੂ, ਬਹੁਤ ਵਧੀਆ। ਹਾਂਜੀ, ਹੋਰ ਕਿਸੇ ਦਾ ਜੀ ਕੋਈ ਕੁਐਸਚਨ? ਸਰ ਸੀਪੀ ਕੰਬੋਜ ਜੀ ਨਹੀਂ ਆਏ, ਉਹਨਾਂ ਦਾ ਲਿਖਿਆ ਹੋਇਆ ਸੀ, ਸ਼ਿੰਦਰਪਾਲ ਜੀ ਨਹੀਂ ਆਏ। ਇਹ ਤੁਸੀਂ ਪਵਨ ਜੀ ਤੋਂ ਪੁੱਛ ਸਕਦੇ ਹੋ ਜਿਹਦੇ ਬਾਰੇ। ਅੱਛਾ ਠੀਕ ਹੈ ਜੀ, ਓਕੇ। ਸ਼ਡਿਊਲ ਹਾਂਜੀ ਪਵਨ ਜੀ ਕੁਝ ਕਹਿ ਰਹੇ ਸੀ? ਓਕੇ ਓਕੇ ਫਾਈਨ। ਸੋ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਪੰਜਾਬੀ ਲੈਂਗੁਏਜ ਪ੍ਰੋਸੈਸਿੰਗ ਟੂਲਸ ਨੇ। ਇਹ ਇੱਕ ਅਲੱਗ ਤਰ੍ਹਾਂ ਦੇ ਟੂਲਸ ਨੇ, ਇਹ ਮਤਲਬ ਇੱਕ ਐਡਵਾਂਸ ਟੌਪਿਕ ਨੇ, ਸਾਡੇ ਰਿਸਰਚ ਚੋਂ ਨਿਕਲ ਕੇ ਆਏ ਨੇ ਬਾਹਰ, ਜਿਹੜੇ ਕਿ ਤੁਹਾਡੇ ਵਾਸਤੇ ਹੋ ਸਕਦਾ ਹੈ ਕਿ ਤੁਸੀਂ ਪੰਜਾਬੀ ਟੀਚਿੰਗ ਦੇ ਵਿੱਚ
ਕਿਤੇ ਨਾ ਕਿਤੇ ਇਸ ਨੂੰ ਵਰਤ ਸਕੋਗੇ ਔਰ ਯੂਜ਼ ਕਰ ਸਕੋਗੇ। ਇਹ ਜਿਹੜੀ ਵੀ ਅੱਜ ਤੱਕ ਮੇਰੇ ਪੰਜਾਬੀ ਦੇ ਸਟੂਡੈਂਟਸ ਨੇ, ਮੇਰੇ PhD ਦੇ ਸਟੂਡੈਂਟਸ ਨੇ ਰਿਸਰਚ ਕੀਤੀ ਹੈ, ਮੈਂ ਉਹਦੀ ਸਮਰੀ ਤੁਹਾਡੇ ਸਾਹਮਣੇ ਸਾਰਿਆਂ ਸਾਹਮਣੇ ਪੇਸ਼ ਕਰ ਰਿਹਾ, ਜਿਹੜਾ ਕਿ ਕੱਲ ਨੂੰ ਤੁਹਾਡੇ ਕੰਮ ਆ ਸਕਦੀ ਹੈ। ਤੁਸੀਂ ਇਹ ਦੇਖਣਾ ਹੈ ਵੀ ਤੁਸੀਂ ਇਹਨੂੰ ਕਿਵੇਂ ਵਰਤ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਉਹ ਸਿਰਫ ਤੁਸੀਂ ਆਪਣੇ ਪੜ੍ਹਾਉਣ ਵਾਸਤੇ ਵਰਤੋਗੇ, ਹੋ ਸਕਦਾ ਹੈ ਕਿ ਰੋਜ਼ਮर्रा ਦੀ ਤੁਹਾਡੀ ਕਿਤੇ ਰਿਸਰਚ ਦੇ ਵਿੱਚ ਜਾਂ ਹੋਰ ਕਿਸੇ ਗਤੀਵਿਧੀਆਂ ਦੇ ਵਿੱਚ ਇਹ ਕੰਮ ਆ ਸਕੇ, ਜਿਹੜੀ ਕਿ ਤੁਹਾਨੂੰ ਕਾਫੀ ਫਾਇਦਾ ਦੇ ਸਕਦੀ ਹੈ। ਕੋਈ ਮੈਨੂੰ ਦੱਸ ਸਕਦਾ ਹੈ ਕਿ ਕਾਰਪਸ ਦਾ ਮਤਲਬ ਕੀ ਹੈ? ਪੰਜਾਬੀ ਕਾਰਪਸ। ਹਾਂਜੀ, ਕੋਈ ਟੀਚਰ ਦੱਸ ਸਕਦੇ ਨੇ ਕਿ ਪੰਜਾਬੀ ਕਾਰਪਸ ਕੀ ਹੁੰਦਾ ਜੀ? ਓਕੇ, ਸੋ ਪੰਜਾਬੀ ਕਾਰਪਸ ਕੀ ਹੈ ਕਿ ਮੰਨ ਲਓ ਆਪਾਂ ਜਦੋਂ ਕੰਪਿਊਟਰਸ ਦੇ ਵਿੱਚ ਇੱਕ ਫੋਲਡਰ ਰੱਖਿਆ ਹੋਇਆ ਸਪੋਜ਼, ਠੀਕ ਹੈ, ਉਹ ਫੋਲਡਰ ਦੇ ਵਿੱਚ ਬਹੁਤ ਸਾਰੀਆਂ ਆਪਣੀਆਂ ਟੈਕਸਟ ਫਾਈਲਸ ਨੇ। ਹੁਣ ਉਹ ਜੇ ਟੈਕਸਟ ਫਾਈਲਸ ਦੇ ਵਿੱਚ ਆਪਾਂ ਪੰਜਾਬੀ ਦਾ ਮੈਟਰ ਸਟੋਰ ਕੀਤਾ ਹੋਇਆ ਹੈ, ਹਰੇਕ ਫਾਈਲ ਦੇ ਵਿੱਚ ਪੰਜਾਬੀ ਦਾ ਮੈਟਰ ਸਟੋਰ ਕੀਤਾ ਹੋਇਆ ਹੈ, ਸੋ ਉਸ ਫੋਲਡਰ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਦੀਆਂ ਫਾਈਲਾਂ ਹੀ ਪਈਆਂ ਸਾਰੀਆਂ, ਰਾਈਟ? ਸੋ ਇਹਦਾ ਮਤਲਬ ਉਹ ਪੰਜਾਬੀ ਦਾ ਇੱਕ ਕਾਰਪਸ ਹੈ। ਫੋਲਡਰ ਦੇ ਵਿੱਚ ਪੰਜਾਬੀ ਕਾਰਪਸ ਤੁਸੀਂ ਸਟੋਰ ਕੀਤਾ ਹੋਇਆ ਹੈ, ਠੀਕ ਹੈ। ਬਹੁਤ ਸਾਰੀਆਂ ਫਾਈਲਾਂ ਨੇ ਜਿੰਦੇ ਵਿੱਚ ਹਰੇਕ ਫਾਈਲ ਦੇ ਵਿੱਚ ਪੰਜਾਬੀ ਦਾ ਮੈਟਰ ਟਾਈਪ ਕੀਤਾ ਹੋਇਆ ਹੈ, ਸੋ ਉਹ ਤੁਹਾਡੇ ਕੋਲ ਪੰਜਾਬੀ ਦਾ ਕਾਰਪਸ ਬਣ ਗਿਆ, ਠੀਕ ਹੈ। ਇੱਕ ਆਪਣੇ ਕੋਲ ਹੁੰਦਾ ਮੋਨੋਲਿੰਗੁਅਲ ਕਾਰਪਸ, ਜਿੰਦੇ ਵਿੱਚ ਇਕੱਲਾ ਪੰਜਾਬੀ ਦਾ ਕਾਰਪਸ ਹੈ। ਇੱਕ ਆਪਣੇ ਕੋਲ ਹੁੰਦਾ ਹੈ ਪੈਰਲਲ ਕਾਰਪਸ। ਪੈਰਲਲ ਕਾਰਪਸ ਦਾ ਮਤਲਬ ਕੀ ਹੈ ਕਿ ਮੰਨ ਲਓ ਇੱਕ ਤੁਹਾਡੇ ਕੋਲ ਇੰਗਲਿਸ਼ ਦਾ ਕੋਈ ਪੈਰਾ ਹੈ, ਉਹਦੀ ਟਰਾਂਸਲੇਸ਼ਨ ਹੀ ਤੁਹਾਡੇ ਕੋਲ ਪਈ ਹੈ ਪੰਜਾਬੀ ਦੇ ਵਿੱਚ। ਸੋ ਇੱਕ ਫਾਈਲ ਦੇ ਵਿੱਚ ਤੁਹਾਡੇ ਕੋਲ ਇੰਗਲਿਸ਼ ਦਾ ਮੈਟਰ ਹੈ, ਉਹਦੇ ਪੈਰਲਲ ਟਰਾਂਸਲੇਟਡ ਤੁਹਾਡੇ ਕੋਲ ਪੰਜਾਬੀ ਦਾ ਮੈਟਰ ਹੈ। ਸੋ ਇਹ ਤੁਹਾਡੇ ਕੋਲ ਪੈਰਲਲ ਕਾਰਪੋਰਾ ਹੋ ਗਿਆ। ਉਹਨੂੰ ਕੀ ਕਹਾਂਗੇ? ਇੰਗਲਿਸ਼ ਪੰਜਾਬੀ ਪੈਰਲਲ ਕਾਰਪੋਰਾ, ਠੀਕ ਹੈ। ਸੋ ਹੁਣ ਕੀ ਕਰਦੇ ਆ ਕਿ ਆਪਾਂ ਕਈ ਵਾਰ ਬਹੁਤ ਸਾਰਾ ਮੈਟਰ ਇੰਟਰਨੈਟ ਤੋਂ ਡਾਊਨਲੋਡ ਕਰ ਲੈਂਦੇ ਆ, ਲੇਕਿਨ ਉਹਦੇ ਵਿੱਚ ਬਹੁਤ ਜੰਕ ਕਰੈਕਟਰਸ ਹੁੰਦੇ ਨੇ ਜਿਨ੍ਹਾਂ ਦੀ ਰਿਫਾਈਨਮੈਂਟ ਦੀ ਲੋੜ ਪੈਂਦੀ ਹੈ। ਜਾਂ ਤਾਂ ਉਹਨੂੰ ਆਪਾਂ ਮੈਨੂਅਲੀ ਰਿਫਾਈਨ ਕਰਾਂਗੇ ਜਾਂ ਫਿਰ ਆਪਾਂ ਕਿਸੇ ਟੂਲ ਦੇ ਥਰੂ ਰਿਫਾਈਨਮੈਂਟ ਕਰ ਲਈਏ। ਸੋ ਅਸੀਂ ਇੱਕ ਟੂਲ ਬਣਾਇਆ ਹੈ ਜਿੰਦੇ ਵਿੱਚ ਤੁਸੀਂ ਜਦੋਂ ਕਾਰਪਸ ਨੂੰ ਪਾਓਗੇ, ਕੋਈ ਵੀ ਮੈਟਰ ਤੁਸੀਂ ਨੈਟ ਤੋਂ ਡਾਊਨਲੋਡ ਕੀਤਾ ਪੰਜਾਬੀ ਦਾ, ਤਾਂ ਉਹਨੂੰ ਤੁਸੀਂ ਰਿਫਾਈਨ ਕਰ ਸਕਦੇ ਹੋ। ਜੋ ਉਹਦੇ ਵਿੱਚ ਜੰਕ ਕਰੈਕਟਰਸ ਨੇ ਉਹ ਸਭ ਕੁਝ ਕਲੀਨ ਕਰਕੇ ਤੁਹਾਨੂੰ ਵਾਪਸ ਦੇ ਦੇਗਾ, ਰਾਈਟ? ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਕਾਰਪਸ ਰਿਫਾਈਨਮੈਂਟ ਦਾ ਸਾਡੇ ਕੋਲ ਇੱਕ ਅਸੀਂ ਇਹਨੂੰ ਪੰਜਾਬੀ ਦਾ ਟੈਕਸਟ ਪ੍ਰੋਵਾਈਡ ਕੀਤਾ ਸੀਗਾ, ਰਾਈਟ? ਜਦੋਂ ਇਹਨੂੰ ਅਸੀਂ ਕਿਹਾ ਕਿ ਇਹਨੂੰ ਰਿਫਾਈਨ ਕਰ ਦਿਓ, ਰਿਫਾਈਨ ਕਰਨ ਤੋਂ ਬਾਅਦ ਇਹਨੇ ਆਪਾਂ ਨੂੰ ਕਲੀਨ ਕਰਕੇ ਇਸ ਕਾਰਪਸ ਨੂੰ ਇੱਧਰ ਦੇ ਦਿੱਤਾ। ਸੋ ਇਹਦੇ ਵਿੱਚ ਕਾਫੀ ਮਿਸਟੇਕ ਸੀਗੀਆਂ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮਾਤਰਾਵਾਂ ਵਗੈਰਾ ਸੀਗੀਆਂ ਜਿਹੜੀਆਂ ਉਹ ਸਹੀ ਢੰਗ ਨਾਲ ਨਹੀਂ ਲੱਗੀਆਂ ਸੀ, ਜਾਂ ਇਹਦੇ ਵਿੱਚ ਫਾਲਤੂ ਦੇ ਕਰੈਕਟਰਸ ਅਵੇਲੇਬਲ ਸੀ, ਉਹ ਸਾਰਿਆਂ ਨੂੰ ਕਲੀਨ ਕਰਕੇ ਇਹਨੇ ਠੀਕ ਕਰਕੇ ਆਪਾਂ ਨੂੰ ਜਿਹੜਾ ਹੈ ਇਸ ਵਾਲੇ ਬਾਕਸ ਦੇ ਵਿੱਚ ਸਾਨੂੰ ਰਿਫਾਈਨ ਕਰਕੇ ਕਾਰਪਸ ਨੂੰ ਦੇਤਾ, ਜਿਹਨੂੰ ਕਿ ਅਸੀਂ ਹੋਰ ਪਰਪਸਿਸ ਲੈ ਕੇ ਵਰਤ ਸਕਦੇ ਹਾਂ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਨਕਰੈਕਟ ਸੀਕੁਐਂਸ ਆਫ ਮਾਤਰਾਸ, ਮਲਟੀਪਲ ਮਾਤਰਾ ਕਿਤੇ ਪਈਆਂ ਨੇ, ਸੋ ਇਸ ਕਰਕੇ ਇਹਨਾਂ ਦੀ ਰਿਫਾਈਨਮੈਂਟ ਅਸੀਂ ਬਹੁਤ ਸਲਾਹਲੇ ਤਰੀਕੇ ਦੇ ਨਾਲ ਵਿਦਆਊਟ ਮੈਨੂਅਲ ਆਨਲਾਈਨ ਹੀ ਕਰ ਸਕਦੇ ਹਾਂ, ਜਸਟ ਔਨ ਦਾ ਕਲਿਕ ਆਫ ਦਾ ਬਟਨ। ਸੋ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਨੇ ਜਿਹੜੀਆਂ ਕਿ ਅਸੀਂ ਇਸ ਰਿਫਾਈਨਮੈਂਟ ਦੇ ਵਿੱਚ ਕੀਤੀਆਂ ਹੋਈਆਂ ਨੇ, ਜਿੰਦੇ ਵਿੱਚ ਲਗਾ ਮਾਤਰਾ ਜਿਹੜੀਆਂ ਨੇ ਗਲਤ ਤਰੀਕੇ ਨਾਲ ਲੱਗੀਆਂ ਨੇ, ਜਿਨ੍ਹਾਂ ਨੂੰ ਇਹਨਾਂ ਨੇ ਠੀਕ ਕਰਕੇ ਰਿਜ਼ਲਟਸ ਵਾਪਸ ਆ ਜਾਂਦੇ ਨੇ। ਸੋ ਸੈਗਮੈਂਟੇਸ਼ਨ ਦਾ ਮਤਲਬ ਇਹ ਹੈ ਕਿ ਮੰਨ ਲਓ ਜੇ ਆਪਾਂ ਪੈਰਾਗ੍ਰਾਫ ਹੈ, ਪੈਰਾਗ੍ਰਾਫ ਨੂੰ ਆਪਾਂ ਅਲੱਗ-ਅਲੱਗ ਲਾਈਨ ਦੇ ਵਿੱਚ ਉਹਨੂੰ ਕਨਵਰਟ ਕਰਨਾ ਹੈ। ਸੋ ਇਹ ਸਿੰਪਲ ਜਿਹਾ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਜਿਹੜਾ ਕਿ ਸਾਡੇ ਵਾਸਤੇ ਬਹੁਤ ਜ਼ਿਆਦਾ ਯੂਜ਼ਫੁਲ ਰਹਿੰਦਾ ਹੈ, ਸਾਡੇ ਕੰਮ ਵੀ ਆਇਆ ਬਹੁਤ ਜ਼ਿਆਦਾ। ਮੰਨ ਲਓ ਇੱਕ ਪੈਰਾਗ੍ਰਾਫ ਉਹਨੂੰ ਦੇਤਾ, ਪੈਰਾਗ੍ਰਾਫ ਦੇ ਵਿੱਚ ਉਹਨੇ ਲਾਈਨ ਬਾਈ ਲਾਈਨ ਸਾਨੂੰ ਅਲੱਗ-ਅਲੱਗ ਕੱਢ ਕੇ ਲਾਈਨਾਂ ਉਹਦੇ ਵਿੱਚੋਂ ਹਰੇਕ ਲਾਈਨ ਨੂੰ ਵੱਖਰੀ ਲਾਈਨ ਦੇ ਵਿੱਚ ਕਾਪੀ ਕਰਕੇ ਦੇਤਾ। ਉਹਨਾਂ ਨੂੰ ਕਹਿੰਦੇ ਪੰਜਾਬੀ ਸੈਂਟੈਂਸ ਸੈਗਮੈਂਟੇਸ਼ਨ। ਫਿਰ ਪੰਜਾਬੀ ਐਨਗ੍ਰਾਮ। ਐਨਗ੍ਰਾਮ ਦਾ ਮਤਲਬ ਕੀ ਹੈ ਕਿ ਜੇ ਆਪਾਂ ਯੂਨੀਗ੍ਰਾਮ ਕਰਨੇ ਆ ਤਾਂ ਸਿੰਗਲ ਵਰਡ ਕੱਢ ਕੇ ਦੇ ਦੇਗਾ। ਬਾਈਗ੍ਰਾਮ ਮਤਲਬ ਕੀ ਹੈ ਕਿ ਦੋ ਨਾਲ ਜੁੜਵੇਂ ਅਕਸ਼ਰ, ਫਿਰ ਅਗਲੇ ਦੋ ਨਾਲ ਜੁੜਵੇਂ ਅਕਸ਼ਰ। ਟ੍ਰਾਈਗ੍ਰਾਮ 3 ਅੱਖਰਾਂ ਦਾ ਸੀਕੁਐਂਸ। ਮੰਨ ਲਓ ਇਹ ਆਪਾਂ ਇੱਕ ਪੈਰਾਗ੍ਰਾਫ ਐਜ਼ ਅ ਇਨਪੁਟ ਦਿੱਤਾ ਆਪਣੇ ਸਿਸਟਮ ਨੂੰ, ਉਹਨੇ ਆ ਦੇਖੋ ਆ ਯੂਨੀਗ੍ਰਾਮ ਬਣਾ ਕੇ ਦਿੱਤਾ, ਔਰ ਇਹਨੇ ਦੱਸਿਆ ਵੀ ਇਹ ਹੈ ਜਿਹੜਾ ਹੈ ਉਹ ਕਿੰਨੀ ਵਾਰੀ ਇਸ ਪੈਰਾਗ੍ਰਾਫ ਦੇ ਵਿੱਚ ਆ ਰਿਹਾ ਹੈ। ਸੋ ਉਹ 6 ਵਾਰੀ ਆ ਰਿਹਾ ਤੇ ਇੰਨੇ ਵਾਰੀ ਆ ਰਿਹਾ। ਸੋ ਇਸ ਤਰ੍ਹਾਂ ਉਹਨੇ ਆਪਾਂ ਨੂੰ ਜਿਹੜੇ ਯੂਨੀਕ ਵਰਡਸ ਨੇ ਉਸ ਪੈਰਾਗ੍ਰਾਫ ਦੇ ਵਿੱਚ ਫ੍ਰੀਕੁਐਂਸੀ ਵਾਈਜ਼ ਕੱਢ ਕੇ ਦੇਤੇ। ਜੇ ਆਪਾਂ ਕਈ ਵਾਰ ਦੇਖਣਾ ਹੋਵੇ ਵੀ ਇਸ ਵਿੱਚ ਸਭ ਤੋਂ ਜ਼ਿਆਦਾ ਵਾਰ ਕਿਹੜਾ ਵਰਤਿਆ ਗਿਆ ਵਰਡ, ਉਸ ਵਰਤ ਨੂੰ ਕੱਢਣਾ ਹੋਵੇ ਤਾਂ ਬਹੁਤ ਈਜ਼ੀ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਢ ਸਕਦੇ ਹਾਂ। ਬਾਈਗ੍ਰਾਮ ਦਾ ਮਤਲਬ ਕੀ ਹੈ ਕਿ ਨਾਲ ਜੁੜਵੇਂ ਦੋ ਅੱਖਰ, ਜਿਵੇਂ ਕੰਮ ਕਰਦਾ, ਖੁਸ਼ ਹਾਂ, ਖੜਾ ਸੀ, ਗਿਆ ਸੀ, ਨਾਲ ਦੋ ਅਕਸ਼ਰ ਲੱਗੇ ਹੋਣ। ਸੋ ਉਹ ਆਪਾਂ ਨੂੰ ਉਹਦੀ ਫ੍ਰੀਕੁਐਂਸੀ ਵੀ ਦੱਸ ਦੇਗਾ ਵੀ ਇਹ ਜਿਹੜਾ ਫਰੇਜ਼ ਹੈ ਇਹ ਕਿੰਨੀ ਵਾਰੀ ਆ ਰਿਹਾ। ਦੈਨ ਆਪਣੇ ਕੋਲ ਆ ਗਿਆ ਪੰਜਾਬੀ ਫੌਂਟ ਕਨਵਰਟਰ। ਇਹਦੇ ਵਿੱਚ ਆਪਣੇ ਕੋਲ ਪੰਜਾਬੀ ਫੌਂਟ ਕਨਵਰਟਰ ਵੀ ਹੈ। ਤੁਸੀਂ
ਆਪਣਾ ਟੈਕਸਟ ਇੱਥੇ ਆਪਣਾ ਐਂਟਰ ਕਰੋਗੇ ਤਾਂ ਇਹਨੇ ਕੀ ਕਰਨਾ ਹੈ, ਆਪਾਂ ਫੌਂਟ ਸਿਲੈਕਟ ਕਰ ਸਕਦੇ ਵੀ ਕਿਹੜਾ ਫੌਂਟ ਹੈ, ਉਹਨੂੰ ਕਲਿੱਕ ਕਰੋਗੇ ਫੌਂਟ ਕਨਵਰਟਰ ਤੇ, ਇਹ ਤੁਹਾਨੂੰ ਯੂਨੀਕੋਡ ਦੇ ਵਿੱਚ ਕਨਵਰਟ ਕਰਕੇ ਵਾਪਸ ਕਰ ਦੇਗਾ। ਟ੍ਰਾਂਸਲਿਟਰੇਸ਼ਨ ਦਾ ਮਤਲਬ ਕੀ ਹੈ ਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਮੰਨ ਲਓ ਆਪਾਂ ਉਹਦਾ ਮਤਲਬ ਨਹੀਂ ਸਮਝਣਾ, ਬਸ ਉਹਨੂੰ ਦੂਸਰੇ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਕਰ ਦੇਣਾ। ਜਿਵੇਂ ਇੰਗਲਿਸ਼ 'ਚ ਕਪਿਲ ਲਿਖਿਆ, ਇੱਥੇ ਪੰਜਾਬੀ 'ਚ ਕਪਿਲ ਲਿਖਤਾ, ਇੱਥੇ ਪੰਜਾਬੀ 'ਚ ਪਟਿਆਲਾ ਲਿਖਤਾ, ਫਿਰ ਵਿਸ਼ਾਲ ਨੂੰ ਪੰਜਾਬੀ 'ਚ ਲਿਖਤਾ, ਪੰਜਾਬ ਨੂੰ ਪੰਜਾਬ ਨੂੰ ਲਿਖਤਾ, ਅੰਮ੍ਰਿਤਸਰ ਨੂੰ। ਸੋ ਕੋਈ ਵੀ ਇਹਨੂੰ ਇੰਗਲਿਸ਼ ਦਾ ਟੈਕਸਟ ਦਿਓਗੇ, ਇਹਨੇ ਉਸਨੂੰ ਇੰਗਲਿਸ਼ ਦੇ ਵਿੱਚ ਤੁਹਾਨੂੰ ਲਿਖ ਕੇ ਦੇ ਦੇਣਾ ਹੈ। ਕੋਈ ਵੀ ਪੰਜਾਬੀ 'ਚ ਦਿਓਗੇ ਉਹਨੂੰ ਇੰਗਲਿਸ਼ 'ਚ ਕਰ ਦੇਣਾ, ਇੰਗਲਿਸ਼ 'ਚ ਦਿਓਗੇ ਪੰਜਾਬੀ 'ਚ ਦੇ ਦੇਗਾ। ਸੋ ਇਹ ਆਪਣੇ ਕੋਲ ਛੋਟਾ ਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਇੱਧਰਲੇ ਪਾਸੇ ਤੁਸੀਂ ਕੋਈ ਇੰਗਲਿਸ਼ ਦਾ ਟੈਕਸਟ ਇਹਨੂੰ ਦੇ ਦਿਓ ਤੇ ਇਹਨੇ ਉਹਨੂੰ ਪੰਜਾਬੀ ਦੇ ਵਿੱਚ ਤੁਹਾਨੂੰ ਟ੍ਰਾਂਸਲਿਟਰੇਟ ਕਰਕੇ ਦੇ ਦੇਣਾ ਹੈ, ਰਾਈਟ। ਅੱਛਾ, ਪਾਰਟ ਆਫ ਸਪੀਚ ਟੈਗਰ ਕੀ ਹੁੰਦਾ? ਇਹ ਥੋੜਾ ਜਿਹਾ ਰਿਸਰਚ ਦਾ ਟੌਪਿਕ ਹੈ, ਜਿਹਦੇ ਵਿੱਚ ਮੰਨ ਲਓ ਇੱਕ ਆਲਾ ਪੈਰਾਗ੍ਰਾਫ ਅਸੀਂ ਇਹਨੂੰ ਦੇ ਰਹੇ ਹਾਂ, ਇਸ ਪੈਰਾਗ੍ਰਾਫ ਦੇ ਵਿੱਚ ਅਸੀਂ ਗ੍ਰਾਮੈਟੀਕਲ ਇਨਫੋਰਮੇਸ਼ਨ ਐਡ ਕਰਨਾ ਚਾਹੁੰਦੇ ਹਾਂ ਵੀ ਆ ਜਿਹੜਾ ਜੇ ਹੈ ਉਹ ਕੀ ਹੈ, ਲਾਈਕ CC_CCS ਹੈ, ਦੋ ਨੂੰ ਆਪਾਂ ਕੁਆਂਟੀਫਾਇਰ ਕਰਨੇ ਆ, ਠੀਕ ਹੈ। ਜੇ ਕਿ ਕੋਈ ਲਿੰਗੁਇਸਟ ਦਾ ਬੰਦਾ ਹੋਵੇ ਤਾਂ ਉਹਨੂੰ ਕਹਿ ਸਕਦੇ ਹਾਂ ਵੀ ਕੁਆਂਟੀਫਾਇਰ ਹੈ। ਫਿਰ ਆਪਣੇ ਕੋਲ ਇੰਟਰਜੈਂਕਸ਼ਨਸ ਹੁੰਦੇ ਨੇ, ਰਾਈਟ। ਫਿਰ ਆਪਣੇ ਕੋਲ ਵਰਬ ਹੈ, ਨਾਊਨ ਹੈ, ਐਗਜ਼ੈਲਰੀ ਵਰਬ ਹੈ, ਸੋ ਇਹ ਐਡਜੈਕਟਿਵਸ ਹੈ। ਸੋ ਇਹ ਹਰੇਕ ਵਰਡ ਦੇ ਨਾਲ ਗ੍ਰਾਮੈਟੀਕਲ ਇਨਫੋਰਮੇਸ਼ਨ ਐਡ ਕਰਕੇ ਤੁਹਾਨੂੰ ਆਊਟਪੁੱਟ ਦੇ ਦੇਗਾ। ਸੋ ਇਹਨੂੰ ਕਹਿੰਦੇ ਆ ਪਾਰਟ ਆਫ ਸਪੀਚ ਟੈਗਰ। ਪੰਜਾਬੀ ਦੇ ਹਰੇਕ ਅੱਖਰ ਦੇ ਨਾਲ ਉਹ ਗ੍ਰਾਮੈਟੀਕਲ ਇਨਫੋਰਮੇਸ਼ਨ ਨੂੰ ਐਡ ਕਰਕੇ ਤੁਹਾਨੂੰ ਆਊਟਪੁੱਟ ਦੇ ਦੇਗਾ। ਸਟੈਮਰ, ਤੁਸੀਂ ਕੋਈ ਸਟੈਮਰ ਹੈ, ਤੁਹਾਡੇ ਕੋਲ ਕੋਈ ਇਨਪੁਟ ਟੈਕਸਟ ਹੈ, ਉਹਨੂੰ ਤੁਸੀਂ ਸਟੈਮਿੰਗ ਕਰਨਾ ਚਾਹੁੰਦੇ ਹੋ। ਸਟੈਮਰ ਮਤਲਬ ਰੂਟ ਵਰਡ ਫਾਈਂਡ ਆਊਟ ਕਰਨਾ ਹੈ। ਸੋ ਇਹ ਰੂਟ ਵਰਡ ਇਹਨੂੰ ਪੂਰੇ ਨੂੰ ਰੂਟ ਫਾਰਮ ਦੇ ਵਿੱਚ ਕਨਵਰਟ ਕਰ ਦੇਗਾ। ਕੋਈ ਵੀ ਇਨਪੁਟ ਟੈਕਸਟ ਹੋਣਗੇ ਇਹਨੇ ਉਹਦੇ ਰੂਟ ਵਰਡਸ ਦੇ ਵਿੱਚ ਉਹਨੂੰ ਕਨਵਰਟ ਕਰ ਦੇਣਾ। ਸੋ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ ਹੈ, ਤੁਸੀਂ ਇਸ ਵੈਬਸਾਈਟ ਤੇ ਜਾ ਸਕਦੇ ਹੋ। ਔਰ ਮੈਨੂੰ ਖੁਸ਼ੀ ਹੈ ਇਹ ਦੱਸਦੇ ਹੋਏ ਕਿ ਇਹ ਮੇਰਾ PhD ਦਾ ਟੌਪਿਕ ਸੀ ਜਿਹੜਾ ਕਿ ਮੈਂ ਬਣਾਇਆ ਸੀ h2p.learnpunjabi.org। ਔਰ ਪ੍ਰੋਫੈਸਰ ਗੁਰਪ੍ਰੀਤ ਸਿੰਘ ਲਹਿਲ ਮੇਰੇ ਗੁਰੂ ਸਨ ਔਰ ਗੁਰੂ ਹੈ ਵੀ ਹੁਣ ਵੀ, ਔਰ ਉਹਨਾਂ ਤੋਂ ਬਹੁਤ ਚੀਜ਼ਾਂ ਸਿੱਖ ਰਹੇ ਹਾਂ ਅਸੀਂ। ਸੋ ਇਹਦੇ ਵਿੱਚ ਦੋ ਚੀਜ਼ਾਂ ਨੇ, ਸਟੈਂਡਰਡ ਪੰਜਾਬੀ ਦੇ ਵਿੱਚ ਤੁਸੀਂ ਟ੍ਰਾਂਸਲੇਟ ਕਰਨਾ ਹੈ ਕਿ ਮਲਵਈ ਡਾਇਲੈਕਟ ਦੇ ਵਿੱਚ ਟ੍ਰਾਂਸਲੇਟ ਕਰਨਾ ਹੈ। ਸੋ ਮਲਵਈ ਦੇ ਵਿੱਚ ਵੀ ਇਹ ਟ੍ਰਾਂਸਲੇਟ ਕਰਨ ਨੂੰ ਸਮਰਥ ਹੈ। ਸੋ ਬਹੁਤ ਜਰਨਲਿਸਟ ਵਰਲਡ ਵਾਈਡ ਇਹਨੂੰ ਯੂਜ਼ ਕਰ ਰਹੇ ਨੇ, ਤੁਸੀਂ ਵੀ ਕਿਰਪਾ ਕਰਕੇ ਇਹਨੂੰ ਯੂਜ਼ ਕਰਕੇ ਦੇਖੋ। ਆਈ ਹੋਪ ਕਿ ਤੁਹਾਨੂੰ ਪਸੰਦ ਆਏਗਾ। ਸੋ ਇਹ ਇੱਕ ਇੰਟਰਫੇਸ ਹੈ ਹਿੰਦੀ ਟੂ ਪੰਜਾਬੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ ਦਾ। ਇਸ ਤਰ੍ਹਾਂ ਉਰਦੂ ਟੂ ਪੰਜਾਬੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ ਹੈ ਸਾਡੇ ਕੋਲ, ਜਿਹੜਾ ਤੁਸੀਂ ਵਰਤ ਸਕਦੇ ਹੋ। ਅੱਗੇ ਇਹ ਤੁਹਾਡੇ ਵਾਸਤੇ ਵੀ ਕੰਮ ਆ ਸਕਦਾ, ਮਲਟੀ ਵਰਡ ਐਕਸਪ੍ਰੈਸ਼ਨ। ਜਿਵੇਂ ਆਪਾਂ ਕਹਿੰਦੇ ਆ ਕਿ ਨਾਗ ਪੰਚਮੀ, ਦੈਨਿਕ ਭਾਸਕਰ, ਉੱਤਰ ਭਾਰਤ, ਇਹ ਸਾਰੇ ਮਲਟੀ ਵਰਡ ਐਕਸਪ੍ਰੈਸ਼ਨਸ ਨੇ। ਫਰੇਜ਼ਿਸ ਕੱਢਣੇ ਹੋਣ ਪੰਜਾਬੀ ਦੇ ਟੈਕਸਟ ਦੇ ਵਿੱਚੋਂ, ਇੰਗਲਿਸ਼ ਦੇ ਟੈਕਸਟ ਦੇ ਵਿੱਚੋਂ, ਇੰਗਲਿਸ਼ ਪੰਜਾਬੀ ਦੇ ਪੈਰਲਲ ਫਰੇਜ਼ਿਸ ਕੱਢਣੇ ਹੋਣ ਤਾਂ ਇਹ ਵੈਬਸਾਈਟ ਤੇ ਚਲੇ ਜਾਓ, ਉੱਥੇ ਤੁਹਾਨੂੰ ਕਾਫੀ ਮਟੀਰੀਅਲ ਜਿਹੜਾ ਹੈ ਤੁਹਾਨੂੰ ਕਾਫੀ ਕਾਮਯਾਬ ਹੋ ਜਾਓਗੇ ਇਹਦੇ 'ਚ। ਮਲਟੀ ਵਰਡ ਐਕਸਪ੍ਰੈਸ਼ਨ MWE.vishalpup.in ਵੈਬਸਾਈਟ ਤੇ ਜਾਓਗੇ ਤਾਂ ਤੁਸੀਂ ਜਿਹੜਾ ਹੈ ਇਸ ਨੂੰ ਕਰ ਸਕਦੇ ਹੋ। ਇੱਕ ਤੁਸੀਂ ਜਿਵੇਂ ਆਪਾਂ ਵਿਕੀਪੀਡੀਆ ਯੂਜ਼ ਕਰਦੇ ਹਾਂ, ਵਿਕੀਪੀਡੀਆ ਦੇ ਉੱਤੇ ਬਹੁਤ ਸਾਰਾ ਟੈਕਸਟ ਅਵੇਲੇਬਲ ਹੈ ਲੇਕਿਨ ਪੈਰਲਲ ਕਾਰਪੋਰਾ ਅਵੇਲੇਬਲ ਨਹੀਂ ਹੈ। ਜੇ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਕੋਈ ਵੀ ਕੰਪੇਅਰੇਬਲ ਕਾਰਪੋਰਾ ਇਹਨੂੰ ਦੇ ਦਿੰਦੇ ਹੋ ਤੇ ਉਹਦੇ ਵਿੱਚੋਂ ਇਹ ਪੈਰਲਲ ਕਾਰਪਸ ਕੱਢ ਕੇ ਤੁਹਾਨੂੰ ਦੇ ਦੇਗਾ। ਮੰਨ ਲਓ ਪੰਜਾਬੀ ਦਾ ਕੋਈ ਵੀ ਜੰਕ ਟੈਕਸਟ ਤੁਸੀਂ ਦੇਤਾ, ਨਾਲੇ ਇੰਗਲਿਸ਼ ਦਾ ਵੀ ਉਹਨੂੰ ਦੇਤਾ, ਉਹਨੇ ਆਪਣੇ ਆਪ ਹੀ ਪੈਰਲਲ ਟ੍ਰਾਂਸਲੇਸ਼ਨਸ ਦੀਆਂ ਕੱਢ ਕੇ ਤੁਹਾਨੂੰ ਆਮਣੇ ਸਾਹਮਣੇ ਲਿਆ ਕੇ ਸਾਹਮਣੇ ਰੱਖ ਦੇਣੀ ਹੈ। ਸੋ ਇਹਦੇ ਵਿੱਚ ਤੁਸੀਂ ਪੰਜਾਬੀ ਦਾ ਟੈਕਸਟ ਇੱਥੇ ਦੋਗੇ, ਰਾਈਟ, ਇੱਥੇ ਪੰਜਾਬੀ ਦਾ ਟੈਕਸਟ ਦੇ ਦੋਗੇ, ਇੱਥੇ ਇੰਗਲਿਸ਼ ਦਾ ਟੈਕਸਟ ਦੇ ਦੋਗੇ, ਇਹਨੇ ਇੱਥੇ ਤੁਹਾਨੂੰ ਅਲਾਈਨ ਕਰਕੇ ਇੰਗਲਿਸ਼ ਪੰਜਾਬੀ ਦਾ ਡਾਟਾ ਜਿਹੜਾ ਹੈ ਕੱਢ ਕੇ ਦੇ ਦੇਣਾ। ਸੋ ਇਹ ਵੈਸੇ ਬੜਾ ਇੱਕ ਨਵਿਕਲਾ ਜਿਹਾ ਸਿਸਟਮ ਹੈ ਜਿਹੜਾ ਅਸੀਂ ਬਣਾ ਰਹੇ ਹਾਂ। ਨੋ ਡਾਊਟ ਹੈ ਪੰਜਾਬੀ ਦੇ ਨਾਲ ਅਗਲੇ ਪੜਾਅ ਦੇ ਵਿੱਚ ਅਸੀਂ ਜੋੜਨ ਜਾ ਰਹੇ ਹਾਂ ਨੂੰ, ਪਰ ਹਾਲੇ ਇੰਗਲਿਸ਼ ਹੈ। ਔਰ ਹਾਲ ਦੀ ਘੜੀ ਅਸੀਂ ਇੱਕ ਪ੍ਰੋਜੈਕਟ ਬਣਾ ਰਹੇ ਹਾਂ, ਜਿਵੇਂ ਰੇਲਵੇ ਸਟੇਸ਼ਨਸ ਤੇ ਤੁਸੀਂ ਜਾਂਦੇ ਹੋ ਤਾਂ ਜਿਹੜੇ ਡੈਫ ਬੰਦੇ ਨੇ ਉਹਨਾਂ ਨੂੰ ਨਹੀਂ ਪਤਾ ਚੱਲਦਾ ਵੀ ਅਨਾਊਂਸਮੈਂਟ ਕੀ ਹੋ ਰਹੀ ਹੈ। ਸੋ ਅਸੀਂ ਉਹਨਾਂ ਵਾਸਤੇ ਅਨਾਊਂਸਮੈਂਟ ਸਿਸਟਮ ਬਣਾ ਰਹੇ ਹਾਂ ਉਹਨਾਂ ਦੀ ਲੈਂਗੁਏਜ ਦੇ ਵਿੱਚ, ਜੈਸਚਰ ਬੇਸਡ। ਮਤਲਬ ਕੋਈ ਵੀ ਅਨਾਊਂਸਮੈਂਟ ਹੋ ਰਹੀ ਹੋਏਗੀ ਤਾਂ ਉਹਨਾਂ ਦੀ ਜੈਸਚਰ ਦੇ ਵਿੱਚ ਜਿਹੜੀ ਹੈ ਉਹ ਅਨਾਊਂਸਮੈਂਟ ਹੋਏਗੀ, ਸਕਰੀਨ ਦੇ ਉੱਤੇ ਆਇਆ ਕਰੇਗੀ। ਸੋ ਕੋਈ ਵੀ ਇੰਗਲਿਸ਼ ਦਾ ਮੈਟਰ ਹੈ ਉਹਨੂੰ ਅਸੀਂ ਆਟੋਮੈਟਿਕਲੀ ਉਹਨਾਂ ਦੀ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਕਰ ਪਾ ਰਹੇ ਹਾਂ। ਸੋ ਇਹ ਕਾਰਟੂਨ ਦੇ ਥਰੂ ਇਸ ਨੂੰ ਟ੍ਰਾਂਸਲੇਸ਼ਨ ਹੁੰਦੀ ਹੈ ਸਾਰੀ। ਸੋ ਤੁਸੀਂ ਸਾਰਿਆਂ ਨੇ ਪਲੈਜ਼ਮ ਡਿਟੈਕਸ਼ਨ ਟੂਲ ਪੜ੍ਹਿਆ ਹੋਏਗਾ, ਕੁਝ ਟੀਚਰਸ ਨੇ ਜਿਹੜੇ ਰਿਸਰਚ ਵੀ ਕਰ ਰਹੇ ਹੋਣਗੇ। ਸੋ ਤੁਹਾਨੂੰ ਪਤਾ ਹੋਣਾ ਹੈ ਕਿ ਅਸੀਂ ਉਰਕੁੰਡ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਰਤਦੇ ਹਾਂ, ਜਿਹਦੇ ਥਰੂ ਆਪਾਂ ਸਾਹਿਤਕ ਚੋਰੀ ਨੂੰ ਫੜ ਲੈਂਦੇ ਹਾਂ। ਸੋ ਉਹ ਪੰਜਾਬੀ ਵਾਸਤੇ ਬਹੁਤ ਜ਼ਿਆਦਾ ਵਧੀਆ ਵਰਤਦਾ ਨਹੀਂ ਹੈ, ਯੂਜ਼ ਨਹੀਂ ਹੁੰਦਾ, ਠੀਕ ਨਹੀਂ ਰਿਜ਼ਲਟ ਦਿੰਦਾ। ਉਹਦੇ ਵਾਸਤੇ ਹੀ ਸਾਨੂੰ ਮਿਨਿਸਟਰੀ ਵੱਲੋਂ 20 ਲੱਖ ਰੁਪਏ ਦਿੱਤੇ ਗਏ ਸੀ ਪ੍ਰੋਜੈਕਟ ਬਣਾਉਣ ਨੂੰ। ਅਸੀਂ shodhmapak.co.in ਇੱਕ ਵੈਬਸਾਈਟ ਬਣਾਈ ਹੈ ਜਿਹੜਾ ਕਿ ਸਿਰਫ ਪੰਜਾਬੀ ਤੇ ਹਿੰਦੀ ਵਰਤੇ ਬਹੁਤ ਵਧੀਆ ਕੰਮ ਕਰ ਰਿਹਾ ਹੈ। ਸੋ ਇਹ
ਪੰਜਾਬੀ ਦਾ ਕੋਈ ਵੀ ਇਹਨੂੰ ਤੁਸੀਂ ਡਾਕੂਮੈਂਟ ਦਵੋਗੇ ਤਾਂ ਇਹ ਨੈਟ ਤੋਂ ਜਾਂ ਸਾਡੀ ਰੈਪੋਜ਼ਿਟਰੀ ਤੋਂ ਲੱਭ ਕੇ ਦੱਸੇਗਾ ਵੀ ਇਹਲਾ ਮੈਟਰ ਕਿੱਥੋਂ ਕਿੱਥੋਂ ਚੋਰੀ ਕੀਤਾ ਗਿਆ ਹੈ, ਜੇ ਚੋਰੀ ਕੀਤਾ ਗਿਆ ਹੋਵੇਗਾ ਤਾਂ। ਇਹ ਬਹੁਤ ਹੀ ਅੱਛਾ ਸੌਫਟਵੇਅਰ ਹੈ, ਵਰਤ ਕੇ ਦੇਖਣਾ। shodhmapak.co.in ਇਹ ਸਪੈਸ਼ਲੀ ਪੰਜਾਬੀ ਔਰ ਹਿੰਦੀ ਵਾਸਤੇ ਹੀ ਕੰਮ ਕਰਦਾ ਹੈ। ਫਿਰ ਉਸ ਤੋਂ ਬਾਅਦ ਸੈਂਟੀਮੈਂਟ ਐਨਾਲਿਸਿਸ। ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਆਪਾਂ ਬਹੁਤ ਸਾਰੇ ਟਵੀਟਸ ਕਰਦੇ ਹਾਂ ਜਾਂ ਆਪਣੇ ਕੋਲ ਬਹੁਤ ਸਾਰੇ ਰਿਵਿਊਜ਼ ਹੁੰਦੇ ਨੇ, ਤਾਂ ਉਹਨਾਂ ਨੂੰ ਆਪਾਂ ਦੇਖਣਾ ਹੁੰਦਾ ਕਿਉਂਕਿ ਉਹਦੇ ਵਿੱਚ ਇੰਗਲਿਸ਼ ਵੀ ਵਰਤੀ ਹੁੰਦੀ ਹੈ, ਪੰਜਾਬੀ ਵੀ ਵਰਤੀ ਹੁੰਦੀ ਹੈ। ਸੋ ਉਹਨੂੰ ਆਪਾਂ ਕਹਿੰਦੇ ਹਾਂ ਇੰਗਲਿਸ਼ ਪੰਜਾਬੀ ਕੋਡ ਮਿਕਸਡ ਡੇਟਾ, ਰਾਈਟ। ਸੋ ਉਹਨਾਂ ਨੂੰ ਤੁਸੀਂ ਦੇਖਣਾ ਹੋਵੇ ਵੀ ਇਹ ਪੋਜ਼ਿਟਿਵ ਹੈ ਕਿ ਇਹ ਨੈਗੇਟਿਵ ਹੈ ਕਿ ਨਿਊਟਰਲ ਹੈ। ਸੋ ਇਸ ਵੈਬਸਾਈਟ ਤੇ ਜਾਓ, ਆਪਣੇ ਮੈਟਰ ਨੂੰ ਉਹਦੇ ਤੇ ਪਾਓ ਔਰ ਚੈੱਕ ਕਰੋ। SAT ਸੈਂਟੀਮੈਂਟ ਐਨਾਲਿਸਿਸ ਟੂਲ ਬਹੁਤ ਅੱਛਾ ਵੈਬਸਾਈਟ ਹੈ, sat.vishalpup.in ਤੇ ਚਲਾ ਕੇ ਦੇਖਣਾ, ਇਹ ਬਹੁਤ ਅੱਛੇ ਰਿਜ਼ਲਟਸ ਦੇ ਰਿਹਾ। ਫਿਰ ਇੰਗਲਿਸ਼ ਟੂ ਪੰਜਾਬੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ, ਇਹ ਰਿਜ਼ਲਟਸ ਨਹੀਂ ਅੱਛੇ ਦੇ ਰਿਹਾ, ਪਰ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਔਰ ਕੋਸ਼ਿਸ਼ ਹੈ ਕਿ ਸਾਲ ਦੇ ਅੰਦਰ ਅੰਦਰ ਬਹੁਤ ਅੱਛਾ ਅਸੀਂ ਸਿਸਟਮ ਡਿਵੈਲਪ ਕਰ ਲਾਂਗੇ। ਪਰ ਫਿਰ ਵੀ ਮੈਂ ਗੁਜ਼ਾਰਿਸ਼ ਕਰਾਂਗਾ ਤੁਸੀਂ ਇਹਨੂੰ ਵਰਤ ਕੇ ਦੇਖੋ ਔਰ ਆਪਣੇ ਇਨਪੁਟ ਸਾਨੂੰ ਦਿਓ। EPMT.vishalpup.in। NFR ਰੈਜ਼ੋਲੂਸ਼ਨ ਬਹੁਤ ਹੀ ਔਖਾ ਟੌਪਿਕ ਹੈ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਜਿੰਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਰਾਮ ਨੇ ਸ਼ਾਮ ਦੀ ਮਦਦ ਕੀਤੀ, ਉਹ ਬੜਾ ਹੀ ਚੰਗਾ ਹੈ। ਹੁਣ ਉਹ ਕੌਣ ਹੈ, ਰਾਮ ਹੈ ਕਿ ਸ਼ਾਮ ਹੈ? ਸੋ ਇਹ ਸਾਡਾ ਰਿਸਰਚ ਦਾ ਟੌਪਿਕ ਹੈ ਜਿੰਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਪੰਜਾਬੀ ਸਟੈਮਰ, ਪੰਜਾਬੀ ਲੈਮੇਟਾਈਜੇਸ਼ਨ, ਜੇ ਕੋਈ ਟੈਕਸਟ ਪਾਉਂਗੇ ਤਾਂ ਉਹਨੂੰ ਸਟੈਮ ਰੂਟ, ਉਹਦੇ ਸਟੈਮ ਦੱਸਣਗੇ, ਇਹਦਾ ਸਟੈਮਰ ਕੌਣ ਹੈ, ਇਹਦੀ ਸਟੈਮਿੰਗ ਕਰਕੇ ਤੁਹਾਨੂੰ ਵਾਪਸ ਰੂਟੀਨ ਵਾਪਸ ਕਰ ਦੇਗਾ। ਸੋ ਇਹ ਵੈਬਸਾਈਟ ਹੈ ਜਿਹੜੀ ਕਿ ਤੁਹਾਨੂੰ ਮੈਂ ਸਾਰੇ ਟੂਲਸ ਦੱਸੇ ਨੇ ਜਿਹੜੇ ਕਿ ਇੱਥੇ ਅਵੇਲੇਬਲ ਨੇ। ਇਹ ਪੰਜਾਬੀ ਸਟੈਮਰ ਦੀ ਇੱਕ ਝਲਕ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ। ਸੋ ਦੈਨ ਪੰਜਾਬੀ ਟੂ ਇੰਗਲਿਸ਼ ਔਰ ਇੰਗਲਿਸ਼ ਟੂ ਪੰਜਾਬੀ ਟ੍ਰਾਂਸਲਿਟਰੇਸ਼ਨ ਬਾਰੇ ਮੈਂ ਗੱਲ ਕਰ ਚੁੱਕਿਆ ਹਾਂ, ਇਹ ਵੀ ਉਸੇ ਵੈਬਸਾਈਟ ਤੇ ਅਵੇਲੇਬਲ ਹੈ। ਇਹ ਉਹਦੇ ਰਿਜ਼ਲਟਸ ਨੇ। ਪਾਰਟ ਆਫ ਸਪੀਚ ਟੈਗਰ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਇਹ ਅਸੀਂ ਟੈਗਸ ਨੇ ਜਿਹੜੇ ਕਿ ਅਸੀਂ ਥੋੜੇ ਜਿਹੇ ਇਹਦੇ ਚ ਵਰਤੇ ਹੈ। ਇਹ NFR ਰੈਜ਼ੋਲੂਸ਼ਨ ਹੈ। ਇਹ ਪੰਜਾਬੀ ਦੇ ਆਨਲਾਈਨ ਟ੍ਰਾਂਸਲੇਸ਼ਨ ਟੂਲਸ ਨੇ ਜਿਹੜੇ ਕਿ ਤੁਸੀਂ ਯੂਜ਼ ਕਰ ਸਕਦੇ ਹੋ। ਇੱਕ translate.google.com ਆਈ ਨੋ ਕਿ ਤੁਸੀਂ ਵਰਤਦੇ ਰਹੇ ਹੋ, ਪਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਜਿਹੜਾ ਆਲਾ ਆਨਲਾਈਨ ਆਨਲਾਈਨ ਡੌਕ ਟ੍ਰਾਂਸਲੇਟਰ ਹੈ, ਇਹਨੂੰ ਵਰਤ ਕੇ ਦੇਖਣਾ। ਇਹਦੀ ਟ੍ਰਾਂਸਲੇਸ਼ਨ ਬਹੁਤ ਅੱਛੀ ਹੈ ਇੰਗਲਿਸ਼ ਟੂ ਪੰਜਾਬੀ ਦੀ, ਔਰ ਹਿੰਦੀ ਟੂ ਪੰਜਾਬੀ ਵਾਸਤੇ H2P, ਪੰਜਾਬੀ ਟੂ ਵਾਸਤੇ P2H। ਬਾਕੀ ਅੱਖਰ ਸੌਫਟਵੇਅਰ ਤੁਸੀਂ ਵਰਤੋ, ਬਹੁਤ ਅੱਛਾ ਹੈ। ਇਹ IBM ਦੁਆਰਾ ਬਣਾਇਆ ਗਿਆ ਹੈ, ਇਹ ਭਾਰਤ ਸਰਕਾਰ ਦੁਆਰਾ ਬਣਾਇਆ ਗਿਆ ਹੈ। ਇਹ ਸਿਸਟਰਨ ਬਹੁਤ ਪੁਰਾਣਾ ਹੈ। ਸੋ ਇਹ ਇੱਕ ਟ੍ਰਾਂਸਲੇਸ਼ਨ ਟੂਲਸ ਨੇ ਜਿਨ੍ਹਾਂ ਨੂੰ ਵਰਤ ਸਕਦੇ ਹੋ, ਕਿਉਂਕਿ ਅੱਜ ਹੁਣ ਜ਼ਮਾਨਾ ਆ ਰਿਹਾ ਹੈ ਜਿੰਦੇ ਵਿੱਚ ਆਪਾਂ ਐਜੂਕੇਸ਼ਨ ਜਿਹੜੀ ਹੈ ਉਹ ਆਪਣੀ ਰੀਜਨਲ ਲੈਂਗੁਏਜਸ ਦੇ ਵਿੱਚ ਪ੍ਰੋਵਾਈਡ ਕਰਨੀ ਹੈ। ਸੋ ਹੁਣ ਆਪਾਂ ਨੂੰ ਸਾਰੀਆਂ ਮਟੀਰੀਅਲ ਨੂੰ ਪੰਜਾਬੀ ਦੇ ਵਿੱਚ ਵੀ ਮੁਹੱਈਆ ਕਰਾਉਣ ਦਾ ਬੀੜਾ ਚੱਕਣਾ ਪੈਣਾ ਹੈ, ਔਰ ਨੋ ਡਾਊਟ ਮੈਨੂਅਲ ਟ੍ਰਾਂਸਲੇਸ਼ਨ ਹੀ ਸਭ ਤੋਂ ਬੈਸਟ ਹੈ। ਪਰ ਫਾਸਟਨ ਕਰਨ ਲਈ, ਇੱਕ ਇੰਪਟਸ ਲਈ ਆਪਾਂ ਇਹਨਾਂ ਨੂੰ ਟ੍ਰਾਂਸਲੇਟ ਕਰਨ ਤੋਂ ਬਾਅਦ ਆਪਾਂ ਉਹਦੀ ਪ੍ਰੂਫ ਰੀਡਿੰਗ ਕਰਕੇ ਠੀਕ ਕਰ ਸਕਦੇ ਹਾਂ। ਸੋ ਇਹ ਆਨਲਾਈਨ ਫੌਂਟ ਕਨਵਰਟਰਸ ਨੇ ਜਿਹੜੇ ਕਿ ਮੈਂ ਨੈਟ ਤੋਂ ਲੱਭ ਕੇ ਤੁਹਾਡੇ ਵਾਸਤੇ ਇੱਕ ਲਿਸਟ ਬਣਾਈ ਹੈ। ਸੋ ਕਾਈਂਡਲੀ ਇਹਨੂੰ ਯੂਜ਼ ਕਰੋ। fc.learnpunjabi.org ਬਹੁਤ ਅੱਛੇ ਰਿਜ਼ਲਟਸ ਨੇ। ਮੈਂ ਕਹਾਂਗਾ ਕਿ ਇਸ ਨੂੰ ਯੂਜ਼ ਕਰਕੇ ਦੇਖੋ, ਤੁਹਾਡੇ ਵਾਸਤੇ ਸਾਰਾ ਮੈਟਰ ਜਿਹੜਾ ਹੈ ਯੂਨੀਕੋਡ ਦੇ ਵਿੱਚ ਔਨ ਦਾ ਕਲਿੱਕ ਆਫ ਦਾ ਬਟਨ ਟ੍ਰਾਂਸਲੇਟ ਹੋ ਜਾਏਗਾ। ਇਹ ਆਨਲਾਈਨ ਪੰਜਾਬੀ ਟੂਲਸ ਨੇ ਜਿਹੜੇ ਕਿ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਹੋ ਸਕਦੇ ਨੇ, ਜਿਹੜੇ ਕਿ ਮੈਂ ਨੈਟ ਤੋਂ ਇੱਕ ਰੈਪੋਜ਼ਿਟਰੀ ਬਣਾਈ ਹੈ। ਸੋ ਇਹ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ, ਕੁਐਸਚਨ ਆਨਸਰਸ ਤੇ ਜ਼ਿਆਦਾ ਜਾਵਾਂਗਾ। ਤੁਸੀਂ ਇਹਨਾਂ ਸਾਰਿਆਂ ਨੂੰ ਵਰਤ ਕੇ ਦੇਖੋ, ਇੱਕ ਇੱਕ ਵੈਬਸਾਈਟ ਨੂੰ ਜਾਓ, ਔਰ ਇਹ ਕਾਫੀ ਆਈ ਥਿੰਕ ਤੁਹਾਡੇ ਵਾਸਤੇ ਸਭ ਵਾਸਤੇ ਬੈਨੀਫੀਸ਼ੀਅਲ ਹੋਣਗੇ। ਸੋ ਕਾਫੀ ਵੱਡੀ ਲਿਸਟ ਹੈ ਜਿਹੜੀ ਮੈਂ ਕੱਲ ਸਾਰਾ ਦਿਨ ਬੈਠ ਕੇ ਤੁਹਾਡੇ ਵਾਸਤੇ ਕੰਪਾਈਲ ਕੀਤੀ ਹੈ। ਸੋ ਕਾਈਂਡਲੀ ਰਿਕੁਐਸਟ ਹੈ ਕਿ ਇਹਨਾਂ ਨੂੰ ਵਰਤੋ, ਔਰ ਬਾਹਰਾ ਫੌਂਟ ਹੈ, ਕੁਇਲ ਪੈਡ ਹੈ, ਇਹ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਯੂਜ਼ਫੁਲ ਹੋਣਗੇ। ਸੋ ਆਈ ਥਿੰਕ ਮੈਂ ਜੇ ਹੁਣ ਕੁਐਸਚਨ ਆਨਸਰਸ ਲੈਣਾ ਚਾਹਾਂਗਾ, ਪਲੀਜ਼ ਤੁਸੀਂ ਆਪਣੇ ਆਪਣੀ ਕੁਐਰੀਜ਼ ਪਲੀਜ਼ ਦੱਸੋ ਮੈਨੂੰ, ਜੋ ਵੀ ਤੁਹਾਡੇ ਡਾਊਟਸ ਨੇ। ਹੁਣ ਆਪਾਂ 5 ਮਿੰਟ ਲੈ ਸਕਦੇ ਹਾਂ ਉਹਦੇ ਬਾਰੇ। ਯਾਰ ਦੋਸਤੋ, ਜੇ ਕਿਸੇ ਦਾ ਕੋਈ ਸਵਾਲ ਹੈ ਤੇ ਉਹ ਪੁੱਛ ਸਕਦਾ ਹੈ। ਹਾਂਜੀ ਸਰ ਇੱਕ ਤਾਂ ਜਿਹੜਾ ਤੁਸੀਂ ਰੇਲਵੇ ਸਟੇਸ਼ਨ ਵਾਲਾ ਦੱਸਿਆ ਨਾ ਫॉर ਡੈਫ ਪੀਪਲ ਤੁਸੀਂ ਕਰ ਰਹੇ ਹੋ, ਜੀ ਬਹੁਤ ਹੀ ਸਰ ਬਹੁਤ ਹੀ ਅੱਛਾ ਲੱਗਿਆ ਸੁਣ ਕੇ। ਨਹੀਂ, ਥੈਂਕ ਯੂ ਮੈਮ। ਅਸੀਂ ਨਾ ਅਸਲ 'ਚ ਮੇਰਾ ਇੱਕ ਸਪੈਸ਼ਲਾਈਜ਼ਡ ਸੈਂਟਰ ਵੀ ਹੈ, ਅਸੀਂ ਖੋਲਿਆ ਯੂਨੀਵਰਸਿਟੀ 'ਚ, ਉਹਦਾ ਨਾਮ ਹੈ ਰਿਸਰਚ ਸੈਂਟਰ ਫॉर ਟੈਕਨੋਲੋਜੀ ਡਿਵੈਲਪਮੈਂਟ ਫॉर ਡਿਫਰੈਂਟ ਲੇਬਲ ਪੀਪਲ, ਔਰ ਅਸੀਂ ਬਹੁਤ ਜ਼ਿਆਦਾ ਉਹਦੇ ਤੇ ਕੰਮ ਕਰ ਰਹੇ ਹਾਂ। ਔਰ ਮੈਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਇਸ ਨੂੰ ਰੇਲਵੇ ਸਟੇਸ਼ਨਸ ਦੇ ਉੱਤੇ ਵੀ ਅਸੀਂ ਇਸ ਨੂੰ ਨਾ ਇੰਪਲੀਮੈਂਟ ਕਰਵਾਵਾਂਗੇ। ਠੀਕ ਹੈ ਜੀ
ਸਰ ਮੈਂ ਇੱਕ ਪੁੱਛਣਾ ਸੀ, ਤੁਸੀਂ ਤਾਂ ਜਿਹੜਾ ਦੱਸਿਆ ਟਰਾਂਸਲਿਟਰੇਸ਼ਨ ਹੈ ਨਾ, ਹਾਂਜੀ ਤੇ ਉਹਦੇ ਵਿੱਚ ਤੁਸੀਂ ਕਿਹਾ ਸੀ ਵਰਡ ਜਿਵੇਂ ਅਸੀਂ ਲਿਖਦੇ ਹਾਂ ਤਾਂ ਦੂਸਰੀ ਲੈਂਗੁਏਜ ਉਹੀ ਵਰਡ ਲਿਖੇਗਾ, ਟਰਾਂਸਲੇਸ਼ਨ ਨਹੀਂ ਹੈ, ਟਰਾਂਸਲਿਟਰੇਸ਼ਨ ਹੈ। ਜੀ ਤੇ ਮੈਂ ਇਹ ਪੁੱਛਣਾ ਚਾਹੁੰਦੀ, ਜਿਵੇਂ ਪੰਜਾਬੀ ਵਿੱਚ ਅਸੀਂ ਲਿਖਦੇ ਹਾਂ ਬਾਜ਼ਾਰ, ਤੇ ਜੀ ਹਿੰਦੀ 'ਚ ਹੁੰਦਾ ਬਾਜ਼ਾਰ, ਬ ਨੂੰ ਆ ਦੀ ਮਾਤਰਾ ਹੁੰਦੀ ਹੈ ਨਾ, ਤੇ ਹਾਂਜੀ ਜੇ ਅਸੀਂ ਪੰਜਾਬੀ ਟੂ ਹਿੰਦੀ ਕਰਨਾ ਚਾਹਾਂਗੇ ਟਰਾਂਸਲਿਟਰੇਸ਼ਨ, ਬਾਜ਼ਾਰ ਲਿਖੀਏ, ਤੇ ਉਹ ਹਾਂ ਹਿੰਦੀ 'ਚ ਬਾਜ਼ਾਰ ਆਏਗਾ ਜਾਂ ਬਾਜ਼ਾਰ ਆਏਗਾ? ਮੈਡਮ ਇਹ ਡਿਪੈਂਡ ਕਰਦਾ ਹੈ ਕਿ ਦੇਖੋ, ਜੇ ਤਾਂ ਦੋ ਚੀਜ਼ਾਂ ਹੁੰਦੀਆਂ ਨੇ ਮੈਡਮ, ਅਸੀਂ ਜਿਵੇਂ ਜਿਹੜਾ ਅਸੀਂ ਸੌਫਟਵੇਅਰ ਬਣਾਇਆ ਹੈ ਉਹਦੇ ਵਿੱਚ ਇੱਕ ਡਿਕਸ਼ਨਰੀ ਵੀ ਇਨਵੋਲਵਡ ਹੁੰਦੀ ਹੈ, ਠੀਕ ਹੈ। ਜੇ ਤਾਂ ਉਹ ਸਟੈਂਡਰਡ ਡਿਕਸ਼ਨਰੀ ਦਾ ਪਾਰਟ ਹੈ ਤਾਂ ਉਹ ਉਸ ਹਿਸਾਬ ਨਾਲ ਟਰਾਂਸਲੇਟ ਕਰੇਗਾ। ਜੇ ਉਹਨੂੰ ਡਿਕਸ਼ਨਰੀ 'ਚ ਨਹੀਂ ਲੱਭੇਗਾ ਤਾਂ ਫਿਰ ਉਹ ਟਰਾਂਸਲਿਟਰੇਟ ਕਰੇਗਾ। ਟਰਾਂਸਲੇਟ ਜਿਹੜੀ ਹੁੰਦੀ ਹੈ ਉਹ ਕਰੈਕਟਰ ਬਾਈ ਕਰੈਕਟਰ ਹੁੰਦੀ ਹੈ ਹਮੇਸ਼ਾ, ਜ਼ਿਆਦਾਤਰ ਨਾਰਮਲੀ। ਸੋ ਡਿਪੈਂਡ ਕਰਦਾ ਹੈ ਕਿ ਕਿਹੜੇ ਵਰਡ ਦੀ ਗੱਲ ਕਰਦੇ ਹੋ। ਜੇ ਤਾਂ ਉਹ ਡਿਕਸ਼ਨਰੀ 'ਚ ਅਵੇਲੇਬਲ ਹੋਏਗਾ, ਸਾਡੇ ਲੌਜਿਕ ਦੇ ਨਾਲ ਮੈਚ ਕਰਦਾ ਹੋਏਗਾ, ਫਿਰ ਤਾਂ ਉਹ ਬਿਲਕੁਲ ਸਹੀ ਦੇਗਾ, ਨਹੀਂ ਤਾਂ ਉਹ ਫਿਰ ਟਰਾਂਸਲਿਟਰੇਟ ਕਰਕੇ ਦੇਗਾ ਤੁਹਾਨੂੰ। ਠੀਕ ਹੈ ਜੀ। ਇਹ ਮੈਂ ਇਸ ਲਈ ਸਰ ਪੁੱਛਿਆ ਕਿ ਅਸੀਂ ਜੀਐਨਵੀ 'ਚ ਨਾ ਜ਼ਿਆਦਾਤਰ ਜਿਹੜਾ ਚਿੱਠੀ ਪੱਤਰ ਹਿੰਦੀ 'ਚ ਹੁੰਦਾ, ਤੇ ਅਸੀਂ ਜਦੋਂ ਟਰਾਂਸਲੇਟ ਕਰਦੇ ਆ ਤਾਂ ਪ੍ਰੋਪਰਲੀ ਹੁੰਦਾ ਨਹੀਂ ਟਰਾਂਸਲੇਟ। ਮੈਂ ਮੈਨੂੰ ਵਰਤ ਕੇ ਦੇਖੋ, ਪੰਜਾਬੀ ਯੂਨੀਵਰਸਿਟੀ ਪੰਜਾਬੀ ਦੇ ਵਿੱਚ ਟੂਲਸ ਬਣਾਉਣ ਦੇ ਵਿੱਚ ਮਾਹਰ ਹੈ, ਔਰ ਮੈਂ ਇਹ ਦਾਅਵੇ ਨਾਲ ਕਹਿਣਾ ਚਾਹੂੰਗਾ ਕਿ ਇਹ ਨੰਬਰ 1 ਹੈ। ਔਰ ਜੋ ਤੁਹਾਨੂੰ ਪੰਜਾਬੀ ਅੱਖਰ ਸੌਫਟਵੇਅਰ ਨੂੰ ਵਰਤ ਕੇ ਦੇਖੋ, ਇੰਨਾ ਰਿਸੋਰਸਫੁਲ ਹੈ ਕਿ MS ਵਰਡ ਨੂੰ ਮਾਤ ਦਿੰਦਾ ਜੀ ਉਹ, ਜੇ ਪੰਜਾਬੀ ਦੀ ਗੱਲ ਕਰੀਏ ਤਾਂ। ਅੱਛਾ ਜੀ। ਸਪੈਲ ਚੈਕਰ, ਟਾਈਪਿੰਗ, ਲੈਂਗੁਏਜ ਟੂਲਸ ਇਸ ਤੋਂ ਉੱਪਰ ਨਹੀਂ ਹੈ ਜੀ। ਠੀਕ, ਬਹੁਤ ਧੰਨਵਾਦ ਸਰ, ਸ਼ੁਕਰੀਆ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਰ ਪੰਜਾਬੀ ਫੌਂਟਸ ਖਾਸ ਸਪੈਸ਼ਲੀ ਜਿਹੜੇ ਸਟਾਈਲਿਸ਼ ਫੌਂਟ ਹੈਗੇ ਆ ਉਹ ਜ਼ਰੂਰ ਸ਼ੇਅਰ ਕਰਿਓ। ਹਾਂਜੀ ਮੈਮ, ਸਰ ਉਹ ਮੈਂ ਵੈਬਸਾਈਟ ਸ਼ੇਅਰ ਕਰ ਦਾਂਗਾ, ਉੱਥੇ ਸਾਰੇ ਡਾਊਨਲੋਡੇਬਲ ਨੇ, ਉਹ ਤੁਸੀਂ ਡਾਊਨਲੋਡ ਕਰੋ, ਉਹਨਾਂ ਨੂੰ ਇੰਸਟਾਲ ਕਰੋ ਔਰ ਵਰਤੋ, ਬਹੁਤ ਅੱਛਾ ਹੈ ਜੀ। ਠੀਕ ਸਰ, ਠੀਕ, ਬਹੁਤ ਮਿਹਰਬਾਨੀ ਸਰ। ਹਾਂਜੀ, ਤੁਹਾਡੇ ਸਭ ਦੀਆਂ ਰਿਕੁਐਸਟ ਆ ਰਹੀਆਂ, ਮੈਂ ਇਹਨੂੰ ਮੇਲ ਕਰ ਦਾਂਗਾ ਜੀ ਸਾਰੇ ਮੈਟਰ ਨੂੰ। ਹਾਂਜੀ ਪਲੀਜ਼ ਬੋਲੋ ਜੀ। ਸਰ ਮੈਂ ਕਲਾਸਰੂਮ ਟੀਚਿੰਗ ਦੇ ਰਿਗਾਰਡਿੰਗ ਇੱਕ ਚੀਜ਼ ਪੁੱਛਣੀ ਹੈ ਕਿ ਜਦੋਂ ਆਪਾਂ ਵਿਆਕਰਨ ਪੜ੍ਹਾਉਂਦੇ ਆ ਜੀ, ਠੀਕ ਹੈ ਜੀ, ਤਾਂ ਉਸ ਦੇ ਵਿੱਚ ਆਪਣਾ ਜਿਹੜਾ ਸੌਫਟਵੇਅਰ ਹੈ ਜਾਂ ਆਪਣੀਆਂ ਸਾਈਟਸ ਨੇ, ਉਹ ਕਲਾਸਰੂਮ ਟੀਚਿੰਗ ਦੇ ਵਿੱਚ ਕਿੰਨੀਆਂ ਕੁ ਮਦਦਗਾਰ ਹੋ ਸਕਦੀਆਂ ਨੇ ਸਾਡੇ ਲਈ? ਜਿਵੇਂ ਆਪਾਂ ਨਾਮ ਪੜ੍ਹਾਉਣਾ ਹੈ, ਪੜ੍ਹਨਾਮ ਪੜ੍ਹਾਉਣਾ ਹੈ, ਕਿਰਿਆ ਵਿਸ਼ੇਸ਼ਣ ਵਗੈਰਾ, ਇਹਨਾਂ ਦੇ ਲਈ ਹੈ ਕੁਝ? ਸਰ ਵੈਸੇ ਤਾਂ ਨਾ ਦੇਖੋ, ਮੈਂ ਜਿੰਨਾ ਕੋ ਤੁਸੀਂ ਸਾਰਿਆਂ ਨੇ ਵੀ ਸ਼ੇਅਰ ਕੀਤਾ, ਇੱਕ ਪੰਜਾਬੀ ਵਿਆਕਰਨ ਕਰਕੇ ਵੈਬਸਾਈਟ ਹੈ, YouTube ਤੇ ਬਹੁਤ ਅੱਛੇ ਚੈਨਲ ਪਏ ਨੇ। ਕਿਉਂਕਿ ਦੇਖੋ, ਜਦੋਂ ਇਹ ਕਰੋਨਾ ਟਾਈਪ ਹੈ ਨਾ, ਕਰੋਨਾ ਟਾਈਮ ਨੇ ਨਾ ਲੋਕਾਂ ਨੂੰ ਇਨੋਵੇਟਿਵ ਬਹੁਤ ਬਣਾਇਆ ਹੈ। ਇਨੋਵੇਸ਼ਨ ਦੇ ਵਿੱਚ ਕੀ ਹੈ ਕਿ ਹਰੇਕ ਨੇ ਨਾ, ਜੋ ਮੇਰਾ ਸਬਜੈਕਟ ਦਾ ਐਕਸਪਰਟੀਜ਼ ਹੈ ਉਹਦੇ ਵਿੱਚ ਹਰੇਕ ਬੰਦੇ ਨੇ ਆਪਣੀ ਕੰਟਰੀਬਿਊਸ਼ਨ ਇਨੋਵੇਸ਼ਨ ਦੇ ਨਾਲ ਦੇਣੀ ਚਾਹੀਏ ਹੈ। ਜੇ ਮੰਨ ਲਓ ਤੁਸੀਂ 9 ਪੜ੍ਹਾਉਣਾ ਹੈ ਤਾਂ ਉਹਦੇ ਵਿੱਚ ਕਿਵੇਂ ਇੰਟਰਸਟਿੰਗ ਬਣਾਇਆ ਜਾ ਸਕਦਾ ਹੈ ਤਾਂ ਕਿ ਬੱਚਿਆਂ ਨੂੰ ਕਨਸੈਪਟ ਸਮਝ ਆ ਜਾਏ, ਤਾਂ YouTube ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਅਵੇਲੇਬਲ ਨੇ। ਈਵਨ ਪੰਜਾਬ ਐਡੂਕੇਅਰ ਵਾਲਾ ਜਿਹੜਾ ਹੈ, ਬਹੁਤ ਅੱਛਾ ਮਤਲਬ ਪਲੇਟਫਾਰਮ ਹੈ, ਉਹਦੇ ਤੇ ਵੈਬਸਾਈਟ ਹਰੇਕ, ਉਹਦੇ ਤੇ ਵੀਡੀਓਜ਼ ਅਵੇਲੇਬਲ ਨੇ, ਐਨੀਮੇਸ਼ਨਸ ਦੇ ਥਰੂ ਹੈ, ਟੀਚਰ ਨੇ ਮਾਡਲ ਬਣਾ ਕੇ ਪੜ੍ਹਾਏ ਹੋਏ ਨੇ। ਸੋ ਮੇਰੇ ਹਿਸਾਬ ਨਾਲ ਮੇਰੀ ਇੱਕ ਰਾਏ ਹੈ ਕਿ ਸਭ ਤੋਂ ਪਹਿਲਾਂ ਜਦੋਂ ਆਪਾਂ ਕੋਈ ਚੀਜ਼ ਪੜ੍ਹਾਉਣੀ ਹੈ ਤਾਂ ਇੰਟਰਨੈਟ ਨੂੰ ਫਰੋਲ ਮਾਰੋ, ਉਹਦੇ ਵਿੱਚੋਂ ਜਿਹੜੀ ਚੀਜ਼ ਜਿੱਥੇ ਤੁਹਾਨੂੰ ਚੰਗੀ ਲੱਗੀ, ਆਪਣੇ ਸਿਲੇਬਸ ਦੇ ਅਕੋਰਡਿੰਗਲੀ ਉਸ ਨੂੰ ਸਾਰੇ ਨੂੰ ਤਰਤੀਬ ਵਾਈਜ਼ ਲਗਾ ਲਓ। ਔਰ ਉਸ ਤੋਂ ਬਾਅਦ ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਵੀ ਮੈਂ ਇਹਦੇ ਵਿੱਚ ਹੋਰ ਇਨੋਵੇਸ਼ਨ ਪੈਦਾ ਕਰਕੇ ਬੱਚਿਆਂ ਨੂੰ ਹੋਰ ਵਧੀਆ ਤਰੀਕੇ ਨਾਲ ਪੜ੍ਹਾ ਸਕਦਾ, ਉਹ ਵੈਲਿਊ ਐਡੀਸ਼ਨ ਹੋਏਗੀ ਤੁਹਾਡੇ ਵਾਸਤੇ। ਠੀਕ ਹੈ, ਥੈਂਕ ਯੂ। ਓਕੇ ਜੀ। ਸਾਰੇ ਪੂਰੀ ਪ੍ਰੈਜੈਂਟੇਸ਼ਨ ਨੂੰ ਤੁਸੀਂ ਜੇ ਸਲਾਈਡ ਨੂੰ ਸਾਨੂੰ ਈਮੇਲ ਕਰ ਦਿਓ ਤਾਂ ਬਹੁਤ ਵਧੀਆ ਹੋਏਗਾ, ਕੋਈ ਸਪੀਡ ਜ਼ਿਆਦਾ ਹੋਊਗੀ। ਮੈਂ ਪਵਨ ਜੀ ਨੂੰ ਜ਼ਰੂਰ ਸ਼ੇਅਰ ਕਰ ਦਾਂਗਾ, ਉਹ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦੇਣਗੇ। ਥੈਂਕ ਯੂ ਸਰ। ਹਾਂਜੀ ਪਲੀਜ਼, ਕਿਸੇ ਦਾ ਹੋਰ ਕੁਐਸਚਨ ਹੋਵੇ ਤਾਂ। ਸਰ ਤੁਸੀਂ ਨਾ ਥੋੜਾ ਜਲਦੀ ਹਾਂਜੀ ਮੈਮ, ਥੋੜਾ ਸਮਾਂ ਘੱਟ ਹੋਣ ਕਰਕੇ ਮੈਂ ਬਹੁਤ ਜਲਦੀ ਬੋਲਿਆ ਜੀ, ਕਿਉਂਕਿ ਸਰ ਮੈਂ ਕਹਿਣਾ ਚਾਹ ਰਹੀ ਹਾਂ ਵੀ ਜੇ ਮਤਲਬ ਅਸੀਂ ਉਹ ਤੁਹਾਡੀ ਮਤਲਬ ਤੁਸੀਂ ਦੇ ਦੋਗੇ ਸਾਨੂੰ ਮੈਟਰ, ਜੋ ਪੜਾਂਗੇ ਨਹੀਂ ਸਮਝਾਓਗੇ ਤਾਂ ਦੁਬਾਰਾ ਸਮਝਾ ਸਕਦੇ। ਪਵਨ ਜੀ ਤੁਸੀਂ ਇੱਕ ਸਪੈਸ਼ਲ ਸੈਸ਼ਨ ਰੱਖ ਦੇਣਾ ਜੀ ਇਹਨਾਂ ਦਾ, ਜਿੱਦਣ ਵੀ ਇਹ ਡਾਊਟ ਸੈਸ਼ਨ ਰੱਖਣਾ ਚਾਹਣਗੇ, ਆਲਵੇਜ਼ ਵੈਲਕਮ ਹੈ ਜੀ ਸਾਰੇ। ਓਕੇ ਸਰ। ਹਾਂਜੀ ਸਰ, ਸਵਾਲ ਕੋਈ ਨਹੀਂ, ਬਸ ਬਹੁਤ ਮਿਹਰਬਾਨੀ, ਧੰਨਵਾਦ, ਬਹੁਤ ਜਾਣਕਾਰੀ ਭਰਪੂਰ ਸੈਸ਼ਨ ਸੀ ਜੀ, ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਪਵਨ ਜੀ ਵਾਈਂਡ ਅਪ ਕਰ ਦਈਏ ਸੈਸ਼ਨ। ਹਾਂਜੀ ਅਮਰੀਕ ਜੀ ਕੁਝ ਬੋਲਣਾ ਚਾਹੁੰਦੇ ਸਰ? ਹਾਂ, ਲਾਸਟ ਵਿੱਚ ਸਰ ਇੱਕ ਤੁਸੀਂ ਹੁਣੇ ਸਰ ਬੋਲਿਆ ਸੀ punjabeducator.com, ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਣਾਈ ਹੈ ਕੋਈ ਵੈਬਸਾਈਟ ਜਿੱਥੋਂ ਮੈਟਰ ਮਿਲੇਗਾ? ਹਾਂਜੀ punjabeducator.com।
ਹਾਂਜੀ ਸਰ, ਹਾਂਜੀ ਹਾਂਜੀ ਹਾਂ ਠੀਕ ਹੈ ਜੀ, ਚਲੋ ਇਹ ਸਾਡੇ ਵਾਸਤੇ ਬੜੀਆਂ ਬੈਨੀਫੀਸ਼ੀਅਲ ਹੋ ਮੈਂ ਗਈਆਂ ਤੁਹਾਡੇ ਤੋਂ ਹੀ ਸਿੱਖਿਆ ਜੀ, ਮੈਂ ਵੀ ਦੇਖਿਆ ਸੀਗਾ, ਮੈਨੂੰ ਬਹੁਤ ਅੱਛੀ ਲੱਗੀ ਸੀ। ਇਹਦੇ ਵਿੱਚ ਡੀ ਕੋਰਸ ਨਹੀਂ ਹੈਗਾ, ਸਿਰਫ ਇੱਕ ਇਹਦੇ ਕੋਰਸ ਵਿੱਚ ਦੀ ਬੁੱਕਸ 6th ਤੋਂ ਲੈ ਕੇ 10th ਤੱਕ ਦਾ ਸਾਰਾ ਮੈਟਰ ਜਿਹੜਾ ਹੈ ਉਹ ਆਈ ਥਿੰਕ ਦੇਖ ਪਾ ਰਹੇ ਹੋ। ਮੈਂ 1 ਮਿੰਟ ਸਕਰੀਨ ਸ਼ੇਅਰ ਕਰਦਾ ਜੀ, ਦੇ 2 ਮਿੰਟ ਦਿਓ ਤਾਂ। ਹਾਂ ਕਰ ਦਿਓ ਇੱਕ ਕੋਰਸ ਹੈ, ਹੋ ਰਹੀ ਹੈ ਜੀ ਸਕਰੀਨ ਸ਼ੇਅਰ, ਦੇਖ ਰਹੇ ਹੋ? ਹਾਂਜੀ ਬਿਲਕੁਲ ਜੀ ਬਿਲਕੁਲ। ਹਾਂ ਹੁਣ ਇਹਦੇ ਵਿੱਚ ਦੇਖੋ ਤੁਹਾਡੇ ਕੋਲ ਸਟੂਡੈਂਟ ਕਾਰਨਰ ਵੀ ਹੈ, ਟੀਚਿੰਗ ਸਟੇਸ਼ਨ ਵੀ ਹੈ। ਇਹਦੇ ਵਿੱਚ ਪ੍ਰਾਇਮਰੀ ਵਿੰਗ, ਸੈਕੰਡਰੀ ਵਿੰਗ, ਸੋ ਮੈਂ ਸੈਕੰਡਰੀ ਵਿੰਗ ਤੇ ਜਾਣਾ ਜੀ। ਠੀਕ ਹੈ ਜੀ। ਹਾਂ ਇਹਦੇ ਵਿੱਚ ਮੈਥਮੈਟਿਕਸ ਆ ਗਿਆ, 6ਵੇਂ ਦਾ ਗਣਿਤ ਆ ਗਿਆ। ਮੈਥ ਦੀ ਤੁਸੀਂ ਜੇ ਤੁਸੀਂ ਵੀਡੀਓ ਲੈਕਚਰਸ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਮਟੀਰੀਅਲ ਅਵੇਲੇਬਲ ਹੈ ਜੀ, ਇੱਥੇ ਦੇਖੋ। ਇਹਦੇ ਵਿੱਚ ਨੋਇੰਗ ਆਰ ਨੰਬਰਸ, ਇਹਦੇ ਵਿੱਚ ਆਪਾਂ ਪਲੇ ਕਰੀਏ, ਆਵਾਜ਼ ਸ਼ਾਇਦ ਨਹੀਂ ਆ ਪਾਏਗੀ। ਓਕੇ ਸਰ, ਇਹ ਆਲਰੇਡੀ ਯੂਜ਼ ਕਰ ਰਹੇ ਅਸੀਂ ਸਰ। ਹਾਂਜੀ ਹਾਂਜੀ, ਮੈਂ ਉਹੀ ਕਹਿਣਾ ਚਾਹ ਰਿਹਾ ਸੀ, ਤੁਸੀਂ ਸਾਰੇ ਯੂਜ਼ ਕਰ ਰਹੇ ਹੋ, ਬਹੁਤ ਅੱਛਾ ਹੈ। ਔਰ ਇਹਦਾ ਐਪ ਵੀ ਹੈ। ਯੈਸ ਸਰ, ਮੋਬਾਈਲ ਨਹੀਂ ਐਪ ਹੈ, ਲੈਪਟਾਪ ਤੇ ਸਿੱਧਾ ਚੱਲਦਾ ਹੈ ਆਨਲਾਈਨ। ਹਾਂਜੀ ਹਾਂਜੀ ਐਪ ਹੈ ਜੀ, ਬਹੁਤ ਅੱਛਾ, ਵਧੀਆ ਇਹਦਾ। ਹਾਂਜੀ ਹਾਂਜੀ, ਬਟ ਮੇਰਾ ਹੈ ਕਿ ਐਗਜ਼ਿਸਟਿੰਗ ਰਿਸੋਰਸਿਸ ਨੂੰ ਜਿੰਨਾ ਮੈਕਸਿਮਮ ਯੂਜ਼ ਕਰ ਸਕਦੇ ਆਪਾਂ ਕਰਕੇ ਆਪਣੇ ਇਨੋਵੇਸ਼ਨ ਨੂੰ ਐਡ ਕਰੋ ਉਹਦੇ ਵਿੱਚ। ਔਰ ਜਿਹੜੇ 2 ਕਨਸੈਪਟ ਦੱਸੇ ਨੇ, ਕਾਈਂਡਲੀ ਇਹਨੂੰ ਐਕਸਪਲੋਰ ਕਰੋ, ਤੁਸੀਂ ਇੰਜੋਏ ਕਰੋਗੇ। ਇੱਕ ਤਾਂ ਫਲਿਪਡ ਕਲਾਸਰੂਮ ਤੇ ਦੂਸਰਾ ਇੰਟਰੈਕਟਿਵ ਵੀਡੀਓਜ਼ ਕਿਵੇਂ ਬਣਾਉਣੀਆਂ ਨੇ, ਇਹ ਕਰਕੇ ਦੇਖੋ, ਮਜ਼ੇਦਾਰ ਚੀਜ਼ ਹੈ ਜੀ। ਸਰ ਇੰਟਰੈਕਟਿਵ ਵੀਡੀਓ ਤੇ ਦੂਸਰਾ ਕੀ ਬੋਲਿਆ ਤੁਸੀਂ? ਫਲਿਪਡ ਕਲਾਸਰੂਮ, ਫਲਿਪਡ ਕਲਾਸਰੂਮ। ਓਕੇ ਸਰ। ਔਰ ਫਲਿਪਡ ਕਲਾਸਰੂਮ ਦੀ ਵੀਡੀਓ ਜਿਹੜੀ ਹੈ YouTube ਤੇ ਪਈ ਹੋਈ ਹੈ, ਮੈਂ ਤੁਹਾਨੂੰ ਉਹਨਾਂ ਦਾ ਲਿੰਕ ਜਿਹੜਾ ਹੈ ਉਹ ਮੈਂ ਪਵਨ ਜੀ ਦੇ ਥਰੂ ਸਾਂਝਾ ਕਰ ਦੂੰਗਾ ਜੀ। ਓਕੇ ਸਰ, ਥੈਂਕ ਯੂ। ਹਾਂਜੀ, ਹੋਰ ਕਿਸੇ ਦਾ ਕੋਈ ਪ੍ਰਸ਼ਨ ਹੋਵੇ ਤਾਂ, ਜਾਂ ਕੋਈ ਡਾਊਟ ਡਿਸਕਸ਼ਨ? ਠੀਕ। मैं ये कहना चाहूँगा कि मैं खुद बहुत कुछ सीख रहा हूँ। अक्सर तो मैं ऑलरेडी यूज कर रहा हूँ, पर इसके अलावा कुछ और चीज़ें जितना नहीं होती है, क्या वो सीख रहे हैं, मैं सीख रहा हूँ। तो बताइए, तो लेक्चर बहुत बढ़िया है, बहुत बहुत दृष्टि के जागरूक थी, हालांकि टाइम करके साथ सीखा कि मैंने आके जो सारी चीज़ें देखा हुई थी, तो कभी कभी मैं पाते थे, कहीं कहीं जागरूक होगा, कोई मुश्किल नहीं आएगी। थैंक यू जी। ओके जी, ओके जी, थैंक यू वेरी मच।